Psalms in Punjabi context a special program and a program ਦਾ ਨਾਮ ਆ Psalms of the Sons of Korah and ਇਸ program ਵਿੱਚ ਅਸੀਂ ਬਨੀ ਕੋਰਾ ਦੇ 11 ਜ਼ਬੂਰਾਂ ਦੀ ਸਮਰੀ ਤੇ ਰਿਫਲੈਕਸ਼ਨ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਡੇ ਐਪੀਸੋਡਸ ਨੂੰ ਦੇਖਦੇ ਰਹੇ ਆ, ਸਾਡੇ ਨਾਲ ਇੰਗੇਜ ਕਰਦੇ ਰਹੇ ਆ। ਮੈਂ ਤੁਹਾਨੂੰ ਇਨਵਾਈਟ ਕਰਦੀ ਹਾਂ ਕਿ ਜੋ ਵੀ ਤੁਹਾਡੇ ਸਵਾਲ ਤੁਹਾਡੇ ਕਮੈਂਟਸ ਆ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ। ਐਂਡ ਇਸ ਤੋਂ ਪਹਿਲੇ ਕਿ ਅਸੀਂ ਅੱਜ ਦੇ ਜ਼ਬੂਰਾਂ ਦੀ ਸਮਰੀ ਵਿੱਚ ਜਾਈਏ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਚੱਲੀਏ ਤੇ ਉਸਦੇ ਅੱਗੇ ਦੁਆ ਨੂੰ ਹੋਈਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ, ਤੂੰ ਨੇ ਸਾਨੂੰ ਸੰਭਾਲ ਕੇ ਆਪਣੀ ਪਨਾਹ ਵਿੱਚ ਰੱਖਿਆ, ਸਾਰਾ ਦਿਨ ਸਾਡੇ ਨਾਲ ਰਿਹਾ, ਸਾਡੇ ਕੰਮਾਂ ਦੇ ਵਿੱਚ ਆਉਣ ਜਾਣ ਦੇ ਵਿੱਚ ਖੁਦਾਵੰਦ ਤੂੰ ਨੇ ਸਾਡੀ ਮਦਦ ਕੀਤੀ। ਖਾਸ ਤੌਰ ਤੇ ਇਸ ਸਮੇਂ ਦੇ ਲਈ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਜੋ ਕੁਛ ਵੀ ਅਸੀਂ ਕੋਰਾ ਦੇ ਪੁੱਤਰਾਂ ਦੇ ਜ਼ਬੂਰਾਂ ਦੇ ਉੱਤੇ ਤੇਰੇ ਖਾਦਮ ਦੇ ਜ਼ਰੀਏ ਸੁਣਿਆ ਖੁਦਾਵੰਦ, ਜਦ ਕਿ ਅੱਜ ਅਸੀਂ ਉਸ ਦੇ ਉੱਤੇ ਉਹਨਾਂ ਦੇ ਉੱਤੇ ਫਿਰ ਗੌਰ ਕਰਾਂਗੇ ਜੋ ਕੁਛ ਵੀ ਅਸੀਂ ਉਸ ਦੇ ਉੱਤੇ ਸਿੱਖਿਆ ਹੈ। ਸੋ ਖੁਦਾਵੰਦ ਤੂੰ ਸਾਡੇ ਨਾਲ ਹੋ ਤੇ ਸਾਡਾ ਮਦਦਗਾਰ ਹੋ, ਤਾਂ ਜੋ ਖੁਦਾਵੰਦ ਜਿੰਨਾ ਵੀ ਅਸੀਂ ਤੇਰੇ ਖਾਦਮ ਦੇ ਜ਼ਰੀਏ ਸਿੱਖ ਸਕੇ ਹਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਜਾਣ ਵਾਲੇ ਹੋਈਏ। ਇਸ ਸਮੇਂ ਆ ਖੁਦਾਵੰਦ ਤੂੰ ਸਾਡੀ ਇਸ ਮਿੰਨਤ ਔਰ ਦੁਆ ਨੂੰ ਖੁਦਾਵੰਦ ਆਪਣੇ ਬੇਟੇ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਲਹੂ ਚ ਕਬੂਲ ਕਰ। ਆਮੀਨ ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਭ ਤੋਂ ਪਹਿਲੇ ਅਸੀਂ ਚਲਾਂਗੇ ਜ਼ਬੂਰ 42 ਵਿੱਚ ਐਂਡ ਮੈਂ ਦਰਖਾਸਤ ਕਰਾਂਗੀ ਕਿ ਸਭ ਤੋਂ ਪਹਿਲੇ ਅੰਕਲ ਜੋਸ਼ੂਆ ਸਾਡੇ ਨਾਲ ਸ਼ੇਅਰ ਕਰਨ, ਆਪਣਾ ਰਿਫਲੈਕਸ਼ਨ ਦੇਣ, ਜੋ ਵੀ ਗੱਲਾਂ ਉਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਣ ਉਹ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਇਸ ਜ਼ਬੂਰ ਦੇ ਵਿੱਚ 42 ਦੇ ਵਿੱਚ ਜਿਸ ਨੂੰ ਕੋਰਾ ਦੇ ਪੁੱਤਰਾਂ ਨੇ ਲਿਖਿਆ ਗਾਇਆ ਹੈ, ਮੈਨੂੰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅੱਛੀ ਚੀਜ਼ ਹੈ ਉਹ ਕਹਿੰਦਾ ਵੀ ਇੱਕ ਖੋਜ ਤੁਹਾਡੇ ਦਿਲ ਦੇ ਵਿੱਚ ਖੁਦਾ ਦੀ ਭਾਲ ਕਰਨੀ ਜਿਹੜੀ ਹੈ, ਜਿਸ ਤਰ੍ਹਾਂ ਹਿਰਨੀ ਜਿਹੜੀ ਹੈ ਕਿਸ ਤਰ੍ਹਾਂ ਪਾਣੀ ਦੇ ਲਈ ਇੱਧਰ ਉੱਧਰ ਤਰਸਦੀ ਰਹਿੰਦੀ ਹੈ, ਤੇ ਉਹ ਉਸੇ ਤਰ੍ਹਾਂ ਸਾਡੇ ਦਿਲ ਦੇ ਵਿੱਚ ਵੀ ਖੁਦਾ ਦੀ ਖੋਜ ਕਰਨੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਕਿ ਅਸੀਂ ਉਸ ਦੇ ਲਈ ਸਾਡੇ ਦਿਲ ਦੇ ਵਿੱਚ ਕਿੰਨੀ ਚਾਹ ਤੇ ਸਾਡਾ ਕੀ ਰਿਲੇਸ਼ਨ ਖੁਦਾ ਦੇ ਨਾਲ ਹੈ। ਇਹ ਲਾਈਫ ਜਿਹੜੀ ਹੈ, ਇਹ ਜ਼ਿੰਦਗੀ ਜਿਹੜੀ ਹੈ ਉਹਦੀ ਦਿੱਤੀ ਹੈ। ਥੈਂਕ ਯੂ ਅੰਕਲ ਜੋਸ਼ੂਆ ਆਪਣੇ ਰਿਫਲੈਕਸ਼ਨ ਦੇਣ ਲਈ। ਮੈਂ ਦਰਖਾਸਤ ਕਰਾਂਗੀ ਤੁਸੀਂ ਥੋੜਾ ਜਿਹਾ ਇਸ ਜ਼ਬੂਰ ਨੂੰ ਥੋੜਾ ਜਿਹਾ ਸਾਡੇ ਨਾਲ ਗਾ ਕੇ ਵੀ ਸੁਣਾ ਦਿਓ ਤਾਂ ਕਿ ਸਾਡੇ ਵਿਊਅਰਸ ਨੂੰ ਇਹਦੀ ਧੁਨ ਦਾ ਪਤਾ ਚੱਲ ਜਾਵੇ। 42 ਜ਼ਬੂਰ ਦਾ ਗੀਤ ਹੈ ਜਿਹੜਾ ਬੜਾ ਅੱਛਾ ਹੈ। ਉਹ ਇਸ ਤਰ੍ਹਾਂ ਹੈ। ਪਾਣੀ ਦੇ ਸੋਤਿਆਂ ਦੀ ਹਿਰਨੀ ਹੋ ਜਿਉਂ ਤਰਹਾਈ, ਰੂ ਮੇਰੀ ਤੇ ਮੇਰਾ ਬਾ ਤੇਰੀ ਤਿਹਾਈ ਆਹੀ। ਥੈਂਕ ਯੂ ਅੰਕਲ ਜੋਸ਼ੂਆ। ਹੁਣ ਮੈਂ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਆਪਣਾ ਰਿਫਲੈਕਸ਼ਨ ਦੇਣ, ਜੋ ਵੀ ਇਸ ਜ਼ਬੂਰ ਵਿੱਚ ਉਹਨਾਂ ਨੂੰ ਗੱਲਾਂ ਵਧੀਆ ਲੱਗੀਆਂ ਉਹ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਸਾਰੇ ਮੇਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਵਾਚ ਕਰ ਰਹੇ ਦੇਖ ਰਹੇ ਨੇ, ਸਾਰਿਆਂ ਨੂੰ ਜੈ ਮਸੀਹ ਦੀ। ਜਿਹੜੇ ਜ਼ਬੂਰ ਅਸੀਂ ਸ਼ੁਰੂ ਕੀਤੇ ਸੀ ਬਨੀ ਕੋਰਾ ਦੇ, ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਪਰ ਜਿਸ ਤਰ੍ਹਾਂ ਅਸੀਂ ਇਸ ਦੇ ਵਿੱਚੋਂ ਸਭ ਕੁਝ ਪੜ੍ਹਿਆ ਹੈ ਔਰ ਸਾਰੇ ਹੀ ਜ਼ਬੂਰ ਬਹੁਤ ਪਾਵਰਫੁਲ ਹਨ। ਔਰ ਜਿਹੜਾ ਜ਼ਬੂਰ 42 ਹੈ ਇਹ ਪਰਮੇਸ਼ਵਰ ਦੇ ਲਈ ਉਸਦੀ ਜਿਹੜੀ ਉਹਦੀ ਚਾਹ ਸੀ ਉਹਦੇ ਉੱਤੇ ਉਸਨੇ ਆਪਣਾ ਸਾਰਾ ਲਿਖਿਆ ਹੈ। ਉਹ ਇਸੇ ਤਰ੍ਹਾਂ ਕਿ ਇਸਦੀ ਜਿਹੜੀ 2 ਆਇਤ ਹੈ, ਮੇਰਾ ਜੀ ਜਿਉਂਦੇ ਪਰਮੇਸ਼ਵਰ ਦੇ ਦਰਸ਼ਨਾਂ ਦਾ ਤਿਹਾਇਆ ਹੈ, ਮੈਂ ਕਦੋਂ ਪਰਮੇਸ਼ਵਰ ਦੇ ਸਾਹਮਣੇ ਜਾਵਾਂਗਾ। ਇਸ ਵਿੱਚ ਉਸਨੇ ਕਿਹਾ ਹੈ ਕਿ ਮੈਂ ਪ੍ਰਭੂ ਨੂੰ ਦੇਖਣ ਦੇ ਲਈ ਮੈਂ ਬਹੁਤ ਉਤਾਵਲਾ ਹਾਂ ਔਰ ਮੈਂ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਸਾਡਾ ਪਰਮੇਸ਼ਵਰ ਜਿੰਦਾ ਹੈ ਔਰ ਉਹ ਇੱਕ ਦਿਨ ਜ਼ਰੂਰ ਸਾਨੂੰ ਮਿਲੇਗਾ ਔਰ ਜ਼ਰੂਰ ਸਾਨੂੰ ਲੈਣ ਆਵੇਗਾ। ਉਸਨੇ ਆਪਣੇ ਮਨ ਦੀ ਉਸਨੇ ਦੱਸਿਆ ਹੈ ਕਿ ਮੈਂ ਪ੍ਰਭੂ ਦੇ ਲਈ ਬਹੁਤ ਤਰਸਦਾ ਹਾਂ ਕਿ ਪ੍ਰਭੂ ਮੈਨੂੰ ਕਦੋਂ ਮਿਲੇ ਔਰ ਮੈਂ ਕਦੋਂ ਪਰਮੇਸ਼ਵਰ ਦੇ ਸਾਹਮਣੇ ਉਸਦੇ ਨਾਲ ਜਾ ਕੇ ਉਸਦੀ ਸੰਗਤੀ ਕਰਾਂ, ਉਸਦੇ ਨਾਲ ਬੈਠਾਂ, ਉਸਦੇ ਨਾਲ ਗੱਲਬਾਤ ਕਰਾਂ। ਔਰ ਇਸ ਵਿੱਚ ਉਸਨੇ ਜਿਵੇਂ ਬ੍ਰਦਰ ਜੀ ਨੇ ਦੱਸਿਆ ਕਿ ਜਿਵੇਂ ਹਰਨੀ ਵਗਦੇ ਪਾਣੀ ਨੂੰ ਤਰਸਦੀ ਹੈ, ਉਸੇ ਤਰ੍ਹਾਂ ਮੇਰੀ ਜਾਨ ਉਹ ਪ੍ਰਭੂ ਦੇ ਲਈ ਇੰਨਾ ਪਿਆਸਾ ਹੈ, ਪ੍ਰਭੂ ਦੇ ਲਈ ਉਸਦੀ ਇੰਨੀ ਚਾਹ ਹੈ ਕਿ ਉਹ ਜਾ ਕੇ ਖੁਦਾ ਦੇ ਨਾਲ ਮਿਲੇ ਔਰ ਪ੍ਰਭੂ ਉਸਦੇ ਸਾਹਮਣੇ ਆਵੇ, ਉਹ ਆਪਸ ਵਿੱਚ ਗੱਲਬਾਤ ਕਰਨ। ਇਸੇ ਤਰ੍ਹਾਂ ਸਾਡਾ ਵੀ ਇਹ
ਮਨ ਹੈ ਕਿ ਅਸੀਂ ਪ੍ਰਭੂ ਦੇ ਨਾਲ ਇੱਕ ਦਿਨ ਜ਼ਰੂਰ ਮਿਲਾਂਗੇ ਔਰ ਅਸੀਂ ਪ੍ਰਭੂ ਸਾਨੂੰ ਇੱਕ ਦਿਨ ਜ਼ਰੂਰ ਆਪਣੇ ਕੋਲ ਸਾਨੂੰ ਲੈ ਕੇ ਜਾਣਗੇ। ਔਰ ਇਸ ਵਿੱਚ ਬਹੁਤ ਸਾਰੀਆਂ ਆਇਤਾਂ ਬਹੁਤ ਚੰਗੀਆਂ ਹਨ, ਪਰ ਇਹ ਦੋ ਆਇਤਾਂ ਜਿਹੜੀਆਂ ਪਹਿਲੀਆਂ ਦੋ ਆਇਤਾਂ ਹੈ ਬਹੁਤ ਪਾਵਰਫੁਲ ਹਨ। ਜ਼ਿਆਦਾ ਬੱਚੇ Thank you, Auntie Jyoti. ਹੁਣ ਅਸੀਂ ਅਗਲੇ ਜ਼ਬੂਰ ਵਿੱਚ ਚੱਲਾਂਗੇ, ਜ਼ਬੂਰ 43 ਵਿੱਚ, ਐਂਡ ਮੈਂ ਅੰਕਲ ਜੋਸ਼ੂਆ ਨੂੰ ਦਰਖਾਸਤ ਕਰਾਂਗੀ ਕਿ ਉਹ ਇਸ ਜ਼ਬੂਰ ਵਿੱਚ ਆਪਣਾ ਰਿਫਲੈਕਸ਼ਨ ਦੇਣ, ਜੋ ਵੀ ਇਹਨਾਂ ਨੂੰ ਗੱਲਾਂ ਵਧੀਆ ਲੱਗੀਆਂ ਉਹ ਸਾਡੇ ਨਾਲ ਸ਼ੇਅਰ ਕਰਨ। ਹਾਂਜੀ ਅੰਕਲ ਜੀ ਜਾਣ ਤੋਂ ਪਹਿਲਾਂ ਐਂਜਲ ਮੈਂ ਵੀ ਦੱਸਾਂ ਮੈਨੂੰ ਜ਼ਬੂਰ ਚ ਕਿਹੜੀ ਗੱਲ ਅੱਛੀ ਲੱਗੀ? ਹਾਂਜੀ ਜ਼ਰੂਰ। ਓਕੇ ਥੈਂਕ ਯੂ। ਓਕੇ ਜੀ, ਮੈਨੂੰ ਨਾ ਇਹ ਜ਼ਬੂਰ ਦੇ ਵਿੱਚ ਜਿਹੜਾ ਮੈਂ ਰਿਲੇਟ ਕਰ ਸਕਦਾ ਵਾਂ ਪਰਸਨਲੀ, ਉਹ ਵੀ ਇੱਕ ਤੇ ਬਨੀ ਕੋਰਾ, ਦੇ ਵਰ ਸਿੰਗਰਸ ਐਂਡ ਆਰਟਿਸਟ, ਮਿਊਜ਼ੀਸ਼ੀਅਨਸ ਐਂਡ ਆਰਟਿਸਟ ਹਨ। being a student of music ਔਰ ਥਿਓਲੋਜੀ ਦਾ ਹੁੰਦਾ ਹੋਇਆ, ਮਤਲਬ ਆਈ ਰਿਲੇਟ ਮਾਈਸੈਲਫ ਐਜ਼ ਅ ਮਿਊਜ਼ੀਸ਼ੀਅਨ ਕਿ ਇਹਨਾਂ ਦੀ ਜਿਹੜੀ ਖਿਦਮਤ ਸੀ ਔਰ ਉਹਨਾਂ ਦੇ ਅੰਦਰ ਜਿਹੜੀ ਸੀ ਨਾ ਖੁਦਾ ਦੇ ਘਰ ਦੀ, ਉਹ ਬੜੀ ਇੰਪੋਰਟੈਂਟ ਸੀ। ਵੇਖੋ ਆਂਦਾ ਮੈਂ ਰਾਤ ਨੂੰ ਵੀ ਤੇਰਾ ਗੀਤ ਗਾਵਾਂਗਾ, ਮਤਲਬ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਸੀ ਜਦੋਂ ਕਰਾਚੀ ਹੁੰਦੇ ਹਨਾ, ਤੇ ਇੱਕ ਬੜਾ ਅੱਛਾ ਵਾਕਿਆ ਵੇ ਕਿ ਇੱਕ ਵਾਰੀ ਨਾ ਮੈਂ ਸਵੇਰੇ ਉੱਠ ਕੇ ਮੈਂ ਰਿਆਜ਼ਤ ਕਰਨਾ ਹੁੰਦਾ, ਇੱਕ ਦਿਨ ਉੱਠਿਆ ਨਾ ਤੇ ਮੇਰਾ ਗਵਾਂਢੀ ਅਗਲੇ ਦਿਨ ਮੈਨੂੰ ਮਿਲ ਪਿਆ, ਆਂਦਾ ਯਾਰ ਤੂੰ ਸਵੇਰੇ ਉੱਠਿਆ ਹੀ ਨਹੀਂ। ਮੈਂ ਕਿਹਾ ਕਿਉਂ, ਕੀ ਹੋਇਆ? ਆਂਦਾ ਮੈਂ ਕੰਮ ਤੋਂ ਲੇਟ ਹੋ ਗਿਆ। ਤੇ ਉਹ ਨਾ ਉਹਨੇ ਮੇਰਾ ਅਲਾਰਮ ਲਾਇਆ ਕਿ ਇਹ ਬੰਦਾ ਸਵੇਰੇ ਉੱਠ ਕੇ ਜਦੋਂ ਭਜਨ ਗੀਤ ਗਾਉਂਦਾ ਨਾ, ਜਦੋਂ ਜ਼ਬੂਰ ਗਾਉਂਦਾ ਹੈ, ਉਦੋਂ ਮੈਂ ਉੱਠ ਪੈਣਾ ਹੁੰਦਾ ਵੇ। ਤੇ ਉਹ ਮਤਲਬ ਐ ਵੇ ਕਿ ਉਹ ਮੇਰੇ ਗਵਾਂਢੀ ਆਪਣਾ ਅਲਾਰਮ ਮੈਨੂੰ ਬਣਾਇਆ ਹੋਇਆ ਸੀ, ਜਿੱਦਣ ਮੈਂ ਉਹ ਨਹੀਂ ਉੱਠਿਆ ਤੇ ਉਹ ਵਿਚਾਰਾ ਕੰਮ ਤੋਂ ਲੇਟ ਹੋ ਗਿਆ। ਤੋ ਮੈਂ ਰਿਲੇਟ ਕਰ ਸਕਦਾ ਵਾਂ ਕਿ ਕਿਵੇਂ ਕਿਸ ਤਰੀਕੇ ਦੇ ਨਾਲ। ਇਹਦੇ ਨਾਲ ਇੱਕ ਹੋਰ ਵਾਕਿਆ ਜੁੜਾ ਹੈ ਜ਼ਬੂਰ ਕਿ ਮੈਂ ਜਦੋਂ ਅੱਜ ਤੋਂ ਕੋਈ ਮੇਰੇ ਖਿਆਲ ਹੈ 99 ਦੇ ਵਿੱਚ 1999, ਸੋ ਆਈ ਵਾਸ 24 years old, ਔਰ ਤਕਰੀਬਨ ਕੁਝ 20 ਸਾਲ ਪੁਰਾਣੀ ਗੱਲ ਹੈ, 20 ਸਾਲ ਹੋਣੀ ਜਾਂ 99 ਦੇ ਵਿੱਚ। ਸੋ ਮੈਂ ਜਦੋਂ ਪਹਿਲੀ ਵਾਰੀ ਸਿਆਲਕੋਟ ਕਨਵੈਨਸ਼ਨ, ਜਿਹੜੀ ਬੜੀ ਮਸ਼ਹੂਰ ਇੰਡੀਓ ਪਾਕ ਦੀ ਬੜੀ ਮਸ਼ਹੂਰ ਕਦੀਮ ਕਨਵੈਨਸ਼ਨ ਹੈ, ਤੇ ਮੈਂ ਜਦੋਂ ਸੈਮਨਰੀ ਸਾਂ ਗੁਜਰਾਂਵਾਲਾ ਸੈਮਨਰੀ ਦੇ ਵਿੱਚ, ਤੇ ਮੈਂ ਜਦੋਂ ਸਾਡੇ ਪ੍ਰਿੰਸੀਪਲ ਨੇ ਮੈਨੂੰ ਬੁਲਾਇਆ ਤਾਂ ਉਹਨੇ ਕਿਹਾ ਜੀ ਕਿ ਸਿਆਲਕੋਟ ਕਨਵੈਨਸ਼ਨ ਪੂਰੀ ਜਿਹੜੀ ਹੈ ਉਹਨੂੰ ਸੈਮਨਰੀ ਦੀ ਕੁਆਇਰ ਲੀਡ ਕਰਦੀ ਹੈ, ਤੇ ਕਿਉਂਕਿ ਸੈਮਨਰੀ ਦਾ ਸਟੂਡੈਂਟ ਹੈ ਔਰ ਤੂੰ ਮਿਊਜ਼ੀਸ਼ੀਅਨ ਹੈ ਔਰ ਤੂੰ ਚੁੱਕੇ ਚੈਪਲ ਤੂੰ ਕੁਆਇਰ ਲੀਡ ਕਰਦੀ ਹੈ। ਤੇ ਮੈਨੂੰ ਤਾਂ ਯਕੀਨ ਨਾ ਆਇਆ ਨਾ, ਮੈਨੂੰ ਤਾਂ ਰਾਤੀ ਨੀਂਦਰ ਨਾ ਪਈ, ਕਿਉਂਕਿ ਅਸੀਂ ਬਚਪਨ ਤੋਂ ਸਿਆਲਕੋਟ ਕਨਵੈਨਸ਼ਨ ਦਾ ਨਾਂ ਸੁਣਦੇ ਆਏ ਸਾਂ ਔਰ ਕਿਤਾਬਾਂ ਸਿਆਲਕੋਟ ਕਨਵੈਨਸ਼ਨ ਦੀਆਂ, ਔਰ ਉਹਦੀ 100 ਸਾਲਾ ਤਾਰੀਖ ਏਡੀ ਵੱਡੀ, ਔਰ ਤੇ ਮੈਨੂੰ ਯਕੀਨ ਨਾ ਆਇਆ ਕਿ ਮੈਂ ਪੂਰਾ ਹਫਤਾ ਮੈਂ ਲੀਡਰ ਹੋਣਾ ਪੂਰੀ ਸਿਆਲਕੋਟ ਕਨਵੈਨਸ਼ਨ ਦੀ ਕੁਆਇਰ ਦਾ ਨਾ। ਤੇ ਜਿੱਦਣ ਮੈਂ ਪਹਿਲਾ ਸੈਸ਼ਨ ਲੀਡ ਕੀਤਾ ਨਾ, ਉਦੋਂ ਉੱਥੇ ਨਾ ਮੇਲੇ ਜਿਵੇਂ ਨੇ ਮੇਲੇ ਲੱਗਦੇ ਨੇ, ਜਿਵੇਂ ਦੁਕਾਨਦਾਰੀਆਂ ਠੇਲੇ ਲੱਗ ਗਏ ਤੇ ਨਾਲ ਸਾਰਾ ਲੱਗ ਗਿਆ ਨਾ, ਤੇ ਉੱਥੇ ਨਾ ਉਹ ਸਨ ਕੀ ਉਹਨੂੰ ਕਹਿੰਦੇ ਨੇ ਮੁਖਤਲਿਫ ਨਾ ਸ਼ਾਵਾਂ ਵੇਚਣ ਵਾਲੇ, ਉੱਥੇ ਨਾ ਕੜੇ ਵੇਚਣ ਵਾਲੇ ਵੀ ਹਨ। ਤੇ ਮੈਂ ਕੜੇ ਵਾਲੇ ਕੋਲ ਗਿਆ ਤੇ ਮੈਂ ਉਹਨੂੰ ਕਿਹਾ ਯਾਰ ਮੈਨੂੰ ਨਾ ਤੂੰ ਜ਼ਬੂਰ 42 ਦੀ ਜਿਹੜੀ ਆਇਤ ਹੈ ਨਾ ਦੂਸਰੀ, ਮੇਰੀ ਰੂਹ ਖੁਦਾ ਕੀ ਜ਼ਿੰਦਾ ਖੁਦਾ ਕੀ, ਐ ਨਾ ਮੈਨੂੰ ਇਨਗ੍ਰੇਵ ਕਰਕੇ ਦੇ ਹਟ, ਤਾਂ ਕਿ ਮੇਰੀ ਜ਼ਿੰਦਗੀ ਯਾਦਗਾਰ ਰਹੇ। ਮੈਂ ਜਦੋਂ ਪਹਿਲੇ ਸਾਲ ਮੇਰਾ ਸੈਮਨਰੀ ਸੀ ਤੇ ਮੈਂ ਪਹਿਲੇ ਸਾਲ ਦੇ ਵਿੱਚ ਮੈਂ ਸਿਆਲਕੋਟ ਕਨਵੈਨਸ਼ਨ ਦੀ ਕੁਆਇਰ ਮੈਂ ਲੀਡ ਕੀਤੀ ਸੀ ਪੂਰਾ ਹਫਤਾ। ਸੋ that was kind of a memory which attached to this psalm, ਜਿਹੜਾ ਮੇਰੇ ਨਾਲ ਜੁੜਿਆ ਹੋਇਆ। So that's my reflection on Psalm 42. ਥੈਂਕ ਯੂ ਪਾਸਟਰ ਜੀ। ਹੁਣ ਅਸੀਂ ਜ਼ਬੂਰ 43 ਵਿੱਚ ਜਾਵਾਂਗੇ। ਮੈਂ ਅੰਕਲ ਜੋਸ਼ੂਆ ਨੂੰ ਦਰਖਾਸਤ ਕਰਾਂਗੀ ਕਿ ਉਹ ਆਪਣਾ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ। 43 ਜ਼ਬੂਰ ਦੇ ਵਿੱਚ ਤੀਸਰੀ ਤੇ ਜਿਹੜੀ ਚੌਥੀ ਆਇਤ ਹੈ ਨਾ, ਅਸਲ ਦੇ ਵਿੱਚ ਮੈਂ ਪੰਜਾਬੀ ਜਿਹੜੀ ਹੈ ਮੈਂ ਲਿਖ ਨਹੀਂ ਸਕਦਾ, ਤੇ ਮੈਂ ਇੰਗਲਿਸ਼ ਹੀ ਹੈ ਮੈਂ ਪੜ੍ਹ ਲੈਣਾ, ਹਿੰਦੀ ਪੰਜਾਬੀ ਨੂੰ ਮੈਂ ਲਿਖ ਨਹੀਂ ਸਕਦਾ। ਤੇ ਇਹਦੇ ਚ ਮੈਂ ਲਿਖਿਆ ਲੱਗਾ ਵੀ hope in a time of discouragement, in the face of discouragement our only hope is in the God. ਜਿਸ ਤਰ੍ਹਾਂ ਫਿਰ ਉਹਦੇ 43 ਦੀ 3 ਜਾਂ 4 ਆਇਤ ਦੇ ਵਿੱਚ ਹੋਲੀ ਮਾਊਂਟੇਨ ਜਿਹੜੀ ਆ ਮਾਊਂਟ ਜ਼ਿਆਨ ਦੇ ਉੱਤੇ ਆ, ਜਿਹੜਾ ਕਿ ਯਰੂਸ਼ਲਮ ਦੇ ਵਿੱਚ ਆ, ਸਿਟੀ ਡੇਵਿਡ ਨੇ ਉਸਨੂੰ ਬਣਾਇਆ ਸੀ ਤੇ ਉਹ ਇਸਰਾਈਲ ਦੀ ਕੈਪੀਟਲ ਵੀ ਆ। ਤੇ ਟੈਂਪਲ ਜਿਹੜਾ ਉੱਥੇ ਲੋਕੀ ਆਪਣੀਆਂ ਜਿੰਨੀਆਂ ਵੀ ਅਰਜ਼ਾਂ ਨੇ ਜਾਂ ਜੋ ਕੁਛ ਵੀ ਆ ਉਹ ਉੱਥੇ ਲੈ ਕੇ ਜਾਂਦੇ ਨੇ ਤੇ ਬੈਠਦੇ ਨੇ ਤੇ ਪ੍ਰੇਅਰ ਕਰਦੇ ਆ। ਤੇ ਜਿਹੜਾ ਸਾਮਿਸਟ ਆ ਉਹ ਕਹਿੰਦਾ ਵੀ asked God to send his light and truth to guide him to holy mountain where he would meet God. That's it. ਥੈਂਕ ਯੂ ਅੰਕਲ ਜੋਸ਼ੂਆ। ਹੁਣ ਮੈਂ ਆਂਟੀ ਜੋਤੀ ਨੂੰ ਦਰਖਾਸਤ ਕਰਾਂਗੀ ਕਿ ਉਹ ਆਪਣਾ ਰਿਫਲੈਕਸ਼ਨ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਜ਼ਬੂਰ 43 ਜਿਹੜਾ ਇਹ ਉਸਨੇ ਆਪਣੇ ਛੁਟਕਾਰੇ ਦੀ ਪ੍ਰਾਰਥਨਾ ਦੇ ਲਈ ਇਹ ਜ਼ਬੂਰ ਗਾਇਆ ਹੈ, ਔਰ ਇਸ ਦੀ ਜਿਹੜੀ 5ਵੀਂ ਆਇਤ ਆ ਮੈਂ ਉਹਦੇ ਵਿੱਚ ਜਾਵਾਂਗੀ। 5ਵੀਂ ਆਇਤ ਬਹੁਤ ਪਾਵਰਫੁਲ ਹੈ ਜੀ। ਉਸਨੇ ਲਿਖਿਆ ਹੈ, हे मेरे मन तो क्यों व्याकुल है, तो क्यों अशांत हो रहा है,
ਤੂੰ ਪਰਮੇਸ਼ਵਰ ਤੇ ਉਮੀਦ ਰੱਖ, ਮੈਂ ਫਿਰ ਉਸ ਤੋਂ ਮਿਲੀ ਮੁਕਤੀ ਲਈ ਉਸ ਦੀ ਮਹਿਮਾ ਕਰਾਂਗਾ। ਉਸਨੇ ਕਿਹਾ, ਪ੍ਰਭੂ ਦੇ ਤੂੰ ਘਬਰਾ ਨਾ, ਤੂੰ ਪ੍ਰਭੂ ਤੇ ਉਮੀਦ ਰੱਖ ਜੋ ਸਾਡਾ ਜ਼ਿੰਦਾ ਖੁਦਾ ਬਾਪ ਹੈ। ਉਸਦੇ ਉੱਤੇ ਮੈਂ ਉਮੀਦ ਰੱਖਦਾ ਹਾਂ। ਮੇਰਾ ਮਨ ਵਿਆਕੁਲ ਨਾ ਹੋਵੇ, ਪਰੇਸ਼ਾਨ ਨਾ ਹੋਵੇ, ਕਿਉਂਕਿ ਖੁਦਾਵੰਦ ਸਾਡੀ ਉਮੀਦ ਹੈ ਔਰ ਇੱਕ ਖੁਦਾ ਜਿੰਦਾ ਖੁਦਾ ਹੈ ਜਿਹੜੀ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਉਸਨੇ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਮੈਨੂੰ ਆਪਣੇ ਪ੍ਰਭੂ ਤੇ ਉਮੀਦ ਹੈ। ਆਪਣੇ ਮਨ ਦੇ ਨਾਲ ਉਹ ਇਹ ਗੱਲ ਕਰ ਰਿਹਾ ਹੈ ਕਿ ਤੂੰ ਪਰੇਸ਼ਾਨ ਨਾ ਹੋ, ਮੈਨੂੰ ਉਮੀਦ ਹੈ ਕਿ ਪ੍ਰਭੂ ਤੇਰੇ ਉੱਤੇ ਸਾਨੂੰ ਮਿਲੀ ਹੋਈ ਮੁਕਤੀ ਲਈ ਉਹ ਉਹ ਉਸਦੀ ਮਹਿਮਾ ਕਰੇਗਾ, ਕਿਉਂਕਿ ਉਹ ਪ੍ਰਭੂ ਦੇ ਗੀਤ ਗਾਉਂਦਾ ਵਜਾਉਂਦਾ ਔਰ ਉਸਦੀ ਮਹਿਮਾ ਕਰਦਾ। ਪਰ ਇਹ ਛੁਟਕਾਰੇ ਲਈ ਪ੍ਰਾਰਥਨਾ, ਕਿਉਂਕਿ ਉਹ ਪ੍ਰਭੂ ਦੇ ਅੱਗੇ ਆਪਣਾ ਦੁੱਖ ਔਰ ਆਪਣੀ ਜੋ ਉਸਦੀ ਮਨ ਦੀ ਇੱਛਾ ਸੀ ਉਹ ਉਸਦੇ ਅੱਗੇ ਰੱਖਦਾ ਹੈ। ਇਹ 5ਵੀਂ ਆਇਤ ਬਹੁਤ ਵਧੀਆ ਹੈ ਇਸ ਦੇ ਵਿੱਚ। Thank you, Auntie Jyoti. मैं दरखास्त करूंगी कि Pastor Eric ਸਾਡੇ ਨਾਲ ਆਪਣਾ ਰਿਫਲੈਕਸ਼ਨ ਸ਼ੇਅਰ ਕਰਨ ਇਸ ਜ਼ਬੂਰ ਦਾ। ਜ਼ਬੂਰ 43 ਚੋਂ ਮੈਨੂੰ ਜਿਹੜੀ ਆਇਤ ਜਿਹੜੀ ਘੜੀ ਮੁੜੀ ਮੇਰੇ ਅੱਗੇ ਉੱਭਰ ਕੇ ਆ ਰਹੀ ਹੈ ਨਾ, ਜਾਂ ਫਲਾਈ ਕਰਕੇ ਮੇਰੇ ਅੱਗੇ ਆ ਰਹੀ ਹੈ, ਜਾਂ ਹਾਈਲਾਈਟ ਹੋ ਰਹੀ ਹੈ, ਉਹ ਵੇ ਚੌਥੀ ਆਇਤ। ਉਹ ਵੇ कि अपने नूर और अपनी सच्चाई को भेज, वही मेरी राहबरी करे। ਸੋ ਅਸੀਂ ਇੱਥੇ ਪਤਾ ਹੈ ਨਵੀਂ ਜਗ੍ਹਾ ਕਿਤੇ ਜਾਣਾ ਨਾ, ਅਸੀਂ ਆਪਣੇ ਫੁੱਟ ਵੇਜ਼ ਦੇ ਉੱਤੇ ਜਾਂ ਗੂਗਲ ਮੈਪ ਦੇ ਉੱਤੇ ਠੱਕ ਐਡਰੈਸ ਪਾਉਂਦੇ ਆ ਤੇ ਉਹ ਸਾਨੂੰ ਘੁਮਾਉਂਦਾ ਲੈ ਜਾਂਦਾ ਜਿੱਥੇ ਜਾਣਾ ਹੋਇਆ, ਠੀਕ ਹੈ ਨਾ। ਤੇ ਮੈਂ ਕਦੀ ਕਦੀ ਸੋਚਦਾ ਵਾਂ ਕਿ ਅਗਰ ਜਿਹੜੇ ਦੌਰ 'ਚ ਉਹ ਨਹੀਂ ਸੀ, ਉਦੋਂ ਲੋਕਾਂ ਕੋਲ ਪੇਪਰ ਵਾਲੇ ਮੈਪ ਹੁੰਦੇ ਹਨ, ਠੀਕ ਹੈ ਨਾ। ਅੱਜ ਦੀ ਨਸਲ ਨੂੰ ਤੇ ਪੇਪਰ ਵਾਲਾ ਮੈਪ ਵੀ ਨਹੀਂ ਪੜ੍ਹਨਾ ਆਉਣਾ, ਠੀਕ ਹੈ ਨਾ, ਕਿ ਉਹ ਮੈਪ ਕਿਵੇਂ ਵੇਖਣਾ, ਕਿਉਂਕਿ ਅਸੀਂ ਇੰਨੇ ਆਦੀ ਹੋ ਗਏ ਇੰਟਰਨੈਟ ਦੀਆਂ ਚੀਜ਼ਾਂ ਦੇ ਕਿ ਠੱਕ ਹਰ ਚੀਜ਼ ਫਟਾਫਟ ਆ ਜਾਏ। ਤੇ ਮੈਂ ਸੋਚਣਾ ਵਾਂ ਕਿ ਜਿਸ ਦੌਰ 'ਚ ਮੈਪ ਵੀ ਨਹੀਂ ਹਨ ਔਰ ਕੁਝ ਵੀ ਨਹੀਂ ਸੀ, ਜ਼ਬੂਰ ਨੂੰ ਵੀ ਆਪਣੇ ਨੈਵੀਗੇਸ਼ਨ ਵਾਸਤੇ, ਆਪਣੇ ਸਪਿਰਿਚੁਅਲ ਨੈਵੀਗੇਸ਼ਨ ਵਾਸਤੇ ਉਹ ਨੇਰੇ ਦੇ ਵਿੱਚ ਖੁਦਾ ਕੋ ਕੀ ਮੰਗਦਾ ਵੇ, ਆਪਣੇ ਨੂਰ ਨੂੰ ਔਰ ਆਪਣੀ ਸੱਚਾਈ। ਜੀ ਸਾਨੂੰ ਵੀ ਅੱਜ ਦੇ ਦੌਰ ਦੇ ਵਿੱਚ ਜਿਹੜਾ ਵੇ ਨਾ, ਸਾਨੂੰ ਖੁਦਾ ਕੋਲੋਂ ਇਹ ਨੂਰ ਔਰ ਸੱਚਾਈ ਮੰਗਣਾ ਚਾਹੀਦਾ ਹੈ, ਤਾਂ ਕਿ ਅਸੀਂ ਖੁਦਾ ਦੇ ਕੋਹੇ ਮੁਕੱਦਸ ਔਰ ਖੁਦਾ ਦੇ ਮਸਕਨਾਂ ਤੱਕ ਆਣਾ, ਅਸੀਂ ਪਹੁੰਚ ਕੇ ਤੇ ਖੁਦਾ ਦੇ ਮਜ਼ਬੇ ਤੇ ਆਪਣੀਆਂ ਜਿਹੜੀਆਂ ਆਫਰਿੰਗ ਨੇ, ਆਪਣੀਆਂ ਕੁਰਬਾਨੀਆਂ ਨੇ, ਉਹ ਅਸੀਂ ਪੇਸ਼ ਕਰ ਸਕੀਏ। So that is powerful. Thank you, Pastor G. ਹੁਣ ਅਸੀਂ ਅਗਲੇ ਜ਼ਬੂਰ ਵਿੱਚ ਜਾਵਾਂਗੇ, ਜ਼ਬੂਰ 44 ਵਿੱਚ। ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਡੇ ਨਾਲ ਸ਼ੇਅਰ ਕਰਨ ਜੋ ਵੀ ਉਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ, ਜੋ ਵੀ ਉਹ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨਾ ਚਾਹਣ। ਇਹਦੇ ਵਿੱਚ ਇੱਕ ਤਾਂ 44 ਜ਼ਬੂਰ ਦੀ 6 ਤੇ 7 ਆਇਤ ਜਿਹੜੀ ਆ, ਉਹਦੇ 'ਚ what do you trust only God is trustworthy, he will never let you down। ਜੇ ਅਸੀਂ ਆਪਣੇ ਖੁਦਾ ਦੇ ਉੱਤੇ ਵਿਸ਼ਵਾਸ ਕਰਾਂਗੇ ਤਾਂ ਸਾਨੂੰ ਕਦੀ ਵੀ ਮਤਲਬ ਕਿ ਥੱਲੇ ਨਹੀਂ ਜਾਣ ਦੇਗਾ। ਦੁਸ਼ਮਣਾਂ ਦੇ ਅੱਗੇ ਵੀ ਹੈ, ਜਦੋਂ ਤੁਸੀਂ ਉਹਦੇ ਅੱਗੇ ਪ੍ਰੇਅਰ ਕਰੋਗੇ ਖੁਦਾ ਦੇ ਅੱਗੇ, ਉਹਨੂੰ ਆਪਣੇ ਆਪ ਨੂੰ ਤੁਸੀਂ ਖੁਦਾ ਨੂੰ ਦੇ ਦੋਗੇ। ਜਿਸ ਤਰ੍ਹਾਂ ਪਹਿਲਾਂ ਵੀ ਸਮੇਂ ਦੇ ਵਿੱਚ ਲੋਕ ਲੜਾਈ ਲੜਨ ਤੋਂ ਪਹਿਲਾਂ ਵੀ ਉਹ ਆਪਣੇ ਖੁਦਾ ਨੂੰ ਯਾਦ ਕਰਦੇ ਸੀ ਤੇ ਤੁਰੀ ਵਜਾਉਂਦੇ ਸੀ ਤੇ ਜਿੱਤਦੇ ਸੀ, ਤੇ ਉਦੋਂ ਵੀ ਖੁਦਾ ਦਾ ਸ਼ੁਕਰ ਅਦਾ ਕਰਦੇ ਸੀ। ਸੋ ਇਸ ਤਰ੍ਹਾਂ ਵਾ ਜਦੋਂ ਤੱਕ ਅਸੀਂ ਆਪਣੇ ਖੁਦਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਉਹਦੇ ਨਾਲ ਨਹੀਂ ਆ, ਉਹ ਸਾਨੂੰ ਕਦੀ ਵੀ ਥੱਲੇ ਨਹੀਂ ਜਾਣ ਦੇਗਾ। ਥੈਂਕ ਯੂ ਅੰਕਲ ਜੀ। ਮੈਂ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਆਪਣਾ ਰਿਫਲੈਕਸ਼ਨ ਸਾਡੇ ਸਾਰਿਆਂ ਨਾਲ ਸ਼ੇਅਰ ਕਰੇ। ਹਾਂਜੀ, ਜ਼ਬੂਰ 44 ਹੈ ਜਿਹੜਾ, ਇਹ ਉਸਨੇ ਕੋਰਾ ਨਬੀ ਨੇ ਸੁਰੱਖਿਆ ਦੇ ਲਈ ਪ੍ਰਾਰਥਨਾ ਇਹਦੇ ਵਿੱਚ ਹੈ, ਉਸਨੇ ਆਪਣੀ ਸੁਰੱਖਿਆ ਦੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਇਸ ਦੀ ਪਹਿਲੀ ਆਇਤ ਬਹੁਤ ਵਧੀਆ ਹੈ। ਉਸ ਵਿੱਚ ਲਿਖਿਆ ਹੈ, ਹੇ ਪਰਮੇਸ਼ਵਰ, ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ ਕਿ ਤੂੰ ਪ੍ਰਾਚੀਨ ਕਾਲ ਵਿੱਚ ਕਿੰਨੇ ਮਹਾਨ ਕੰਮ ਕੀਤੇ ਹਨ। ਸਾਡੇ ਪੁਰਖਿਆਂ ਨੇ ਆਪ ਸਾਨੂੰ ਇਹ ਦੱਸਿਆ ਕਿ ਤੂੰ ਉਹਨਾਂ ਦੇ ਸਮੇਂ ਵਿੱਚ ਕੀ ਕੀਤਾ। ਇਹ ਉਸ ਟਾਈਮ ਦੀ ਉਹ ਗੱਲ ਦੱਸ ਰਿਹਾ ਜਦੋਂ ਮੂਸਾ ਦੇ ਨਾਲ ਪ੍ਰਭੂ ਗੱਲਬਾਤ ਕਰਦਾ ਸੀ ਔਰ ਉਸਨੇ ਆਪਣੇ ਲੋਕਾਂ ਨੂੰ ਮਿਸਰ ਜਦੋਂ ਕੱਢ ਕੇ ਲੈ ਕੇ ਆਏ, ਉਹ ਕਿੰਨੀ ਸੁਰੱਖਿਆ ਦੇ ਨਾਲ ਉਸਨੇ ਉਸ ਜਗ੍ਹਾ ਦੇ ਉੱਤੇ ਪਹੁੰਚਾਇਆ ਜਿਸ ਜਗ੍ਹਾ ਦਾ ਪ੍ਰਭੂ ਨੇ ਮੂਸਾ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ। ਔਰ ਉਸਨੂੰ ਵਿਸ਼ਵਾਸ ਹੈ ਕਿ ਤੁਸੀਂ ਉਸ ਟਾਈਮ ਪ੍ਰਭੂ ਨੂੰ ਦੱਸਿਆ ਕਿ ਉਸ ਟਾਈਮ ਤੁਸੀਂ ਉਹਨਾਂ ਦੀ ਸੁਰੱਖਿਆ ਕੀਤੀ, ਉਹਨਾਂ ਦੇ ਸਾਰੇ ਕੰਮ ਕੀਤੇ, ਉਹਨਾਂ ਦੇ ਅੱਗੇ ਚੱਲਣੇ, ਔਰ ਤੁਸੀਂ ਮੇਰੇ ਲਈ ਵੀ ਉਹ ਸਭ ਕੁਝ ਕਰੋਗੇ। ਉਸਨੂੰ ਉਮੀਦ ਹੈ ਇਸ ਚੀਜ਼ ਦੀ। ਥੈਂਕ ਯੂ ਆਂਟੀ ਜੋਤੀ। ਮੈਂ ਇਨਵਾਈਟ ਕਰਦੀ ਹਾਂ ਕਿ ਪਾਸਟਰ ਐਰਿਕ ਸਾਡੇ ਨਾਲ ਆਪਣੇ ਰਿਫਲੈਕਸ਼ਨ ਸ਼ੇਅਰ ਕਰਨ ਜੋ ਵੀ ਉਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ। ਹਾਂਜੀ, ਥੈਂਕ ਯੂ ਵੈਰੀ ਮਚ। ਔਰ ਜ਼ਬੂਰ 44 ਜਿਹੜਾ ਵੇ ਇਸ ਲਿਹਾਜ਼ ਸੇ ਬੜਾ ਅਹਿਮ ਹੈ ਕਿ ਜਿਵੇਂ ਅਸਾਂ ਪਹਿਲਾਂ ਵੀ ਜ਼ਿਕਰ ਕੀਤਾ ਵੇ ਕਿ ਜ਼ਬੂਰ ਨੰਬਰ 42 ਜਿਹੜਾ ਦੂਸਰੀ ਕਿਤਾਬ ਹੈ। ਪਹਿਲੀਆਂ 3 ਕਿਤਾਬਾਂ ਜ਼ਬੂਰਾਂ ਜਿਹੜੀ ਨਾ ਲੈਮੈਂਟ ਹੈ, ਮਾਤਮ ਹੈ, ਨੂਹਾ ਵੇ, ਪੁਕਾਰ ਹੈ, ਪ੍ਰੋਟੈਸਟ ਹੈ ਖੁਦਾ। ਜ਼ਬੂਰ 44 ਵੀ ਪ੍ਰੋਟੈਸਟ ਹੈ। ਲੇਕਿਨ ਜਿਹੜਾ ਮੈਨੂੰ ਇੱਕ ਬੜੀ ਅੱਛੀ ਗੱਲ ਲੱਗਦੀ ਹੈ ਇਹਨਾਂ ਜ਼ਬੂਰਾਂ ਦੇ ਵਿੱਚ, ਭਾਵੇਂ ਉਹ ਲੈਮੈਂਟ ਹੈ ਜਾਂ ਪ੍ਰੋਟੈਸਟ ਹੈ ਜਾਂ ਆਹੋ ਨਾਲਾ ਵੇ,
ਜਿਹੜਾ ਜ਼ਬੂਰ ਨਵੀਸ ਸੀ ਉਹ ਸਾਨੂੰ ਇਹ ਸਿਖਾਉਂਦਾ ਵੇ ਕਿ ਸਾਡੇ ਹਾਲਾਤ ਜਿਵੇਂ ਅਸੀਂ ਕੋਵਿਡ-19 ਵਿੱਚੋਂ ਗੁਜ਼ਰੇ ਹਾਂ, ਪੈਂਡੈਮਿਕ ਦੇ ਵਿੱਚੋਂ ਗੁਜ਼ਰੇ ਹਾਂ, ਹੋਰ ਵੀ ਅਸੀਂ ਬੜੇ ਮਸਲਿਆਂ ਦੇ ਵਿੱਚੋਂ ਲੰਘਨੇ ਆ, ਲੇਕਿਨ ਜਿਹੜਾ ਉਹਦਾ ਟੋਟਲ ਡਿਪੈਂਡੈਂਸ ਜਿਹੜੀ ਹੈ ਨਾ ਉਹ ਖੁਦਾ ਦੇ ਉੱਤੇ ਵੇ। ਮਤਲਬ ਉਹ ਆਪਣੇ ਆਪ ਤੇ ਨਹੀਂ, ਆਪਣੇ ਹਿਕਮਤ ਤੇ ਨਹੀਂ, ਆਪਣੇ ਵਸਾਇਲ ਤੇ ਨਹੀਂ, ਆਪਣੇ ਬੈਂਕ ਬੈਲੈਂਸ ਤੇ ਨਹੀਂ, ਆਪਣੇ ਸਕਿੱਲਸ ਤੇ ਨਹੀਂ, ਆਪਣੇ ਵਸਾਇਲ ਤੇ ਨਹੀਂ, ਬਲਕਿ ਉਹਦਾ ਟੋਟਲ ਭਰੋਸਾ ਜਿਹੜਾ ਵੇ ਨਾ ਉਹ ਖੁਦਾ ਦੀ ਜ਼ਾਤ ਤੇ ਵੇ। ਸੋ ਇਹ ਸਾਨੂੰ ਸਿਖਾਉਂਦਾ ਵੇ ਕਿ ਅਸੀਂ ਭਾਵੇਂ ਕਿਸੇ ਵੀ ਹਾਲਾਤ 'ਚ ਗੁਜ਼ਰਦੇ ਹੋਈਏ, ਸਾਨੂੰ ਖੁਦਾ ਦੇ ਉੱਤੇ ਕੀ ਰੱਖਣਾ ਚਾਹੀਦਾ ਹੈ? ਭਰੋਸਾ ਰੱਖਣਾ ਚਾਹੀਦਾ ਵੇ, ਖੁਦਾ ਤੇ ਈਮਾਨ ਰੱਖਣਾ ਚਾਹੀਦਾ ਵੇ। ਔਰ ਇਹਦੀ ਜਿਹੜੀ ਆਖਰੀ ਆਇਤ ਹੈ ਨਾ ਉਹ ਮੈਨੂੰ ਬੜਾ ਰਿਜੋ ਕਰਦੀ ਹੈ ਕਿ ਆਂਦਾ ਹਮਾਰੀ मदद के लिए उठ और अपनी शफकत की खातिर हमारा फिदिया दे, यानी साडी पेमेंट कर दे ताकि ਅਸੀਂ फ्री हो जाइए, ਅਸੀਂ आजाद हो जाइए। so that's the basic idea। Thank you, Pastor Ji. ਹੁਣ ਅਸੀਂ ਅਗਲੇ ਜ਼ਬੂਰ ਵਿੱਚ ਜਾਵਾਂਗੇ, ਜ਼ਬੂਰ 45, ਐ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਡੇ ਨਾਲ ਸ਼ੇਅਰ ਕਰਨ ਜੋ ਵੀ ਉਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ, ਆਪਣਾ ਰਿਫਲੈਕਸ਼ਨ ਦੇਣ। ਇਹਦੇ ਵਿੱਚ ਜਿਹੜਾ ਇੱਕ ਮੇਨ ਚੀਜ਼ ਆ ਉਹ ਕਹਿੰਦੇ ਵੀ ਇਹ ਜ਼ਬੂਰ ਜਿਹੜਾ ਨਾ ਜਿੱਦਾਂ ਕਿਸੇ ਸ਼ਾਦੀ ਦੇ ਉੱਤੇ ਜਾਂ ਬਾਦਸ਼ਾਹ ਦੀ ਸ਼ਾਦੀ ਜਦੋਂ ਡੇਵਿਡ ਦੀ ਹੋਈ ਹੈ ਉਹਦੇ ਉੱਤੇ ਲੋਕੇਸ਼ਨ ਦੇ ਉੱਤੇ ਇਹ ਵੈਡਿੰਗ ਜਿਹੜਾ Song ਲਿਖਿਆ ਗਿਆ। This psalm written for an historic occasion. It is also seen as a prophecy about Jesus. Jesus ਦੇ ਉੱਤੇ ਵੀ ਹੈ and his bride। ਜਿਸ ਤਰ੍ਹਾਂ ਚਰਚ ਜਿਹੜੀ ਆ ਉਹ ਸਾਡਾ ਦੁਲਹਾ ਵਾ, ਅਸੀਂ ਉਸ ਦੀਆਂ ਦੁਲਹਨ ਆ, ਅਸੀਂ ਉਸ ਦੀ ਦੁਲਹਨ। ਸੋ ਇਸ ਚੀਜ਼ ਨੂੰ ਵੀ ਮਤਲਬ ਕਿ ਉਹ ਜ਼ਾਹਿਰ ਕਰਦਾ ਹੈ ਇਸ ਉੱਤੇ ਜਿਹੜਾ ਸਾਮਿਸਟ ਹੈ। Who will praise him throughout all generations? This psalm is Messianic psalm because it prophetically describes the future relationship to the church. So that's it. Thank you, Uncle Ji. ਮੈਂ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਸਾਡੇ ਨਾਲ ਸ਼ੇਅਰ ਕਰਨ ਜੋ ਇਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ, ਆਪਣਾ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ। ਹਾਂਜੀ, ਜ਼ਬੂਰ 45 ਦੀ ਜਿਹੜੀ ਪਹਿਲੀ ਆਇਤ ਹੈ ਇਸ ਵਿੱਚ ਇਹ ਇੱਕ ਸ਼ਾਹੀ ਪ੍ਰੇਮ ਗੀਤ ਹੈ, ਇਸ ਲਈ ਉਸਨੇ ਆਪਣੇ ਮਨ ਦੇ ਵਿਚਾਰ ਪ੍ਰਭੂ ਦੇ ਅੱਗੇ ਰੱਖੇ ਆ। ਇਸ ਵਿੱਚ ਉਸਨੇ ਕਿਹਾ ਹੈ, ਮੇਰੇ ਮਨ ਵਿੱਚ ਸੁੰਦਰ ਵਿਚਾਰ ਉੱਠ ਰਹੇ ਹਨ, ਮੈਂ ਰਾਜਾ ਦੇ ਲਈ ਗਾਵਾਂਗਾ, ਮੇਰੇ ਬੋਲ ਇੱਕ ਕਵੀ ਦੇ ਹਨ ਜੋ ਨਿਕਲਣ ਲਈ ਤਿਆਰ ਹਨ। ਉਹ ਇੱਕ ਕਵੀ ਦੇ ਵਾਂਗੂ ਆਪਣੇ ਪਰਮੇਸ਼ਵਰ ਦੀ ਉਹ ਵਡਿਆਈ ਕਰਦਾ ਹੈ, ਇੱਕ ਉਸਦੀ ਸੁੰਦਰਤਾ ਦੀ ਉਹ ਗੱਲ ਕਰ ਰਿਹਾ। ਉਸਨੇ ਆਪਣੇ ਵਿਚਾਰ ਪ੍ਰਭੂ ਦੇ ਅੱਗੇ ਰੱਖਿਆ ਕਿ ਪ੍ਰਭੂ ਮੇਰਾ ਮਨ ਜਿਹੜਾ ਹੈ ਕਿ ਮੇਰਾ ਦਿਲ ਕਰਦਾ ਕਿ ਮੈਂ ਤੇਰੇ ਲਈ ਚੰਗੇ ਚੰਗੇ ਭਜਨ ਗਾਵਾਂ, ਮੈਂ ਤੇਰੇ ਲਈ ਚੰਗੇ ਚੰਗੇ ਗੀਤ ਗਾਵਾਂ, ਔਰ ਮੈਂ ਗਾਉਣ ਵਜਾਉਣ ਦੇ ਨਾਲ ਔਰ ਤੇਰੀ ਪ੍ਰਸਤਿਸ਼ ਕਰਨ ਦੇ ਨਾਲ, ਤੇਰੀ ਵਡਿਆਈ ਕਰਨ ਦੇ ਨਾਲ, ਤੇਰੇ ਨਾਲ ਮੈਂ ਆਪਣੇ ਮੈਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂ। ਔਰ ਦੂਸਰੀ ਆਇਤ ਜਿਹੜੀ ਹੈ, ਤੂੰ ਸਭ ਮਨੁੱਖਾਂ ਵਿੱਚੋਂ ਸੁੰਦਰ ਹੈ। ਉਸਨੇ ਬਹੁਤ ਵੱਡਾ ਦਰਜਾ ਖੁਦਾਵੰਦ ਦੇ ਲਈ ਦਿੱਤਾ ਹੈ ਕਿ ਪ੍ਰਭੂ ਤੂੰ ਸਭ ਦੇ ਵਿੱਚੋਂ ਮਹਾਨ ਹੈ ਔਰ ਸੁੰਦਰ ਹੈ। ਇਹ ਪਹਿਲੀ ਆਇਤ ਮੈਨੂੰ ਬਹੁਤ ਚੰਗੀ ਲੱਗੀ ਇਸ ਦੇ ਵਿੱਚ। ਥੈਂਕ ਯੂ ਆਂਟੀ ਜੋਤੀ। ਮੈਂ ਦਰਖਾਸਤ ਕਰਾਂਗੀ ਕਿ ਪਾਸਟਰ ਐਰਿਕ ਜੀ ਸਾਡੇ ਨਾਲ ਆਪਣਾ ਰਿਫਲੈਕਸ਼ਨ ਦੇਣ, ਬਟ ਰਿਫਲੈਕਸ਼ਨ ਦੇਣ ਤੋਂ ਪਹਿਲਾਂ ਸਾਡੇ ਨਾਲ ਥੋੜ੍ਹੇ ਜਿਹੇ ਇਸ ਜ਼ਬੂਰ ਦਾ ਧੁਨ ਸਾਡੇ ਨਾਲ ਸ਼ੇਅਰ ਕਰਨ, ਥੋੜ੍ਹਾ ਜਿਹਾ ਗਾ ਕੇ ਸਾਨੂੰ ਸੁਣਾਉਣ। ਹਾਂਜੀ, ਥੈਂਕ ਯੂ ਵੈਰੀ ਮਚ ਐਂਜਲ। ਚੂੰਕਿ ਮੈਂ ਸਿੰਗਰ ਨਹੀਂ ਆ, ਨਾ ਮੇਰੀ ਡੀ ਅੱਛੀ ਆਵਾਜ਼ ਹੈ, ਲੇਕਿਨ ਮੈਂ ਕੋਸ਼ਿਸ਼ ਕਰਨਾ ਵਾ ਕਿ ਅਸੀਂ ਇਹਨੂੰ ਗਾ ਸਕੀਏ। ਲੇਕਿਨ ਜਿਵੇਂ ਤੁਹਾਨੂੰ ਵੇਖਿਆ ਕਿ ਜ਼ਬੂਰ 42 ਦੀ ਧੁਨ ਸਾਡੇ ਕੋਲ ਮੌਜੂਦ ਸੀ, ਜ਼ਬੂਰ 43 ਔਰ ਜ਼ਬੂਰ 44 ਦੀ ਵੀ ਧੁਨਾਂ ਮੌਜੂਦ ਨੇ, ਲੇਕਿਨ ਚੂੰਕਿ ਸਾਡੇ ਕੋਲ ਉਹਦੀ ਧੁਨ ਰਿਕਾਰਡਡ ਨਹੀਂ ਹੈ, ਸਾਨੂੰ ਯਾਦ ਨਹੀਂ ਹੈ। ਅਸੀਂ ਅਨਕਰੀਬ ਤੁਹਾਡੇ ਨਾਲ ਖੁਸ਼ਖਬਰੀ ਇੱਕ ਸ਼ੇਅਰ ਕਰਾਂਗੇ ਕਿ ਸਾਡੇ ਕੋਲ ਜ਼ਬੂਰਾਂ ਦੀਆਂ ਸਾਰੀਆਂ 150 ਧੁਨਾਂ ਸਾਡੇ ਕੋਲ ਵੈਸਟਰਨ ਮਿਊਜ਼ਿਕ ਨੋਟੇਸ਼ਨ ਵਿੱਚ ਅਨਕਰੀਬ ਡਿਜੀਟਾਈਜ਼ ਹੋਣ ਵਾਲੀਆਂ ਨੇ, ਔਰ ਅਸੀਂ ਤੁਹਾਡਾ ਜ਼ਰੂਰ ਅਨਕਰੀਬ ਇਹਦੇ ਤੇ ਇੱਕ ਸਪੈਸ਼ਲ ਪ੍ਰੋਗਰਾਮ ਕਰਾਂਗੇ ਰਲ ਕੇ। ਲੇਕਿਨ ਜ਼ਬੂਰ 45 ਜਿਹੜਾ ਵੇ ਅਸੀਂ ਇਹਦੇ ਤੇ ਟਿਊਨ ਬੜੀ ਮਸ਼ਹੂਰ ਹੈ, ਸਾਰੇ ਲੋਕਾਂ ਨੂੰ ਮੋਸਟਲੀ ਹੁੰਦੀ ਹੈ। ਚੂੰਕਿ ਪਾਦਰੀ ਹੁੰਦੇ ਆ, ਮੈਂ ਬੜੇ ਨਕਾਹ ਪੜਾਏ ਨੇ 20 ਸਾਲਾਂ 'ਚ, ਔਰ ਮੋਸਟਲੀ ਹਰ ਨਕਾਹ ਉੱਤੇ ਬੜਾ ਗਾਇਆ ਜਾਂਦਾ ਸੀ। ਸੋ ਇਸ ਲਈ ਜਿਹੜਾ ਵੇ ਨਾ ਮੋਸਟਲੀ ਇੱਕ ਤਰ੍ਹਾਂ ਲਿਟਰਜੀਕਲ ਸਾਮ ਜਿਹੜਾ ਵਿਆਹਾਂ ਤੇ ਗਾਇਆ ਜਾਂਦਾ ਸ਼ਾਦੀ। ਜ਼ਬੂਰ ਦੀ ਟਿਊਨ ਇੰਜ, ਜਿਹਨਾਂ ਨੂੰ ਅੰਦਰ ਰਲ ਕੇ ਗਾਓ ਸਾਡੇ ਨਾਲ। ਸੁਣੇ ਬੇਟੀ ਤੂੰ ਮੈਂ ਸੋਚਦੀ ਆਪਣਾ ਆਪਣੇ ਪਿਓ ਤੇ ਆਪਣੀ ਕੌਮ ਦਾ ਦਿਲ ਤੂੰ ਕੋਲਾ ਦੇ, ਕਿਉਂ ਜੋ ਬਾਦਸ਼ਾਹ ਆਸ਼ਿਕ ਹੋਵੇ ਤੇਰੀ ਖੁਸ਼ ਜਮਾਲੀ ਦਾ, ਉਹਦੇ ਅੱਗੇ ਸਜਦਾ ਤੂੰ, ਉਹ ਤੇਰਾ ਹੈ ਖੁਦਾ। ਸੋ ਅਸੀਂ ਵੇਖਦੇ ਹਾਂ ਕਿ ਜ਼ਬੂਰ ਜਿਹੜਾ ਨਾ ਹੈ ਸ਼ਾਮ ਦਾ,
ਔਰ ਅੰਕਲ ਜੋਸ਼ੂਆ ਨੇ ਜ਼ਿਕਰ ਕੀਤਾ ਕਿ ਦਾਊਦ ਦੀ ਸ਼ਾਦੀ ਗੋ ਦਾਊਦ ਨੇ ਬੜੇ ਵਿਆਹ ਕੀਤੇ ਹਨ ਔਰ ਉਹਨਾਂ ਧੋਖੇ ਵੀ ਬੜੇ ਹੋ ਗਏ ਔਰ ਤੁਹਾਨੂੰ ਪਤਾ ਉਸ ਦੌਰ 'ਚ ਬਾਦਸ਼ਾਹ ਜਾਂ ਸ਼ੇਖ ਜਿਹੜੇ ਹੁੰਦੇ ਹਨ ਇੱਕ ਇੱਕ ਛੱਡ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਿਆਹ ਹੁੰਦੇ ਹਨ ਉਹਨਾਂ ਦੇ ਔਰ ਉਹ ਅਫੋਰਡ ਵੀ ਕਰ ਸਕਦੇ ਸਾਡੇ ਵਰਗੇ ਥੋੜੀ ਹਨ ਇੱਕੋ ਰੱਖ ਕੇ ਸਾਰੀ ਜ਼ਿੰਦਗੀ ਬਹਿ ਰਹੇ ਤੇ ਐਨੀਵੇ ਆਮ ਜਸਟ ਕਿਡਿੰਗ ਸੋ ਮਕਸਦ ਹੈ ਵੀ ਕਹਿੰਦਾ ਕਿ ਖੁਦਾ ਨੇ ਸਾਨੂੰ ਜਿਹੜਾ ਜ਼ਬੂਰ ਦਿੱਤਾ ਵੇ ਇਹਦੇ ਵਿੱਚੋਂ ਜਿਹੜੀ ਬੜੀ ਇੰਪੋਰਟੈਂਟ ਗੱਲ ਹੈ ਨਾ ਉਹ ਹੈ ਵੇ ਕਿ ਵੇਖੋ ਸ਼ਾਦੀ ਜਾਂ ਖਾਨਦਾਨ ਜਾਂ ਫੈਮਿਲੀ ਜਿਹੜੀ ਹੈ ਜਿਹੜੇ ਲੋਕ ਖੁਦਾ ਦੇ ਲੋਕ ਹੁੰਦੇ ਨੇ ਕਿੰਗਡਮ ਮਾਈਂਡਡ ਜਿਹੜੇ ਹੁੰਦੇ ਨੇ ਨਾ ਉਹਨਾਂ ਵਾਸਤੇ ਖੁਦਾ ਨੇ ਜਿਹੜਾ ਫੈਮਿਲੀ ਸ਼ਾਦੀ ਜਿਹੜੀ ਹੈ ਨਾ ਉਹ ਸਿਰਫ ਉਹਨਾਂ ਵਾਸਤੇ ਨਹੀਂ ਹੈ that is not only for a carnal or sexual relationship that is more deep ਕਿਉਂਕਿ ਬਨੀ ਇਸਰਾਇਲ ਦੀਆਂ ਬਾਗੇ ਅਦਨ ਦੇ ਵਿੱਚ ਸ਼ਾਦੀ ਦਾ ਜਿਹੜਾ ਆਈਡੀਆ ਵੇ ਉਹ ਖੁਦਾ ਦਾ ਵੇ ਖੁਦਾ ਲੈ ਕੇ ਆਇਆ ਸੀ ਹਵਾ ਨੂੰ ਬਣਾ ਕੇ ਸੋ ਖਾਨਦਾਨ ਦੀ ਬੁਨਿਆਦ ਖੁਦਾ ਨੇ ਰੱਖੀ ਹੈ ਸੋ ਇਸ ਲਈ ਜਿੰਨੇ ਚਿਰ ਤੱਕ ਖੁਦਾ ਸ਼ਾਮਲ ਨਾ ਹੋਵੇ ਔਰ ਖੁਦਾ ਸ਼ਾਮਲ ਹੁੰਦਾ ਵੇ ਤਾਂ ਕਿ ਖੁਦਾ ਦੀ ਬਾਦਸ਼ਾਹੀ ਨੂੰ ਅੱਗੇ ਵਧਾਇਆ ਜਾ ਸਕੇ ਔਰ ਉਹਦੇ ਲਈ ਜਿਹੜਾ ਜ਼ਬੂਰ ਦੀ ਆਖਰੀ ਆਇਤ ਨਾ ਜਿਹੜੀ ਉਹ ਵੇ 10ਵੀਂ ਆਇਤ ਜਿਹੜੀ 17ਵੀਂ ਆਇਤ ਜਿਹੜੀ ਹੈ ਨਾ ਉਹ ਇਸ ਲਈ ਮੈਨੂੰ ਬੜੀ ਅੱਛੀ ਲੱਗਦੀ ਹੈ ਕਿ ਬੀਇੰਗ ਅ ਮਿਸਿਓਲੋਜਿਸਟ ਔਰ ਮਿਸ਼ਨ ਦਾ ਤਾਲਿਬ ਇਲਮ ਹੁੰਦਿਆਂ ਆ ਮੈਨੂੰ ਇਹ ਗੱਲ ਬੜਾ ਇੰਪੋਰਟੈਂਟ ਲੱਗਦੀ ਹੈ ਕਿ ਅਸੀਂ ਜਿਹੜੀ ਸਾਡੀ ਬੈਟਨ ਹੈ ਖੁਦਾ ਦੇ ਕਲਾਮ ਦੀ ਜਾਂ ਈਮਾਨ ਦੀ ਉਹਨੂੰ ਅਸੀਂ ਅਗਲੀ ਨਸਲ ਦੇ ਹੱਥ 'ਚ ਕਿਵੇਂ ਪਹੁੰਚਾਈਏ ਠੀਕ ਹੈ ਔਰ ਇਹ ਜ਼ਬੂਰ ਸਾਨੂੰ ਯਾਦ ਦਵਾਉਂਦਾ ਵੇ ਇੱਥੇ ਲਿਖਿਆ ਵੇ ਕਿ ਤੇਰੇ ਬੇਟੇ ਤੇਰੇ ਬਾਪ ਦਾਦਾ के जानशीन होंगे जिनको तू तमाम रुए जमीन पर सरदार मुकर्रर करेगा मैं तेरे नाम की याद को नस्ल दर नस्ल क्या रखूंगा कायम रखूंगा द मेमोरी द हिस्ट्री हेरिटेज ਜਿਹੜੀ ਇਹ ਕਹਿੰਦਾ ਉਹਨੂੰ ਮੈਂ ਯਾਦ ਰੱਖਾਂਗਾ ਇਸ ਲਈ ਉਮतें तेरी क्या करेंगी शुक्रगुजारी करेंगी सो ਜਿਹੜੀ ਅਸੀਂ ਈਮਾਨ ਦੀ ਜਿਹੜੀ ਮਿਰਾਸ ਹੈ ਉਹ ਅਸੀਂ ਨੈਕਸਟ ਜਨਰੇਸ਼ਨ ਨੂੰ ਮਿਸ਼ਨ ਸਮਝ ਕੇ ਅੱਗੇ ਟ੍ਰਾਂਸਫਰ ਕਰਨੇ ਆ ਨਾ then it become ਜਿਹੜੀ ਨਾ ਯਾਦਗਾਰੀ ਨਾਂ ਦੀ ਜਿਹੜੀ ਹੈਰੀਟੇਜ ਹਮੇਸ਼ਾ ਕਾਇਮ ਰਹਿੰਦੀ ਹੈ ਸੋ that's the mission of the church and that's why we are here that's why we are doing all this program ਕਿ ਅਸੀਂ ਇਹਨੂੰ ਅਗਲੀ ਨਸਲ ਦੇ ਹੱਥਾਂ 'ਚ ਕੀ ਕਰ ਸਕੀਏ ਪਹੁੰਚਾ ਸਕੀਏ Thank you, Pastor Eric. Is reflection like ਅਸੀਂ ਹੁਣ ਆਪਣੇ ਅਗਲੇ ਜ਼ਬੂਰ ਵਿੱਚ ਜਾਵਾਂਗੇ Psalm 46 and ਮੈਂ ਅੰਕਲ ਜੋਸ਼ੂ ਨੂੰ ਦਰਖਾਸਤ ਕਰਾਂਗੀ ਕਿ ਉਹ ਆਪਣਾ ਰਿਫਲੈਕਸ਼ਨ ਆਪਣੇ ਜੋ ਥਾਟਸ ਹੈ ਸਾਡੇ ਨਾਲ ਸ਼ੇਅਰ ਕਰਨ ਅੰਕਲ ਜੀ ਇਹ ਜ਼ਬੂਰ ਤੁਹਾਂ ਗਾਣਾ ਵੀ ਹੈ ਹਾਂਜੀ 46 ਪਾਸਟਰ ਜੀ ਜੇ ਤੁਸੀਂ ਮੇਰੇ ਨਾਲ ਜਿਹੜਾ ਸ਼ੁਰੂ ਕਰੋ ਤੇ ਫਿਰ ਮੈਂ ਓਕੇ ਚਲੋ ਠੀਕ ਹੈ ਮੈਂ ਗਾਣਾ ਨਾਲ ਤੁਹਾਡੇ ਹਾਂਜੀ ਰੱਬ ਸਾਡਾ ਜ਼ੋਰ ਹੈ ਤੇ ਨਾਲ ਸਾਡੀ ਹੈ ਪਨਾਹ ਦੇ ਮਦਦ ਓ ਸਖਤੀਆਂ ਵਿੱਚ ਜਿਹੜਾ ਸਾਡਾ ਹੈ ਖੁਦਾ ਇਸ ਲਈ ਕੁਝ ਡਰ ਨਹੀਂ ਪਾਵੇਂ ਜ਼ਮੀਨ ਜਾਵੇ ਉਲਟ ਸਾਰੇ ਪਰਬਤ रुड़ के पावे विच समुंदर पैन जा हाँ जी 46 ਦੇ ਵਿੱਚ ਜਿਹੜੀ ਇੱਕ ਤੇ ਤੀਸਰੀ ਆਇਤ ਜਿਹੜੀ ਆ ਉਹਦੇ ਚ ਜਿਸ ਤਰ੍ਹਾਂ says that even if the world end we not fear writer expressed quite confidence in God's ability to save him. Bible is clear. God is our refuge even in the face of total destructions. He is not a temporary retreat. He is our eternal refuge and can provide strength in any circumstances. ਹਾਂਜੀ ਥੈਂਕ ਯੂ ਅੰਕਲ ਜੀ ਐਂਡ ਇਸੇ ਤਰ੍ਹਾਂ ਮੈਂ ਆਂਟੀ ਜੋਤੀ ਨੂੰ ਦਰਖਾਸਤ ਕਰਾਂਗੀ ਕਿ ਆਪਣਾ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ ਜੋ ਵੀ ਇਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ ਹਾਂਜੀ ਜ਼ਬੂਰ 46 ਹੈ ਜਿਹੜਾ ਇਸ ਦੀ ਪਹਿਲੀ ਤੇ ਦੂਸਰੀ ਆਇਤ ਬਹੁਤ ਵਧੀਆ ਆ ਇਸ ਵਿੱਚ ਉਸਨੇ ਇਹ ਪਰਮੇਸ਼ਰ ਦੇ ਲਈ ਉਸਨੇ ਆਪਣੀ ਬਲ ਪ੍ਰਭੂ ਨੂੰ ਕਿਹਾ ਹੈ ਕਿ ਮੇਰਾ ਪ੍ਰਭੂ ਬਲ ਹੈ ਇਸ ਦੇ ਵਿੱਚ ਉਸਨੇ ਦੇਖਿਆ ਪਰਮੇਸ਼ਰ ਸਾਡੀ ਓਟ ਅਤੇ ਬਲ ਹੈ ਉਹ ਦੁੱਖ ਸਮੇਂ ਸਾਡਾ ਵੱਡਾ ਸਹਾਇਕ ਹੈ ਉਸਨੇ ਲਿਖਿਆ ਕਿ ਜਦੋਂ ਸਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਖੁਦਾ ਸਾਡੀ ਮਦਦ ਕਰਦਾ ਹੈ ਉਸਨੇ ਆਪਣੀ ਪ੍ਰਾਰਥਨਾ ਪ੍ਰਭੂ ਦੇ ਅੱਗੇ ਜਦੋਂ ਅਸੀਂ ਕਰਦੇ ਹਾਂ ਤੇ ਪ੍ਰਭੂ ਸਾਡਾ ਹਮੇਸ਼ਾ ਕੀ ਬਣਦਾ ਹੈ ਉਹ ਸਾਡਾ ਬਲ ਬਣਦਾ ਹੈ ਸਾਡੀ ਹਿੰਮਤ ਬਣਦਾ ਹੈ ਔਰ ਇਸ ਲਈ ਅਸੀਂ ਨਹੀਂ ਡਰਾਂਗੇ ਉਸਨੇ ਕਿਹਾ ਮੈਂ ਡਰਾਂਗਾ ਨਹੀਂ ਬਲਕਿ ਮੈਂ ਪ੍ਰਭੂ ਦੇ ਵਿੱਚ ਵਧਾਂਗਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਾਂਗਾ ਇਸੇ ਤਰ੍ਹਾਂ ਸਾਨੂੰ ਵੀ ਅਸੀਂ ਕਿਸੇ ਵੀ ਸਥਿਤੀ ਵਿੱਚ ਹੋਈਏ ਕਿਸੇ ਵੀ ਤਰ੍ਹਾਂ ਹੋਈਏ ਸਾਨੂੰ ਕਦੀ ਵੀ ਡਰਨਾ ਨਹੀਂ ਚਾਹੀਦਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਚਾਹੇ ਕੁਝ ਵੀ ਹੋ ਜਾਏ ਕਿਉਂਕਿ ਪ੍ਰਭੂ
ਅਸੀਂ ਜੋ ਕਹਿੰਦੇ ਆ ਕਿ ਪ੍ਰਭੂ ਸਾਡੀ ਪ੍ਰਾਰਥਨਾ ਨਹੀਂ ਸੁਣਦਾ, ਨਹੀਂ, ਪਰ ਪ੍ਰਭੂ ਸੁਣਦਾ ਹੈ, ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੈ, ਜਿਸ ਤਰ੍ਹਾਂ ਬਾਈਬਲ 'ਚ ਵੀ ਲਿਖਿਆ ਆ ਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਹੈ। ਇਸੇ ਤਰ੍ਹਾਂ ਪ੍ਰਭੂ ਨੇ ਪ੍ਰਾਰਥਨਾ ਵੀ ਸਾਡੀ ਪ੍ਰਾਰਥਨਾ ਦਾ ਜ਼ਰੂਰ ਜਵਾਬ ਦਿੰਦੇ ਆ। ਇਸ ਲਈ ਉਸਨੇ ਪ੍ਰਭੂ ਨੂੰ ਕਿਹਾ ਹੈ ਕਿ ਮੈਂ ਡਰਾਂਗਾ ਨਹੀਂ, ਪ੍ਰਭੂ ਮੇਰਾ ਬਲ ਤੇ ਉੱਠ ਹੈ। ਇਸੇ ਤਰ੍ਹਾਂ ਸਾਡਾ ਵੀ ਖੁਦਾਵੰਦ ਸਾਡਾ ਸਹਾਇਕ ਹੈ, ਸਾਡੀ ਓਟ ਹੈ। ਥੈਂਕ ਯੂ। ਹਾਂਜੀ, ਥੈਂਕ ਯੂ ਆਂਟੀ ਜੋਤੀ। ਹੁਣ ਮੈਂ ਇਨਵਾਈਟ ਕਰਾਂਗੀ ਕਿ ਪਾਸਟਰ ਐਰਿਕ ਸਾਡੇ ਨਾਲ ਆਪਣਾ ਰਿਫਲੈਕਸ਼ਨ ਸ਼ੇਅਰ ਕਰਨ। ਅੱਛਾ, ਜ਼ਬੂਰ 46 ਬੜਾ ਮਸ਼ਹੂਰ ਔਰ ਬੜਾ ਸਾਡੇ ਪੰਜਾਬੀ ਜਿਹੜੇ ਲੋਕ ਨੇ ਗਾਉਣ ਵਾਲੇ, ਔਰ ਖਾਸ ਤੌਰ ਤੇ ਪੈਂਡੈਮਿਕ ਦੇ ਦਿਨਾਂ ਦੇ ਵਿੱਚ ਵੀ ਔਰ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਜ਼ਬੂਰ ਨੇ ਬੜੇ ਲੋਕਾਂ ਨੂੰ ਔਰ ਬੜੀ ਉਹਨਾਂ ਨੂੰ ਤਕਵੀਰ ਦਿੱਤੀ ਹੈ। ਲੇਕਿਨ ਇਸ ਟਾਈਮ ਮੈਨੂੰ ਇਹਦੀਆਂ ਜਿਹੜੀਆਂ 2 ਆਇਤਾਂ ਨੇ ਉਹ 7ਵੀਂ 11ਵੀਂ ਆਇਤ। ਅੱਛਾ, ਇਹ ਦੋਵੇਂ ਹੀ ਆਇਤਾਂ ਰਿਪੀਟ ਹੋਈਆਂ ਨੇ। ਦਿਲਚਸਪ ਗੱਲ ਹੈ, ਇੱਕ ਹੀ ਗੱਲ ਜਿਹੜੀ ਉਹਨੇ 2 ਵਾਰ ਰਿਪੀਟ ਕੀਤੀ ਹੈ। 7ਵੀਂ ਆਇਤ ਵਿੱਚ ਵੀ ਕਹਿੰਦਾ ਵੇ लश्करों का खुदावंद हमारे साथ है, याकूब का खुदा हमारी पनाह। फिर अगर 11वीं आयत कहता है लश्करों का खुदावंद हमारे साथ है, याकूब का खुदा हमारी की ये पनाह है। अच्छा, मजेदार दी गल है कि वो इत्थे सिंगुलर यूज नहीं करता, सिंगल पर्सन यूज नहीं करता, वो प्लूरल यूज करता, यानी अपनी कौम नु रिप्रेजेंट करता है, पूरे नेशन नु, पूरी कम्युनिटी नु। साडा यानी कहता मेरा, ठीक है, कह रहा है कि लश्करां दा खुदा साडी ये साडे नाल है। नंबर 1, नंबर 2 याकूब दा खुदा साडी पनाह है। अच्छा, याकूब दा खुदा क्यों पनाह में? वी ऑल नो जेकब स्टोरी। लेकिन जेड़ा मैं इंपॉर्टेंट चीज मैनूं इहदे लगदी होवे कि वो सेम खुदा जेड़ा लश्करां दा खुदा वे, ठीक है, जेड़ा याकूब दा खुदा सी, वो ना सिर्फ साडा भी खुदा वे बल्कि साडे भी नाल है, क्योंकि यीशु मसीह दे वसीले इमैनुअल यानी खुदा हमारे साथ। सो यीशु मसीह दे वसीले सेम गॉड, सेम खुदा जेड़ा सी वो मेरे और तुहाडे सारे दे नाल। That's the main issue. ਥੈਂਕ ਯੂ ਪਾਸਟਰ ਜੀ ਆਪਣਾ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ ਲਈ। ਮੈਂ ਹੁਣ ਤੁਹਾਨੂੰ ਦਰਖਾਸਤ ਕਰਾਂਗੀ, ਅਸੀਂ ਹੁਣ Psalm 47 ਵਿੱਚ ਜਾਵਾਂਗੇ ਐਂਡ ਅੰਕਲ ਜੋਸ਼ੂਆ ਸਾਡੇ ਨਾਲ ਸ਼ੇਅਰ ਕਰਨ ਆਪਣਾ ਰਿਫਲੈਕਸ਼ਨ ਐਂਡ ਜੋ ਵੀ ਇਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ। ਇਸ ਦੇ ਵਿੱਚ ਦੂਸਰੀ ਤੇ 9ਵੀਂ ਜਿਹੜੀ ਆਇਤ ਆ ਉਹਦੇ ਵਿੱਚ ਇਹ ਹੈ ਕਿ ਵੀ ਖੁਦਾ ਜਿਹੜਾ ਨਾ ਬੜਾ ਆਸਮ ਖੁਦਾ ਵਾ, ਹਾਈ ਮੋਸਟ। ਅਸੀਂ ਜੇ ਆਪਣੇ ਲਫ਼ਜ਼ਾਂ ਦੇ ਵਿੱਚ ਉਹਦੀ ਤਾਰੀਫ ਵੀ ਕਰਨ ਲੱਗੀ ਤੇ ਉਹ ਘੱਟ ਪੈਣਗੇ, ਮਗਰ ਇਹ ਹੈ ਵੀ ਅਸੀਂ ਜਿੰਨਾ ਵੀ ਜਾਣਦੇ ਹਾਂ ਤੇ ਦੂਸਰੇ ਲੋਕਾਂ ਨੂੰ ਜਿਹੜੇ ਨਹੀਂ ਜਾਣਦੇ ਉਸ ਦੇ ਬਾਰੇ 'ਚ ਜੇ ਅਸੀਂ ਦੱਸੀਏ ਤਾਂ ਉਹਦੇ ਵਿੱਚ ਉਹਦੇ ਖੁਦਾ ਦੀ ਹੋਰ ਜਿਹੜੀ ਆ ਇੱਜ਼ਤ ਤੇ ਵਡਿਆਈ ਉਸ ਦੇ ਨਾਂ ਤੇ ਮਿਲੇਗੀ। The one true God was sometimes called the God of Abraham. Time ਸੀ ਜਿਸ ਤਰ੍ਹਾਂ, ਪਰ ਇਹ ਵੀ ਖੁਦਾ ਜਿਹੜਾ all who believes in God, Jews or Gentile, thus the God of Abraham is our God too. ਥੈਂਕ ਯੂ ਅੰਕਲ ਜੀ ਸ਼ੇਅਰ ਕਰਨ ਲਈ। ਮੈਂ ਇਸੇ ਤਰ੍ਹਾਂ ਆਂਟੀ ਜੋਤੀ ਨੂੰ ਇਨਵਾਈਟ ਕਰਨੀ ਕਿ ਉਹ ਆਪਣਾ ਰਿਫਲੈਕਸ਼ਨ, ਆਪਣੇ ਖਿਆਲ ਸਾਡੇ ਨਾਲ ਸ਼ੇਅਰ ਕਰਨ। ਜ਼ਬੂਰ 47 ਜ਼ਬੂਰ ਜਿਹੜਾ ਆ ਇਹ ਉਸਨੇ ਜਿਹੜੀ ਇਹਦੀ ਪਹਿਲੀ ਆਇਤ ਆ ਉਹ ਇਸ ਲਈ ਇੱਕ ਵਰਸ਼ਿਪ ਦੇ ਤੌਰ ਤੇ ਇਹ ਜ਼ਬੂਰ ਲਿਖਿਆ ਗਿਆ ਹੈ। ਉਸਨੇ ਕਿਹਾ ਕਿ हे सब ਧਰਤੀ ਵਾਸੀਓ, ਤਾਲੀਆਂ ਵਜਾਓ, ਉੱਚੀਆਂ ਸੁਰਾਂ ਨਾਲ ਪਰਮੇਸ਼ਵਰ ਦੀ ਜੈ ਜੈਕਾਰ ਕਰੋ, ਕਿਉਂਕਿ ਪ੍ਰਭੂ ਅਤੀ ਮਹਾਨ ਅਤੇ ਭਿਅੰਕਰ ਹੈ। ਉਸਨੇ ਕਿਹਾ ਆਪਣੇ ਮਨਾਂ ਨੂੰ ਖੋਲੋ, ਉਸਦੇ ਲਈ ਵਰਸ਼ਿਪ ਕਰੋ, ਉਸਦੇ ਲਈ ਗੀਤ ਭਜਨ ਗਾ ਕੇ ਉਸਦੀ ਮਹਿਮਾ ਕਰੋ, ਉਸਦੀ ਜੈ ਜੈਕਾਰ ਕਰੋ ਤੇ ਤਾਲੀਆਂ ਵਜਾਉਂਦੇ ਹੋਏ ਖੁਸ਼ੀ ਦੇ ਨਾਲ ਉਸਦੇ ਘਰ ਵਿੱਚ ਜਾਓ, ਤਾਂ ਜੋ ਪ੍ਰਭੂ ਦੇ ਨਾਲ ਅਸੀਂ ਹਮੇਸ਼ਾ ਉਸਦੇ ਵਚਨ ਵਿੱਚ ਉਸਦੇ ਭਜਨਾਂ ਦੇ ਵਿੱਚ ਅੱਗੇ ਵਧੀਏ। ਕਿਉਂਕਿ ਭਜਨ ਅਸੀਂ ਬਹੁਤ ਘੱਟ ਪੜ੍ਹਦੇ ਹਾਂ, ਲੇਕਿਨ ਇਹ ਜੋ ਕੋਰਾ ਨਬੀ ਦੇ ਬਨੀ ਕੋਰਾ ਦੇ ਭਜਨ ਹੈ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਹੈ ਜੋ ਅਸੀਂ ਕਦੀ ਸ਼ੇਅਰ ਨਹੀਂ ਕੀਤੀਆਂ, ਲੇਕਿਨ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਉਸਨੇ ਰੱਖੀਆਂ ਪ੍ਰਭੂ ਦੇ ਉੱਤੇ। ਆਪਣੀ ਉਸਨੇ ਸ਼ਿਕਾਇਤਾਂ ਵੀ ਕੀਤੀਆਂ, ਉਸਨੇ ਪ੍ਰਭੂ ਦੇ ਅੱਗੇ ਆਪਣੀ ਪ੍ਰਾਰਥਨਾ ਵੀ ਰੱਖੀਆਂ, ਹਰ ਇੱਕ ਚੀਜ਼ ਉਸਨੇ ਇਸ ਦੇ ਵਿੱਚ ਲਈ ਹੈ। ਲੇਕਿਨ ਇਸਦਾ ਪਹਿਲੀ ਆਇਤ ਹੈ ਜਿਹੜੀ ਉਹ ਬਹੁਤ ਵਧੀਆ ਕਿ ਖੁਦਾ ਦੀ ਵਰਸ਼ਿਪ ਕਰੋ, ਖੁਦਾ ਦੇ ਨਾਮ ਨੂੰ ਜਲਾਲ ਦਿਓ ਔਰ ਖੁਸ਼ੀ ਦੇ ਨਾਲ ਉਸਦੇ ਘਰ ਵਿੱਚ ਜਾਓ ਔਰ ਖੁਸ਼ੀ ਨਾਲ ਉਸਦੀ ਮਹਿਮਾ ਕਰੋ। ਆਮੀਨ। ਥੈਂਕ ਯੂ ਆਂਟੀ ਜੋਤੀ। ਹੁਣ ਮੈਂ ਇਨਵਾਈਟ ਕਰਾਂਗੀ ਕਿ ਪਾਸਟਰ ਐਰਿਕ ਸਾਡੇ ਨਾਲ ਇਸ ਜ਼ਬੂਰ ਤੇ ਆਪਣਾ ਰਿਫਲੈਕਸ਼ਨ ਸ਼ੇਅਰ ਕਰਨ। ਓਕੇ ਜੀ, ਥੈਂਕ ਯੂ। ਐਸ ਜ਼ਬੂਰ 47 ਜਿਹੜਾ ਵੇ ਇਹਦੀ ਵੀ ਧੁਨ ਸਾਡੇ ਕੋਲ ਮੌਜੂਦ ਹੈ ਔਰ ਗਾਈ ਜਾਂਦੀ ਹੈ। ਜ਼ਬੂਰ 47 ਦੀ ਔਰ ਜ਼ਬੂਰ 85 ਦੀ ਜਿਹੜੀ ਟਿਊਨ ਹੈ ਉਹ ਸੇਮ ਹੈ। ਜਿਵੇਂ ਇਹਦਾ ਪੰਜਾਬੀ ਚ ਤਰਜਮਾ ਕੀਤਾ ਪਾਦਰੀ ਮਾਮੂਦ ਸ਼ਹਿਬਾਜ਼ ਸਾਹਿਬ ਨੇ, ਤਾਂ ਉਹਨਾਂ ਕਿਹਾ ਜੀ ਸਭ ਲੋਕੋ ਮੰਗੇ ਮਾਰੋ ਹੁਣ ਰਲ ਮਿਲ ਕਰੋ ਖੁਸ਼ੀ, ਆਪਣੇ ਖੁਦਾ ਦੇ ਅੱਗੇ
ਜਾਂ ਨਾਰੇ ਮਾਰੋ ਤੁਸੀਂ। ਸੋ ਇਹ ਟਿਊਨ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਜਿਹਨਾਂ ਨੂੰ ਆਉਂਦੀ ਹੈ ਉਹਨਾਂ ਨੂੰ ਆਉਂਦੀ ਹੈ ਤਾਂ ਉਹਨਾਂ ਨੂੰ ਗੁੰਗੁਨਾਉਣ, ਲੇਕਿਨ ਨਹੀਂ ਆਉਂਦੀ ਉਹ ਸਿੱਖ ਸਕਦੇ ਹੋ। ਸਭ ਲੋਕ ਮੰਗੇ ਮਾਰੋ ਰਲ ਮਿਲ ਕਰੋ अपने खुदा दे आगे जा नारे मारो So that's the same tune ਤੁਹਾਡੇ ਸਾਹਮਣੇ ਵੇ ਕਿ ਗਾਈ ਗਈ, ਲੇਕਿਨ ਮੇਰੇ ਨਜ਼ਦੀਕ ਐਜ਼ ਅ ਮਿਊਜ਼ੀਸ਼ੀਅਨ ਹੁੰਦਿਆਂ ਆ ਮੈਨੂੰ ਲੱਗਦਾ ਵੇ ਕਿ ਜਿਵੇਂ ਦੀ ਗੀਤ ਦਾ ਟੈਕਸਟ ਹੈ ਨਾ, ਟਿਊਨ ਇਨਸਾਫ ਨਹੀਂ ਕੀਤਾ, ਥੋੜੀ ਜੀ ਅਪਬੀਟ, ਥੋੜੀ ਜੀ ਮੇਜਰ ਔਰ ਥੋੜੀ ਜੀ ਜਿਹੜੀ ਨਾ ਜਿਵੇਂ ਨਾਰੇ ਮਾਰ ਕੇ ਔਰ ਜਿਹੜਾ ਨਾ ਲਲਕਾਰ ਦੇ ਨਾਲ ਜਿਹੜੀ ਨਾ ਥੋੜੀ ਜੀ ਜਿਹੜੇ ਨਾ ਤਰਾਨਾ ਟਾਈਪ ਦੋਨੋਂ ਹੋਣੀ ਚਾਹੀਦੀ ਸੀ। ਆਈ ਹੋਪ ਕਿ ਲੋਕ ਸੁਣਨ ਨੇ ਕੋਈ ਅੱਛੇ ਮਿਊਜ਼ੀਸ਼ੀਅਨ ਹੋਣ, ਇਹਨੂੰ ਨਵੇਂ ਸਿਰੇ ਤੋਂ ਕੰਪੋਜ਼ ਕਰਨ ਤਾਂ ਕਿ ਇਹਨੂੰ ਅਸੀਂ ਜ਼ਰਾ ਜੋਸ਼ ਦੇ ਨਾਲ ਗਾ ਸਕੀਏ, ਕਰ ਸਕੀਏ। ਅੱਛਾ, ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਹੈ ਨਾ, ਉਹ ਜਿਹੜੀ ਮੈਨੂੰ ਜਿਹੜੀ ਅਮੂਮਨ ਮੈਨੂੰ ਚਰਚ ਮਿਊਜ਼ਿਕ ਦਾ ਤਾਲਿਬ ਇਲਮ ਹੁੰਦਿਆਂ ਹੋਇਆਂ ਔਰ ਵਰਸ਼ਿਪ ਸਟੱਡੀਜ਼ ਦਾ ਤਾਲਿਬ ਇਲਮ ਹੁੰਦਿਆਂ ਜਿਹੜੇ ਮੈਨੂੰ ਡਿਸਟਰਬ ਕਰਦੀ ਹੈ ਹਮੇਸ਼ਾ, ਜਿਹੜੇ ਲੋਕ ਗੀਤ ਪ੍ਰੋਡਿਊਸ ਕਰਦੇ ਨੇ, ਜ਼ਬੂਰ ਪ੍ਰੋਡਿਊਸ ਕਰਦੇ ਨੇ ਜਾਂ ਈਵਨ ਚਰਚਿਸ ਵਿੱਚ ਵਰਸ਼ਿਪ ਵੀ ਲੀਡ ਕਰਦੇ ਨੇ, ਉਹ ਹੈ ਵੇ ਕਿ ਕਈ ਵਾਰੀ ਅਸੀਂ ਜਿਹੜੇ ਖਾਸ ਤੌਰ ਤੇ ਕੈਰਿਜ਼ਮੈਟਿਕ ਪੈਂਟੀਕੋਸਟਲ ਚਰਚਿਸ ਨੇ ਨਾ, ਉੱਥੇ ਅੰਨੇ ਵਾਹ ਮਤਲਬ ਦੌੜਲਾ ਹਟਦੇ ਨੇ, ਮਤਲਬ ਹਾਈ ਸਕੇਲ ਤੇ ਉੱਚਾ ਤੇ ਤੇਜ਼ ਰਿਦਮ ਤੇ ਮਾਰ ਆਪਣਾ ਉਹ ਜੀ ਰੂਹ, ਉਹ ਸਮਝਦੇ ਨੇ ਕਿ ਰੂਹ ਆ ਗਿਆ। ਉਹ ਭਾਈ ਉਹ ਇਹੋ ਜਿਹੇ ਬੇਸੁਰੇ ਕੰਮ ਤੇ ਔਰ ਜਿੱਥੇ ਕੰਗਰੀਗੇਸ਼ਨ ਆਵਾਜ਼ ਹੀ ਕੋਈ ਉੱਥੇ ਉਸ ਤੋਂ ਆਇਆ ਹੋਏਗਾ ਉਹ ਵੀ ਟੁੱਟ ਜਾਏਗਾ, ਭਾਈ ਮੈਂ ਚੱਲਣਾ ਇੱਥੋਂ, ਠੀਕ ਹੈ ਨਾ। ਸੋ ਐਕਚੁਅਲੀ ਜਿਹੜਾ ਜ਼ਬੂਰ ਹੈ ਇਹ ਸਾਨੂੰ ਦਾਵਤ ਦਿੰਦਾ ਵੇ, 7ਵੀਂ ਆਇਤ ਚ ਲਿਖਿਆ ਵੇ ਮਦਾ ਸਰਾਈ ਕਰੋ, 6ਵੀਂ 7ਵੀਂ ਆਇਤ ਤੇ 3 ਵਾਰੀ ਉਹਨੇ ਕਿਹਾ ਵੇ ਮਦਾ ਸਰਾਈ ਕਰੋ, खुदा की मदा सराई करो, फिर आंदा मदा सराई करो, फिर आंदा हमारे बादशाह की मदा सराई करो। क्यों? क्योंकि खुदा का बादशाह, और अगे इंपॉर्टेंट चीज ना वे अकल से मदा सराई करो। तो बहुत सारे लोग ने वो अपनी जिन्हों कहा जाए ना अपने साड़ नूं या अपने शौकीया फनकारी नूं और पाकू दे नाल आखदे ने, ठीक है। अच्छा, वो फिर भावें जिन्ना मर्जी पाक रू को किहड़ा उसले जवाब देना होंदा है, ठीक है ना, चुप करके बेचारा वेंदा होंदा की करना, I'm sorry बेचारा कहना, लेकिन I'm just using a पंजाबी रेफरेंस कि उस टाइम खुदा की करे, मतलब कि जदों असी टोटली विदाउट अंडरस्टैंडिंग इसे चीज नूं पौलुस रसूल ने रिपीट कीता वे करंथस दी कलीसिया दे विच, जदों कहंदा वे मैं रूह से भी गाऊंगा और मैं अकल से भी गाऊंगा, ठीक है। सो बैलेंस इज वेरी इंपॉर्टेंट। ਜਦੋਂ ਅਸੀਂ ਵਰਸ਼ਿਪ ਡਿਜ਼ਾਈਨ ਕਰਨੇ ਆ, ਜਦੋਂ ਅਸੀਂ ਵਰਸ਼ਿਪ ਕਰਨੇ ਆ, ਜਦੋਂ ਅਸੀਂ ਫੈਸਿਲਿਟੇਟ ਕਰਨੇ ਆ ਵਰਸ਼ਿਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਮਦਦ ਸਰਾਈ ਕਰਨੇ ਆ, ਸੋ ਸਾਨੂੰ ਅਕਲ ਨੂੰ ਜਿਹੜੀ ਖੁਦਾ ਨੇ ਵਿਜ਼ਡਮ ਦਿੱਤੀ ਹੈ ਉਹਨੂੰ ਵੀ ਸਾਨੂੰ ਨਾਲ ਰਲ ਕੇ ਚੱਲਣਾ ਚਾਹੀਦਾ ਹੈ। That is my take from this psalm. Thank you, Pastor Ji. ਹੁਣ ਅਸੀਂ ਆਪਣੇ ਅਗਲੇ ਜ਼ਬੂਰ ਵਿੱਚ ਜਾਵਾਂਗੇ, Psalm 48. ਮੈਂ ਅੰਕਲ ਜੋਸ਼ ਨੂੰ ਦਰਖਾਸਤ ਕਰਾਂਗੀ ਕਿ ਆਪਣੀ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ ਤੇ ਉਹ ਜੇ ਇਸ ਜ਼ਬੂਰ ਨੂੰ ਥੋੜਾ ਗਾ ਕੇ ਸੁਣਾਉਣਾ ਚਾਹਣ ਤੇ ਸਾਨੂੰ ਗਾ ਕੇ ਵੀ ਸੁਣਾ ਸਕੇ ਸਾਡੇ ਵਿਊਅਰਸ ਨੂੰ। ਮੈਂ ਪਹਿਲਾਂ ਗਾਵਾਂਗਾ 48 ਜ਼ਬੂਰ ਨੂੰ। ਤੇਰੀ ਹੈਕਲ ਦੇ ਵਿੱਚ ਕੀਤਾ ਤੇਰੀ ਰਹਿਮਤ ਤੇ ਆਨ, ਭਰਪੂਰ ਰੱਬ ਸੱਚਾ ਤੇਰਾ, ਸਚਾਈ ਨਾਲ ਰਹਿਮਾਨ। ਇਸ ਜ਼ਬੂਰ ਦੇ ਵਿੱਚ ਮੈਨੂੰ ਜਿਹੜੀ 14ਵੀਂ ਆਇਤ ਆ ਉਹ ਹੈ ਕਿ ਅਸੀਂ ਜਦੋਂ ਵੀ ਮੁਸ਼ਕਲ ਵਿੱਚ ਹੁੰਦੇ ਹਾਂ we pray to God ਉਹਦੀ ਗਾਈਡੈਂਸ ਦੇ ਲਈ। ਸਟਰਗਲ ਹੁੰਦੀ ਹੈ we both guidance and guide। ਜਿਸ ਤਰ੍ਹਾਂ ਪਾਸਟਰ ਜੀ ਨੇ ਪਹਿਲਾਂ ਇੱਕ ਜ਼ਬੂਰ ਦੇ ਵਿੱਚ ਦੱਸਿਆ ਸੀ ਕਿ ਮੈਪ ਦੀ ਅਸੀਂ ਸਾਨੂੰ ਕਿਸੇ ਜਾਣਾ ਹੁੰਦਾ ਤੇ ਉਹਦੀ ਡਾਇਰੈਕਸ਼ਨ ਦੇ ਲਈ, ਇਸੇ ਤਰ੍ਹਾਂ ਬਾਈਬਲ ਜਿਹੜੀ ਹੈ ਉਹ ਵੀ ਇੱਕ ਬਹੁਤ ਅੱਛਾ ਗਾਈਡੈਂਸ ਦੇ ਲਈ, ਮੈਪ ਔਰ ਸਪਿਰਿਟ ਦੇ ਲਈ, ਹੋਲੀ ਸਪਿਰਿਟ ਲਈ constant companion and guide as you make your way through life. We both the map and your guide. That's it. Thank you, Uncle Ji. ਹੁਣ ਮੈਂ ਇਨਵਾਈਟ ਕਰ ਦਿਆਂ ਕਿ ਆਂਟੀ ਜੋਤੀ ਸਾਡੇ ਨਾਲ ਆਪਣੇ ਰਿਫਲੈਕਸ਼ਨ ਸ਼ੇਅਰ ਕਰਨ ਇਸ ਜ਼ਬੂਰ ਤੇ। ਹਾਂਜੀ, ਜ਼ਬੂਰ 48 ਆ, ਇਸ ਵਿੱਚ ਬਨੀ ਕੋਰਾ ਨੇ ਸਿਓਨ पर्वत ਦੀ ਉਸਨੇ ਸੁੰਦਰਤਾ ਦੱਸੀ ਹੈ, ਜੋ ਪ੍ਰਭੂ ਦਾ ਨਾਮ, ਸ਼ਹਿਰ ਦਾ ਨਾਮ ਹੈ ਯਰੂਸ਼ਲਮ। ਔਰ ਉਸ ਵਿੱਚ ਉਸਨੇ ਕਿਹਾ ਹੈ ਪਹਿਲੀ ਆਇਤ ਵਿੱਚ, ਜਿਹੜੀ ਪਹਿਲੀ ਆਇਤ ਤੇ 2 ਆਇਤਾਂ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ। ਪ੍ਰਭੂ ਮਹਾਨ ਹੈ ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ ਅਤੇ ਉਸਦੇ ਪਵਿੱਤਰ ਪਹਾੜ ਤੇ ਪ੍ਰਭੂ ਵੱਡੀ ਮਹਿਮਾ ਦੇ ਯੋਗ ਹੈ।
ਉਸ ਪਵਿੱਤਰ ਪਹਾੜ ਅਰਥਾਤ ਸਿਯੋਨ ਵੱਡੇ ਰਾਜਾ ਦਾ ਸ਼ਹਿਰ ਉੱਤਰ ਦਿਸ਼ਾ ਤੱਕ ਉੱਚਾ ਤੇ ਸੁੰਦਰ ਹੈ। ਉਸਨੇ ਪਰਬਤ ਸਿਯੋਨ ਦੀ ਪਰਬਤ ਦੀ ਜਿੱਥੇ ਪ੍ਰਭੂ ਨੇ ਮੂਸਾ ਨੂੰ ਦਰਸ਼ਨ ਦਿੱਤੇ ਸੀ ਔਰ ਉਸ ਤੋਂ ਕੰਮ ਸ਼ੁਰੂ ਹੋਇਆ ਸੀ, ਔਰ ਯਰੂਸ਼ਲਮ ਦੀ ਜਿੱਥੋਂ ਨੀਂਹ ਰੱਖੀ ਗਈ ਸੀ ਔਰ ਨੀਂਹ ਮਤਲਬ ਕਿ ਪ੍ਰਭੂ ਦਾ ਸ਼ਹਿਰ ਬਣਿਆ ਸੀ, ਪਵਿੱਤਰ ਜਗ੍ਹਾ ਉਸਨੂੰ ਮੰਨਿਆ ਜਾਂਦਾ ਹੈ। ਔਰ ਉਸਨੇ ਉਸਦੀ ਸੁੰਦਰਤਾ ਬਾਰੇ ਦੱਸਿਆ ਕਿ ਮੈਨੂੰ ਉਸਦੀ ਸਿਯੋਨ ਪਰਬਤ ਦੀ ਉਸਨੇ ਸੁੰਦਰਤਾ ਬਾਰੇ ਦੱਸਿਆ ਕਿ ਉਹ ਕਿੰਨਾ ਸੋਹਣਾ ਹੈ। ਅਗਰ ਤੁਸੀਂ ਦੇਖੋ ਤੇ ਬਹੁਤ ਸਾਰੀ, ਕਿਉਂਕਿ ਉੱਥੋਂ ਹੀ ਸਭ ਕੁਝ ਸ਼ੁਰੂ ਹੋਇਆ ਔਰ ਉਸਨੇ ਉਸ ਪਵਿੱਤਰ ਪਹਾੜ ਬਾਰੇ ਇਸ ਵਿੱਚ ਦੱਸਿਆ ਹੈ। ਇਹ ਪ੍ਰਭੂ ਦਾ ਵਚਨ ਮੈਨੂੰ ਚੰਗਾ ਲੱਗਾ ਇਸ ਦੇ ਵਿੱਚ। Thank you, Auntie Jyoti. ਹੁਣ ਮੈਂ ਇਨਵਾਈਟ ਕਰਦੀ ਹਾਂ ਕਿ ਪਾਸਟਰ ਐਰਿਕ ਨੂੰ ਕਿ ਉਹ ਆਪਣਾ ਰਿਫਲੈਕਸ਼ਨ ਇਸ ਜ਼ਬੂਰ ਦੇ ਸਾਡੇ ਨਾਲ ਸ਼ੇਅਰ ਕਰਨ। ਅੱਛਾ, ਇਹਦੀ 11ਵੀਂ ਤੇ 12ਵੀਂ ਆਇਤ ਜਿਹੜੀ ਹੈ ਨਾ ਉਹ ਬੜੀ ਅੱਛੀ, ਕਿਉਂਕਿ ਇਹਦੇ ਵਿੱਚ ਜੈਂਡਰ ਬੈਰੀਅਰ ਹੈ ਨਾ ਉਹ ਵੇਖੋ ਤੋੜਿਆ ਗਿਆ ਵੇ। ਅਮੂਮਨ ਜਿਹੜਾ ਪੈਟਰੀਆਰਕਲ ਸੁਸਾਇਟੀ ਹੈ, ਸਾਨੂੰ ਵੀ ਪਤਾ ਵੇ ਪੰਜਾਬੀ ਸਾਡੇ ਕਲਚਰ ਦੇ ਵਿੱਚ ਕਿ ਮੋਸਟਲੀ ਜਿੱਥੇ ਮੈਨ ਡੋਮੀਨੈਂਟ ਸੁਸਾਇਟੀ ਹੁੰਦੀ ਹੈ, ਜਿੱਥੇ ਘਰ ਦੇ ਮਰਦ ਚੀਜ਼ਾਂ ਦਾ ਫੈਸਲਾ ਕਰਦੇ ਨੇ ਔਰ ਪੈਟਰੀਆਰਕਲ ਸੁਸਾਇਟੀ ਉਹਨੂੰ ਕਿਹਾ, ਉੱਥੇ ਔਰਤਾਂ ਨੂੰ ਬੜੀ ਘੱਟ ਵੌਇਸ ਔਰ ਸਪੇਸ ਮਿਲਦਾ ਵੇ ਕਿ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ ਜਾਂ ਆਪਣੇ ਉਹਨਾਂ ਦੇ ਰਾਈਟਸ ਜਿਹੜੇ ਦਿੱਤੇ ਜਾਣ। ਇੱਥੇ ਅਸੀਂ ਵੇਖਦੇ ਹਾਂ ਇੱਥੇ ਨਾ ਸਿਰਫ ਇਹ ਵੇ ਕਿ ਕਹਿ ਰਿਹਾ ਵੇ ਕਿ ਕੋਈ ਸਿਯੋਨ ਸ਼ਾਦਮਾਨ ਹੋ, ਬਲਕਿ ਉਹ ਯਹੂਦਾ ਦੀ ਬੇਟੀਆਂ ਨੂੰ ਵੀ ਦੇ ਰਿਹਾ ਵੇ, ਇਕੁਅਲ ਸਟੇਟਸ ਦੇ ਰਿਹਾ ਵੇ ਕਿ ਉਹ ਵੀ ਰਲ ਕੇ ਖੁਦਾ ਦੇ ਵਿੱਚ ਕੀ ਮਨਾਉਣ, ਖੁਸ਼ੀਆਂ ਮਨਾਉਣ। ਸੋ ਮੈਂ ਸਮਝਦਾ ਵਾਂ ਕਿ ਖੁਦਾ ਦਾ ਕਲਾਮ ਜਿਹੜਾ ਵੇ ਔਰ ਬਨੀ ਕੋਰਾ ਜਿਹੜਾ ਵੇ, ਔਰ ਮੈਨੂੰ ਲੱਗਦਾ ਵੇ ਕਿ ਜਿਹੜੇ ਚਿਲਡਰਨ ਆਫ ਕੋਰਾ ਹਨ ਉਹਨਾਂ ਦੀ ਬੇਟੀਆਂ ਉਹਨਾਂ ਦੇ ਨਾਲ ਸ਼ਾਮਲ ਸਨ। ਇੱਕ ਕਲਾਮ ਦਾ ਇੱਕ ਰੈਫਰੈਂਸ ਸਾਡੇ ਕੋਲ ਮੌਜੂਦ ਹੈ ਜਿਹਦੇ ਵਿੱਚ ਆਸਫ ਦੀਆਂ ਬੇਟੀਆਂ ਵੀ ਜਿਹੜੀਆਂ ਹਨ ਉਹ ਵੀ ਉਹਦੇ ਨਾਲ ਹੈਕਲ ਦੇ ਵਿੱਚ ਖਿਦਮਤ ਕਰਦੀਆਂ ਹਨ। ਸੋ ਅਸੀਂ ਸਾਡੇ ਸਾਹਮਣੇ ਆਲਰੇਡੀ ਇੱਕ ਰੈਫਰੈਂਸ ਮੌਜੂਦ ਹੈ ਕਿ ਜਿਹੜੇ ਨਾ ਚਰਚ ਦੇ ਵਿੱਚ ਜਿਹੜਾ ਵੇ ਉਹ ਖਵਾਤੀਨ ਦਾ ਇਕੁਅਲ ਕਿਰਦਾਰ ਹੈ ਔਰ ਉਹਨਾਂ ਨੂੰ ਜਿਹੜਾ ਇਕੁਅਲ ਸਟੇਟਸ ਹੈ, ਉਹਨਾਂ ਦੀ ਵਾਇਸ ਜਿਹੜੀ ਹੋਣੀ ਚਾਹੀਦੀ ਹੈ। ਔਰ ਜ਼ਬੂਰ ਨੇ ਵੀ ਸਾਨੂੰ ਇਹ ਯਾਦ ਕਰਾਉਂਦਾ ਦੁਬਾਰਾ ਤੋਂ। Thank you, Pastor Ji. ਹੁਣ ਅਸੀਂ ਆਪਣੇ ਅਗਲੇ ਜ਼ਬੂਰ ਵਿੱਚ ਚੱਲਾਂਗੇ, Psalm 49, ਐਂਡ ਮੈਂ ਅੰਕਲ ਜੋਸ਼ੂਆ ਨੂੰ ਦਰਖਾਸਤ ਕਰਾਂਗੀ ਕਿ ਉਹ ਆਪਣੇ ਰਿਫਲੈਕਸ਼ਨ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਇਹਦੇ ਵਿੱਚ ਮੈਨੂੰ 10ਵੀਂ ਤੇ 14ਵੀਂ ਆਇਤ ਜਿਹੜੀ ਹੈ, ਜਿਸ ਤਰ੍ਹਾਂ ਉਹਦੇ ਚ ਲਿਖਿਆ ਵੀ ਅਮੀਰ ਤੇ ਗਰੀਬ ਸਿਮਿਲੈਰਿਟੀ, ਸਾਰੇ they die, they leave all their own here on earth. At the moment of death, rich and poor are naked and empty-handed before God. To have treasures in heaven, we must place our faith in God, pledge ourselves to obey Him. खुदा हमेशा अपने अगे लेके चलन ते ओदे हुक्मां दी पालना करन, and use our resources for the good of His kingdom. This is a good time to check upon your investment and see where you have invest the most. Do whatever it takes to place your investment where they really count. Thank you, Uncle Joshua. ਅਸੀਂ ਜੋ ਕੁਝ ਵੀ ਆਪਣੀ ਜ਼ਿੰਦਗੀ ਚ ਕਰਨਾ ਮੰਗਦੇ ਹਾਂ ਖੁਦਾ ਦੀ ਹਜ਼ੂਰੀ ਦੇ ਵਿੱਚ ਤੇ ਖੁਦਾ ਦੇ ਲਈ ਕਰਨ ਵਾਲੇ ਹੋਈਏ, ਤਾਂ ਕਿ ਉਹੀ ਅਸੀਂ ਉਸਨੂੰ ਕਾਊਂਟ ਕਰ ਸਕੀਏ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਖੁਦਾ ਦੇ ਅੱਗੇ ਪੇਸ਼ ਹੋਈਏ। That's it. Thank you, Uncle Joshua. ਹੁਣ ਮੈਂ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਆਪਣਾ ਰਿਫਲੈਕਸ਼ਨ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਹਾਂਜੀ, ਜ਼ਬੂਰ 49 ਦੇ ਵਿੱਚ ਇਸ ਦੀ 6 ਔਰ 7 ਆਇਤ ਹੈ ਜਿਹੜੀ ਉਹ ਬਹੁਤ ਵਧੀਆ ਆ। ਉਸ ਵਿੱਚ ਉਸਨੇ ਲਿਖਿਆ ਹੈ ਕਿ ਉਹ ਜੋ ਆਪਣੇ ਮਾਲ ਤੇ ਭਰੋਸਾ ਰੱਖਦੇ ਹਨ ਅਤੇ ਜੋ ਆਪਣੇ ਅਧਿਕ ਧਨ ਤੇ ਹੰਕਾਰ ਕਰਦੇ ਹਨ, ਉਹਨਾਂ ਵਿੱਚੋਂ ਕੋਈ ਵੀ ਆਪਣਾ ਮੁੱਲ ਨਹੀਂ ਭਰਦਾ ਅਤੇ ਨਾ ਹੀ ਪਰਮੇਸ਼ਵਰ ਨੂੰ ਆਪਣੇ ਪ੍ਰਾਣ ਬਦਲੇ ਕੁਝ ਦੇ ਸਕਦਾ ਹੈ। ਕਿ ਇਹ ਸਿਰਫ ਇਹਦੇ ਵਿੱਚ ਉਸਨੇ ਲਿਖਿਆ ਹੈ ਕਿ ਅਗਰ ਸਾਡੇ ਕੋਲ ਅਸੀਂ ਬਹੁਤ ਜ਼ਿਆਦਾ ਸਾਡੇ ਕੋਲ ਪੈਸਾ ਹੈ, ਅਸੀਂ ਪ੍ਰਭੂ ਦੇ ਨਾਲ ਵਿੱਚ ਹੋ ਕੇ ਰਹਾਂਗੇ ਤਾਂ ਅਸੀਂ ਉਸ ਤੋਂ ਜ਼ਿਆਦਾ ਅਮੀਰ ਆ, ਕਿਉਂਕਿ ਪ੍ਰਭੂ ਦੇ ਬਚਨਾਂ ਦੇ ਵਿੱਚ ਲਿਖਿਆ ਹੈ ਕਿ ਮੈਂ ਤੁਹਾਨੂੰ ਨਹੀਂ ਬਲਕਿ ਤੁਹਾਡੇ ਪ੍ਰਾਣਾਂ ਨੂੰ ਪਿਆਰ ਕਰਦਾ, ਤੁਹਾਡੀ ਜਾਨ ਨੂੰ ਪਿਆਰ ਕਰਦਾ, ਕਿਉਂਕਿ ਪ੍ਰਭੂ ਨੇ ਆਪਣਾ ਰੂਹ ਸਾਡੇ ਵਿੱਚ ਭੇਜਿਆ ਹੈ। ਔਰ ਉਹ ਕਹਿੰਦਾ ਕਿ ਜਿੰਨਾ ਵੀ ਮਰਜ਼ੀ ਕਿਸੇ ਦੇ ਕੋਲ ਪੈਸਾ ਹੋਵੇ, ਤੂੰ ਆਪਣੀ ਜਾਨ ਪੈਸਾ ਦੇ ਕੇ ਨਹੀਂ ਬਚਾ ਸਕਦਾ, ਚਾਹੇ ਜੋ ਵੀ ਤੇਰੇ ਕੋਲ ਕੁਝ ਵੀ ਹੈ। ਲੇਕਿਨ ਅਗਰ ਤੂੰ ਪ੍ਰਭੂ ਨੂੰ ਆਪਣੇ ਸੱਚੇ ਦਿਲੋਂ ਪਿਆਰ ਕਰੇਗਾ ਤੇ ਤੂੰ ਆਪਣੇ ਪ੍ਰਾਣਾਂ ਨੂੰ ਬਚਾ ਸਕਦਾ ਹੈ ਔਰ ਤੂੰ ਆਪਣੀ ਜਾਨ ਨੂੰ ਉਸ ਵਿੱਚ ਸੁਰੱਖਿਅਤ ਰੱਖ ਸਕਦਾ ਹੈ। ਔਰ ਧਨ ਇਸ ਦੇ ਵਿੱਚ ਉਸਨੇ ਕਿਹਾ ਕਿ ਕੋਈ ਵੀ ਇਸਦਾ ਮੁੱਲ ਨਹੀਂ ਹੈ, ਬੇਸ਼ੱਕ ਤੇਰੇ ਕੋਲ ਕਿੰਨਾ ਵੀ ਹੈ, ਅਸੀਂ ਅਮੀਰ ਜਾਂ ਗਰੀਬ ਹੈ, ਪਰ ਪ੍ਰਭੂ ਦੇ ਵਿੱਚ ਹਮੇਸ਼ਾ ਅਸੀਂ ਆਪਣੇ ਆਪ ਨੂੰ ਨੀਵਾਂ ਕਰਕੇ ਚੱਲਦੇ ਤਾਂ ਅਸੀਂ ਉਸਦੇ ਵਿੱਚ ਅਮੀਰ ਹੀ ਰਹਿਣ। ਆਮੀਨ। ਥੈਂਕ ਯੂ ਆਂਟੀ ਜੋਤੀ। ਹੁਣ ਮੈਂ ਦਰਖਾਸਤ ਕਰਾਂਗੀ ਕਿ ਪਾਸਟਰ ਐਰਿਕ ਸਾਡੇ ਨਾਲ ਇਸ ਜ਼ਬੂਰ ਤੇ ਆਪਣਾ ਰਿਫਲੈਕਸ਼ਨ ਸ਼ੇਅਰ ਕਰਨ।
ਜ਼ਬੂਰ 49 ਸੁਣ ਤੇ ਬੜਾ ਡੀਪ ਹੈ, ਲੇਕਿਨ ਦੋ ਇੰਪੋਰਟੈਂਟ ਚੀਜ਼ਾਂ ਨੇ। ਨੰਬਰ 1 ਕਮਿਊਨੀਕੇਸ਼ਨ ਮੋਡ ਜਾਂ ਮਾਡਲ ਜਾਂ ਮੀਡੀਅਮ ਕੀ ਯੂਜ਼ ਕੀਤਾ ਗਿਆ ਹੈ। ਠੀਕ ਹੈ, ਅੱਜ ਜਿਵੇਂ ਅਸੀਂ ਕਮਿਊਨੀਕੇਟ ਕਰ ਰਹੇ ਹਾਂ ਜ਼ੂਮ ਦੇ ਜ਼ਰੀਏ, ਇਸ ਤੋਂ ਪਹਿਲਾਂ ਸਕਾਈਪ ਬੜਾ ਮਸ਼ਹੂਰ ਸੀ, ਫਿਰ ਕਿਸੇ ਦੌਰ ਦੇ ਵਿੱਚ ਸਮਾਰਟਫੋਨ ਆਉਣਾ ਸ਼ੁਰੂ, ਪਹਿਲਾਂ ਫਲਿਪ ਫੋਨ ਸਨ, ਫਲਿਪ ਫੋਨ ਤੋਂ ਪਹਿਲਾਂ ਜਨਾਬ ਉਹ ਤਾਰਾਂ ਵਾਲੇ ਫੋਨ ਹੁੰਦੇ ਹਨ, ਫਿਰ ਟੈਲੀਗ੍ਰਾਮ ਜਾਂਦਾ ਸੀ। ਮਤਲਬ ਦੌਰ ਦੇ ਨਾਲ ਨਾਲ ਟੈਕਨੋਲੋਜੀ ਜਿਹੜੀ ਹੈ ਔਰ ਕਮਿਊਨੀਕੇਸ਼ਨ ਜਿਹੜੇ ਮੀਡੀਆਜ਼ ਨੇ, ਮੀਡੀਆ ਆਊਟਲੈਟਸ ਜਿਹੜੇ ਨੇ ਉਹ ਵੱਧਦੇ ਚਲੇ ਗਏ ਨੇ। ਲੇਕਿਨ ਇੱਥੇ ਜ਼ਬੂਰ ਵਿੱਚ ਜਿਹੜਾ ਆਪਣਾ ਉਹ ਮੀਡੀਅਮ ਯੂਜ਼ ਕਰਨ ਡਿਆ ਵੇ, ਉਹ ਕਹਿੰਦੇ ਜੀ ਕਿ ਮੈਂ ਜਦੋਂ ਹਿਕਮਤ ਦੀਆਂ ਵਿਜ਼ਡਮ ਦੱਸਾਂਗਾ, ਕਹਿੰਦੇ ਜੀ ਕਿ ਮੈਂ ਸਟੋਰੀ ਪੈਰਾਬਲ ਔਰ ਆਂਦਾ ਵੇ ਕਿ ਮੈਂ ਮਿਊਜ਼ਿਕ ਇੰਸਟਰੂਮੈਂਟ, ਸਿਤਾਰ ਤੇ ਮਿਊਜ਼ਿਕ ਇੰਸਟਰੂਮੈਂਟ ਯੂਜ਼ ਕਰਾਂਗਾ ਤਾਂ ਕਿ ਮੈਂ ਖੁਦਾ ਦੀਆਂ ਗੱਲਾਂ ਜਿਹੜੀਆਂ ਨੇ, ਤਾਲੀਮ ਜਿਹੜੀ ਏ ਉਹਨੂੰ ਮੈਂ ਅੱਗੇ ਕਮਿਊਨੀਕੇਟ ਕਰ ਸਕਾਂ। ਔਰ ਇਸੇ ਗੱਲ ਨੂੰ ਪੌਲੁਸ ਰਸੂਲ ਨੇ ਵੀ ਬਿਆਨ ਕੀਤਾ ਵੇ ਇਫਸੀਆਂ 5:17 ਔਰ ਇਫਸੀਆਂ 5:17 ਔਰ ਫਿਲਿਪੀਆਂ ਦੇ ਖਤ ਦੇ ਵਿੱਚ ਉਹ ਆਂਦਾ ਵੇ ਕਿ ਜਿਹੜੇ ਆਪਸ ਵਿੱਚ ਮਜ਼ਾਮੀਰ, ਗੀਤ ਔਰ ਰੂਹਾਨੀ ਗਜ਼ਲਾਂ ਗਾਇਆ ਕਰੋ, ਔਰ ਉਹਦੇ ਜ਼ਰੀਏ ਜਿਹੜਾ ਵੇ ਨਾ ਅਸੀਂ ਖੁਦਾ ਦੇ ਕਲਾਮ ਦੀਆਂ ਗੱਲਾਂ ਨੂੰ ਇਮੋਟਿਵਲੀ ਔਰ ਕੋਗਨੀਟਿਵ ਦੋਵੇਂ ਤਰੀਕਿਆਂ ਦੇ ਨਾਲ ਜਿਹੜੇ ਨਾ ਉਹ ਅਸੀਂ ਲੋਕਾਂ ਨੂੰ ਪੈਨੀਟ੍ਰੇਟ ਕਰਾ ਸਕਦੇ ਹਾਂ। ਵੇਖੋ ਤੁਸੀਂ ਕੋਈ ਲੈਕਚਰ ਸੁਣਾਓਗੇ ਲੰਮਾ, ਉਹਨੂੰ ਲੋਕੀ ਯਾਦ ਨਹੀਂ ਰੱਖਣਗੇ, ਲੇਕਿਨ ਗੀਤ ਦੀ ਤੁਹਾਨੂੰ ਯਾਦ ਰੱਖ ਲੈਣਗੇ। ਠੀਕ ਹੈ, ਇਟ ਸਟੇ ਇਨ ਯਰ ਮੈਮਰੀ। दूसरी जो चीज सिस्टर ज्योति ने जो पॉइंट किया वो भी स्टीवर्डशिप कि दौलत या रुपया या पैसा सानू खुदा अगर देंदा वे या स्टेटस देंदा वे वो साडा नहीं है, सानू सिर्फ दिता गया वे, असी ओदे नाल किन्ने को दयानतदारी नाल उन्हें सर्व करने खुदा दी बादशाही वास्ते, क्योंकि खुदा एक दिन साडे को दा की मंगेगा, हिसाब मंगेगा। सो वी आर स्टीवर्ड, वी आर नॉट ओनर, असी ओदे ओनर प्रोपराइटर नहीं आ, असी ओनली सिर्फ मुख्तार हाँ और सानू थोड़ी देर लिए मुख्तारी सौंपी जाती है ताकि असी खुदा नूं जवाब दे सकीए। Thank you, Pastor Eric. अपना reflection share करने ਲਈ ਹੁਣ ਅਸੀਂ ਆਪਣੇ ਅਗਲੇ ਜ਼ਬੂਰ ਵਿੱਚ ਚਲਾਂਗੇ Psalm 48 ਵਿੱਚ, and ਮੈਂ ਅੰਕਲ ਜੋਸ਼ੂਆ ਨੂੰ ਦਰਖਾਸਤ ਕਰਾਂਗੀ ਕਿ ਉਹ ਇਸ ਜ਼ਬੂਰ ਤੇ ਆਪਣਾ reflection share ਕਰਨ ਤੇ ਇਸ ਜ਼ਬੂਰ ਨੂੰ ਥੋੜਾ ਜਿਹਾ ਸਾਨੂੰ ਗਾ ਕੇ ਵੀ ਸੁਣਾ ਦੇਣ। ਹਾਂਜੀ 84 ਦੇ ਹਾਂਜੀ 84 ਤੇ ਜਾਣਾ ਸੀ। ਹਾਂਜੀ 84 खुदावंदा तू लश्करां दा खुदा है, ठिकाना तेरा मैनू चंगा लगा है। इस दी ज़बूर 84 दी जिहड़ी 11वीं वर्स है ਉਹਦੇ ਚ God does not promise to give us everything we think is good, but he will not withhold what is permanently good. He will give us the means to walk along his paths, but we must do the walking when we obey him. He will not hold anything back that will help us serve him. That's it. Thank you, Uncle Joshua. मैं ਹੁਣ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਸਾਡੇ ਨਾਲ ਆਪਣਾ ਇਸ ਜ਼ਬੂਰ ਤੇ reflection share ਕਰਨ। ਜ਼ਬੂਰ 84 ਹੈ ਜਿਹੜਾ, ਇਸ ਦੇ ਵਿੱਚ ਉਸਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਪ੍ਰਭੂ ਦੇ ਘਰ ਜਾਣ ਦੀ। ਉਸਨੇ ਕਿਹਾ ਹੈ ਕਿ ਪਰਮੇਸ਼ਵਰ ਦੇ ਘਰ ਦੀ ਤੰਗ ਉਹਨੂੰ ਕਿੰਨੀ ਉਹਨੂੰ ਉਹਦੇ ਅੰਦਰ ਨੀਡ ਸੀ, ਕਹਿ ਲਓ ਇੱਕ ਤਰ੍ਹਾਂ ਨਾਲ ਕਿ ਕਿੰਨੀ ਉਹਨੂੰ ਚਾਹ ਸੀ ਉਹ ਪ੍ਰਭੂ ਦੇ ਘਰ ਦੇ ਵਿੱਚ ਜਾਂਦੀ। ਇਹਦੀ ਜਿਹੜੀ 10ਵੀਂ ਆਇਤ ਹੈ ਉਹ ਮੈਨੂੰ ਬਹੁਤ ਚੰਗੀ ਲੱਗੀ। ਉਸ ਵਿੱਚ ਉਸਨੇ ਸਾਫ਼ ਲਿਖਿਆ ਕਿ ਤੇਰੇ ਘਰ ਵਿੱਚ ਕੱਟਿਆ ਹੋਇਆ ਇੱਕ ਦਿਨ ਦੂਜੀ ਥਾਂ ਤੇ ਕੱਟੇ ਹਜ਼ਾਰਾਂ ਸਾਲਾਂ ਤੋਂ ਵੀ ਚੰਗਾ ਹੈ। ਮੈਂ ਦੁਸ਼ਟ ਦੇ ਘਰ ਵਿੱਚ ਰਹਿਣ ਦੀ ਥਾਂ ਤੇਰੇ ਘਰ ਦੇ ਬੂਹੇ ਵਿੱਚ ਖੜਾ ਹੋਣਾ ਚੰਗਾ ਸਮਝਦਾ ਹਾਂ। ਉਸਨੇ ਕਿਹਾ ਕਿ ਮੈਂ ਤੇਰੇ ਘਰ ਵਿੱਚ ਅਗਰ ਮੇਰਾ ਇੱਕ ਵੀ ਘਰ ਦਾ ਮਤਲਬ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਅਗਰ ਇੱਕ ਵੀ ਘੰਟਾ ਅਸੀਂ ਬਹਿੰਦੇ ਹਾਂ, 2 ਘੰਟੇ ਬਹਿੰਦੇ ਹਾਂ, ਮੈਨੂੰ ਉਹ ਚੰਗਾ ਲੱਗਦਾ ਕਿ ਨਾ ਕਿ ਮੈਨੂੰ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਬੈਠਣਾ ਮੈਨੂੰ ਚੰਗਾ ਲੱਗਦਾ ਹੈ। ਔਰ ਉਸਨੇ ਕਿਹਾ ਕਿ ਮੈਂ ਦੂਸਰੇ ਲੋਕਾਂ ਨਾਲ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ, ਜੋ ਪ੍ਰਭੂ ਨੂੰ ਨਹੀਂ ਚੰਗਾ ਸਮਝਦੇ ਜਾਂ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ, ਮੈਂ ਉਹਨਾਂ ਦੇ ਨਾਲ ਜੋ ਕਿ ਜਿਸ ਤਰ੍ਹਾਂ ਕਹਿ ਲਓ ਕਿ ਫਾਲਤੂ ਗੱਲਾਂ ਵਾਲੇ ਲੋਕ ਵੀ, ਮੈਂ ਉਹਨਾਂ ਨਾਲ ਬੈਠਣਾ ਪਸੰਦ ਨਹੀਂ ਕਰਾਂਗਾ, ਬਲਕਿ ਤੇਰੇ ਬੂਹੇ ਦੇ ਅੱਗੇ ਖੜਾ ਹੋਣਾ ਮੈਨੂੰ ਜ਼ਿਆਦਾ ਚੰਗਾ ਲੱਗਦਾ। ਤੇਰੀ ਪ੍ਰਾਰਥਨਾ ਦੇ ਵਿੱਚ ਬੈਠਣਾ, ਤੇਰੇ ਘਰ ਦੇ ਵਿੱਚ ਆਉਣਾ, ਤੇਰੇ ਮੰਦਿਰ ਦੇ ਵਿੱਚ ਆਉਣਾ, ਤੇਰੇ ਅੱਗੇ ਪ੍ਰਾਰਥਨਾ ਕਰਨਾ ਮੈਨੂੰ ਸਭ ਤੋਂ ਚੰਗਾ ਲੱਗਦਾ ਹੈ। ਔਰ ਕਿਉਂਕਿ ਅਸੀਂ ਪ੍ਰਭੂ ਦੇ ਲੋਕ ਹਾਂ ਔਰ ਸਾਨੂੰ ਇਹ ਪ੍ਰਭੂ ਸਿਖਾਉਂਦਾ ਹੈ ਕਿ ਤੁਸੀਂ ਪ੍ਰਾਰਥਨਾ ਦੇ ਵਿੱਚ ਰਹੋ। ਔਰ ਇਹ 10 ਆਇਤ ਤੇ 11 ਆਇਤ ਦੋਨੇ ਬਹੁਤ ਚੰਗੀਆਂ, ਲੇਕਿਨ 10 ਆਇਤ ਜ਼ਿਆਦਾ ਮੈਨੂੰ ਇਸ ਦੇ ਵਿੱਚ ਪਸੰਦ ਹੈ। ਥੈਂਕ ਯੂ। Thank you, Auntie Jyoti. ਹੁਣ ਅਸੀਂ Pastor Eric ਸਰਵਾਰ ਨਾਲ ਇਸ ਜ਼ਬੂਰ ਦੇ reflection ਵਿੱਚ ਜਾਵਾਂਗੇ। ਓਕੇ ਜੀ, ਸੋ ਇਹਦੇ ਚ ਦੋ ਇੰਪੋਰਟੈਂਟ ਗੱਲਾਂ ਨੇ। ਨੰਬਰ 1 ਜਿਹੜੀ ਹੈ ਇਹਦੇ ਵਿੱਚ ਤੁਸੀਂ ਵੇਖੋ ਕਿ ਉਹਨੇ ਹਿਊਮਨ ਕੰਪੋਜੀਸ਼ਨ ਜਿਹੜੀ ਹੈ ਨਾ, ਬਾਈਬਲ ਮੁਕੱਦਸ ਔਰ ਪੌਲੁਸ ਰਸੂਲ ਵੀ ਕਹਿੰਦੇ ਨੇ ਹਮਾਰੀ ਰੂਹ, ਜਾਨ ਔਰ ਬਦਨ। ਓਕੇ, ਜ਼ਬੂਰ ਨਵੀਸ ਨੇ ਵੀ ਇਹਦੇ ਵਿੱਚ ਆਪਣੇ ਜਿਹੜਾ ਹਿਊਮਨ ਕੰਪੋਜੀਸ਼ਨ ਹੈ ਉਹਦੇ ਤਿੰਨੇ ਹੀ ਐਲੀਮੈਂਟ ਨੂੰ ਜ਼ਿਕਰ ਕੀਤਾ ਹੋਇਆ ਦੂਸਰੀ ਆਇਤ ਦੇ ਵਿੱਚ। ਔਰ ਕੀ ਹੈ
मेरी जान खुदावंद की बारगाहों की मुश्ताक है, बल्कि गुदाज, जान का मतलब है वे इंटलैक्चुअल, मेरा सीट ऑफ माय डिसीजन जिहड़ी है ना, माय इंटलैक्चुअल एबिलिटी जिहड़ी है ना, ओनू जान के आ गया वे, सोल जिहड़ी है। मेरा दिल जिहड़ा वे ना ए पेश करदा वे साडी स्पिरिट और सोल नू जिहड़ी खुदा दे नाल जुड़ी हुंदी है। और अगे कहंदा मेरा जिस्म भी, तुसीं वेंदे हो कि ओदी रूह, ओदा जिस्म और ओदी जिहड़ी इंटलैक्चुअल कैपेसिटी है, ਉਹ ਸਾਰੀ ਦੀ ਸਾਰੀ ਜਿਹੜੀ ਹੈ ਇੱਕੋ ਚੀਜ਼ ਵੱਲ ਫੋਕਸ ਕਰਨ ਲਈ ਹੈ। ਮਤਲਬ ਉਹਨਾਂ ਦੇ ਦਰਮਿਆਨ ਕਿਸੇ ਕਿਸਮ ਦੀ ਕੋਈ ਟੈਨਸ਼ਨ ਜਾਂ ਕਿਸੇ ਕਿਸਮ ਦੀ ਕੋਈ ਉਹ ਨਜ਼ਰ ਨਹੀਂ ਆ ਰਹੀ। ਔਰ ਉਹ ਕੀ ਮੰਗਦੀ ਹੈ ਭਈ, ਉਹ ਜਾਨ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੇਰੀ ਬਾਡੀ ਵੀ, ਮੈਂ ਭਾਵੇਂ ਖਲੋਤਾ ਹੋਵਾਂ ਤੇ ਗਾਉਂਦਾ ਹੋਵਾਂ, ਤਾਲੀਆਂ ਵਜਾਉਂਦਾ ਹੋਵਾਂ ਜਾਂ ਖਲੋਤਾ ਹੋਵਾਂ, ਵਟ ਐਵਰ ਆਈ ਐਮ ਡੂਇੰਗ, ਠੀਕ ਹੈ ਨਾ। ਉਹ ਆਂਦੇ ਜੀ ਕਿ ਮੇਰੇ ਸੋਚਾਂ, ਮੇਰੀਆਂ ਖਿਆਲ ਔਰ ਹਰ ਚੀਜ਼ ਜਿਹੜੀ ਹੈ ਨਾ ਉਹ ਖੁਦਾਵੰਦ ਤੇਰੇ ਹਾਲੇ। ਔਰ ਜਿਵੇਂ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਸੀ ਕਿ ਜਿੱਥੇ ਤੇਰਾ ਦਿਲ ਹੋਏਗਾ ਉੱਥੇ ਤੇਰਾ ਮਾਲ ਵੀ ਲੱਗਾ ਰਹੇਗਾ, ਜਾਂ ਜਿੱਥੇ ਤੂੰ ਮਾਲ ਲਾਏਗਾ ਉੱਥੇ ਤੇਰਾ ਦਿਲ ਵੀ ਲੱਗਾ ਰਹੇਗਾ, ਠੀਕ ਹੈ ਨਾ। दूसरी ਜਿਹੜੀ ਗੱਲ ਹੈ ਨਾ ਇਹਦੇ ਵਿੱਚ, ਉਹ ਜਿਹੜੀ ਸਿਸਟਰ ਜੋਤੀ ਨੇ ਜਿਹੜੀ ਆਇਤ ਜ਼ਿਕਰ ਕੀਤੀ ਹੈ ਨਾ, ਉਹਦਾ ਦੂਸਰਾ ਹਿੱਸਾ ਜਿਹੜਾ ਹੈ ਨਾ, ਖੁਦਾ ਦੇ ਘਰ ਦਾ ਦਰਬਾਨ ਹੋਣਾ। ਅੱਛਾ, ਅਸੀਂ ਜਿੰਨੇ ਲੋਕ ਨਾ, ਅਸੀਂ ਕਲੀਸਿਆ ਵਿੱਚ ਅਸੀਂ ਅਟੈਂਸ਼ਨ ਸੀਕਰ ਲੋਕ ਆ। ਦਿਸ ਇਜ਼ ਅ ਹਿਊਮਨ ਸਾਈਕੋਲੋਜੀ, ਠੀਕ ਹੈ ਨਾ। ਮੈਂ ਅੱਜ ਹੀ ਇੱਕ ਆਰਟੀਕਲ ਪੜ੍ਹਿਆ ਵੇ ਨਿਊਯਾਰਕ ਟਾਈਮ ਦੇ ਵਿੱਚ, ਔਰ ਮੈਨੂੰ ਸ਼ੇਅਰ ਵੀ ਕੀਤਾ ਆਪਣੇ ਪੇਜ ਤੇ, ਬਾਅਦ ਚੋਂ ਵੇਖ ਸਕਦੇ ਹੋ। ਉਹਦੇ ਵਿੱਚ ਜਿਹੜਾ 1980s ਦੇ ਵਿੱਚ ਇੱਕ ਬੰਦਾ ਸੀ, ਸੋਸ਼ਲ ਸਾਇੰਟਿਸਟ ਪ੍ਰੋਫੈਸਰ ਸੀ। ਅੱਜ ਜੋ ਕੁਝ ਇੰਟਰਨੈਟ ਤੇ ਹੋ ਰਿਹਾ ਵੇ ਨਾ, ਉਹਨੇ ਇਹ ਅੱਜ ਤੋਂ ਕੋਈ 40 ਸਾਲ ਪਹਿਲਾਂ ਪ੍ਰਿਡਿਕਟ ਕੀਤਾ ਸੀ ਕਿ ਇੰਜ ਹੋਏਗਾ, ਇੰਜ ਕਰਨਗੇ ਲੋਕ, ਇੰਜ ਦਾ ਹੋਏਗਾ, ਠੀਕ ਹੈ। ਉਹਨੇ ਉਹ ਬੰਦੇ ਦਾ ਇੰਟਰਵਿਊ ਕੀਤਾ, ਕਿਉਂਕਿ ਹੁਣ ਰਿਟਾਇਰ ਹੋ ਕੇ ਜ਼ਿੰਦਗੀ ਗੁਜ਼ਾਰਨ ਦਾ। ਨਿਊਯਾਰਕ ਟਾਈਮ ਵਿੱਚ ਆਰਟੀਕਲ ਛਪਿਆ ਅੱਜ ਦਾ, ਮੇਰੇ ਪੇਜ ਤੇ ਹੈ, ਜੇ ਪੜ੍ਹ ਲਿਓ ਬਾਅਦ ਚੋਂ। ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਵੇ ਕਿ ਦੋ ਤਰ੍ਹਾਂ ਦੀ ਕਰੰਸੀ ਹੈ, ਇੱਕ ਵੇ ਅਟੈਂਸ਼ਨ ਇਕੋਨਮੀ, ਔਰ ਇੱਕ ਵੇ ਜਿਹੜੀ ਹੈ ਨਾ ਉਹ ਵੇ ਇੰਟਰਨੈਟ ਕਰੰਸੀ, ਠੀਕ ਹੈ। ਅੱਛਾ, ਅਟੈਂਸ਼ਨ ਇਕੋਨਮੀ ਔਰ ਇੰਟਰਨੈਟ ਕਰੰਸੀ, ਇਹ ਦੋਵੇਂ ਹੀ ਅੱਜ ਦੀਆਂ ਚੀਜ਼ਾਂ ਨੇ ਜਿਹੜੀਆਂ ਚਰਚਸ ਦੇ ਵਿੱਚ ਔਰ ਚਰਚ ਲੀਡਰਸ ਦੇ ਵਿੱਚ ਜਿਹੜੀਆਂ ਨੇ ਬੜਾ ਡੀਪ ਪੈਨੇਟ੍ਰੇਟ ਕਰ ਚੁੱਕੀਆਂ ਨੇ, ਕਿ ਅਸੀਂ ਅਟੈਂਸ਼ਨ ਸੀਕ ਕਰਨ ਲਈ ਅਸੀਂ ਕੁਛ ਨਾ ਕੁਛ ਕਰਦੇ ਰਹਿੰਦੇ ਹਾਂ। ਚਰਚਸ ਵਿੱਚ ਫੱਡੇ ਵੀ ਇਸ ਲਈ ਹੁੰਦੇ ਨੇ, ਚਰਚਸ ਦੇ ਵਿੱਚ ਝਗੜੇ ਵੀ ਇਸ ਲਈ ਹੋ ਜਾਂਦੇ ਨੇ ਕਿ ਜੀ ਮੈਨੂੰ ਤੇ ਅਹੁਦਾ ਨਹੀਂ ਮਿਲਿਆ, ਤੇ ਮੈਨੂੰ ਤੇ ਅਟੈਂਸ਼ਨ ਨਹੀਂ ਮਿਲੀ, ਤੇ ਮੈਨੂੰ ਅੱਗੇ ਨਹੀਂ ਪਾਇਆ ਗਿਆ, ਤੇ ਮੈਨੂੰ ਹਾਰ ਨਹੀਂ ਪਾਇਆ ਗਿਆ, ਤੇ ਮੈਨੂੰ ਜਨਾਬ ਮੇਰਾ ਨਾਂ ਨਹੀਂ ਲਿਆ ਗਿਆ। ਮਤਲਬ ਦੇयर आर ਸਰਟਨ ਰੀਜ਼ਨ ਵਾਈ, ਕੀ ਚੀਜ਼ ਦੇ ਪਿੱਛੇ, ਅਟੈਂਸ਼ਨ ਇਕੋਨਮੀ, ਠੀਕ ਹੈ। ਕਿਉਂਕਿ that cost, that cash। ਜ਼ਬੂਰ ਨੂੰ ਵੀ ਇੱਥੇ ਯਾਦ ਦਿਲਾਉਂਦਾ ਵੇ, ਖੁਦਾਵੰਦ ਮੈਂ ਭਾਵੇਂ ਤੇਰੇ ਘਰ ਦੇ ਵਿੱਚ, ਮੈਨੂੰ ਤੂੰ ਭਾਵੇਂ ਜੁੱਤੀਆਂ ਦੀ ਜਗ੍ਹਾ ਤੇ ਖਿਲਾਰ ਦੇ, ਠੀਕ ਹੈ ਨਾ, ਮੈਨੂੰ ਤੂੰ ਭਾਵੇਂ, ਲੇਕਿਨ ਮੈਂ ਰਵਾਂ ਤੇਰੇ ਘਰ ਦੇ ਆਲੇ ਦੁਆਲੇ। ਉਹਦੇ ਲਈ ਇੰਪੋਰਟੈਂਟ ਚੀਜ਼ ਇਹ ਨਹੀਂ ਹੈ ਕਿ ਮੈਨੂੰ ਕਲੀਸਿਆ ਦੇ ਵਿੱਚ ਉਹਦਾ ਕੀ ਮਿਲਿਆ ਜਾਂ ਮੇਰਾ ਟਾਈਟਲ ਕੀ ਹੈ। ਉਹ ਕਹਿੰਦਾ ਨੇ ਜਿਹੜੀ ਸਾਰੀ ਛੋਟੀ ਜੌਬ ਹੈ ਨਾ, ਦਰਵਾਜ਼ਾ ਖੋਲਣ ਵਾਲੀ ਤੇ ਜੁੱਤੀਆਂ ਸੈੱਟ ਕਰਨ ਵਾਲੀ, ਉਹ ਆਂਦੇ ਮੈਨੂੰ ਤਾਂ ਉੱਥੇ ਬਾਹਰ, ਮੇਰੇ ਵਾਸਤੇ ਉਹ ਹੀ ਬੜੀ ਗੱਲ ਹੈ ਕਿ ਮੈਂ ਖੁਦਾਵੰਦ ਤੇਰੇ ਘਰ ਚ ਰਵਾਂਗਾ। ਸੋ ਦੈਟ ਇਜ਼ ਫੈਸੀਨੇਟਿੰਗ ਕਿ ਖੁਦਾ ਜਿਹੜਾ ਵੇ ਉਹ ਕਿਵੇਂ ਛੋਟੇ ਤੋਂ ਛੋਟੇ ਕੰਮ ਨੂੰ ਵੀ ਖੁਦਾ ਔਰ ਉਹਨੂੰ ਇੱਜ਼ਤ ਦਿੰਦਾ ਵੇ। ਔਰ ਜ਼ਬੂਰ ਨੂੰ ਜਿਹੜਾ ਸਾਨੂੰ ਯਾਦ ਦਿਲਾ ਰਿਹਾ ਵੇ ਕਿ ਇੰਪੋਰਟੈਂਟ ਚੀਜ਼ ਜਿਹੜੀ ਹੈ ਨਾ, ਉਹ ਆਇਡੈਂਟੀਟੀ ਹੈ ਨਹੀਂ ਕਿ ਲੋਕੀ ਕੀ ਆਇਡੈਂਟੀਟੀ ਦੇ ਰਹੇ ਨੇ, ਮੈਨੂੰ ਟਾਈਟਲ ਦੇ ਰਹੇ ਨੇ। ਇੰਪੋਰਟੈਂਟ ਚੀਜ਼ ਹੈ ਵੇ ਕਿ ਮੈਂ ਖੁਦਾ ਦੇ ਘਰ ਦੇ ਵਿੱਚ ਮੌਜੂਦ ਹਾਂ। ਦੈਟਸ ਮੋਸਟ ਇੰਪੋਰਟੈਂਟ। Thank you, Pastor Jay। ਹੁਣ ਅਸੀਂ ਆਪਣੇ ਅਗਲੇ ਜ਼ਬੂਰ ਵਿੱਚ ਜਾਵਾਂਗੇ, Psalm 85 ਵਿੱਚ। ਮੈਂ ਅੰਕਲ ਜੋਸ਼ੂ ਨੂੰ ਦਰਖਾਸਤ ਕਰਾਂਗੀ ਕਿ ਆਪਣਾ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ, ਤਾਂ ਇਸ ਗੀਤ ਨੂੰ, ਇਸ ਜ਼ਬੂਰ ਨੂੰ ਥੋੜਾ ਗਾ ਕੇ ਵੀ ਸੁਣਾਉਣ। मैं गल खुदा दी सुनांगा जद करेगा कलाम, के ओ ते अपने बंदेयां नाल, पाक लोकां नाल तमाम। ਇਸ ਜ਼ਬੂਰ ਦੇ ਵਿੱਚ ਮੈਨੂੰ 6ਵੀਂ ਤੇ 7ਵੀਂ ਆਇਤ ਜਿਹੜੀ ਹੈ, ਜਿਹਦੇ ਵਿੱਚ ਜ਼ਬੂਰ ਨਵੀਸ ਕਹਿੰਦਾ ਵੇ, God to revive his people, bringing them back to spiritual life. God capable of reviving both churches and individuals. He can pour out his love on us, renewing our love for him. If you need revival in your church, family, or personal spiritual life, ask God to give you fresh touch of his love. That's it. ਥੈਂਕ ਯੂ ਅੰਕਲ ਜੋਸ਼ੂ। ਹੁਣ ਮੈਂ ਇਨਵਾਈਟ ਕਰਾਂਗੀ ਸਿਸਟਰ ਆਂਟੀ ਜੋਤੀ ਨੂੰ ਕਿ ਆਪਣਾ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ। ਜ਼ਬੂਰ 85 ਹੈ ਜਿਹੜਾ, ਇਸ ਵਿੱਚ ਉਸਨੇ ਕੌਮ ਦੇ ਭਲੇ ਦੇ ਲਈ ਪ੍ਰਾਰਥਨਾ ਕੀਤੀ ਹੈ। ਔਰ ਇਸ ਦੀ ਜਿਹੜੀ 9 ਆਇਤ ਤੇ 12ਵੀਂ ਆਇਤ ਹੈ, ਉਹ ਬਹੁਤ ਚੰਗੀ ਲੱਗੀ ਮੈਨੂੰ। 9ਵੀਂ ਆਇਤ ਹੈ ਜਿਹੜਾ, ਇਹ ਸੱਚ ਹੈ ਕਿ ਪ੍ਰਭੂ ਤੋਂ ਡਰਨ ਵਾਲਿਆਂ ਨੂੰ ਪ੍ਰਭੂ ਆਪ ਬਚਾਏਗਾ ਅਤੇ ਸਾਡੀ ਧਰਤੀ ਤੇ ਅਮਨ ਚੈਨ ਰਹੇਗਾ। ਔਰ ਜਿਹੜੀ 12ਵੀਂ ਆਇਤ ਹੈ, ਪ੍ਰਭੂ ਹਰ ਚੰਗੀ ਚੀਜ਼ ਨਾਲ ਸਾਨੂੰ ਦੇਵੇਗਾ ਅਤੇ ਧਰਤੀ ਬਹੁਤਾਤ ਵਿੱਚ ਫਸਲ ਉਗਾਵੇਗੀ।
ਅਗਰ ਅਸੀਂ ਪ੍ਰਭੂ ਦੇ ਨਾਲ ਇਮਾਨਦਾਰੀ ਦੇ ਨਾਲ ਚੱਲਦੇ ਹਾਂ ਔਰ ਖੁਦਾਵੰਦ ਦੇ ਅਸੀਂ ਰਾਹਾਂ ਤੇ ਚੱਲਦੇ ਹਾਂ, ਪ੍ਰਭੂ ਦੇ ਕੰਮਾਂ ਦੇ ਵਿੱਚ ਅਸੀਂ ਹਿੱਸਾ ਲੈਂਦੇ ਹਾਂ, ਤੇ ਪ੍ਰਭੂ ਸਾਨੂੰ ਹਰ ਇੱਕ ਉਹ ਚੀਜ਼ ਦਿੰਦਾ ਹੈ ਜੋ ਸਾਨੂੰ ਜ਼ਰੂਰਤ ਹੈ। ਅਸੀਂ ਬੇਸ਼ੱਕ ਮੰਗਦੇ ਹਾਂ ਜਾਂ ਅਸੀਂ ਨਹੀਂ ਮੰਗਦੇ, ਪਰ ਖੁਦਾਵੰਦ ਨੂੰ ਪਤਾ ਹੈ, ਪ੍ਰਭੂ ਨੇ ਲਿਖਿਆ ਹੈ ਕਿ ਤੁਹਾਡੇ ਮੰਗਣ ਤੋਂ ਪਹਿਲਾਂ ਮੈਂ ਜਾਣਦਾ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਔਰ ਪ੍ਰਭੂ ਦੇ ਪਿੱਛੇ ਅਗਰ ਅਸੀਂ ਆਪਣੇ ਸਾਫ਼ ਮਨ ਨਾਲ ਚੱਲਦੇ, ਪ੍ਰਭੂ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਔਰ ਜਿਸ ਤਰ੍ਹਾਂ ਉਸਨੇ ਕਿ ਪ੍ਰਭੂ ਤੋਂ ਡਰਨ ਵਾਲਿਆਂ ਨੂੰ ਪ੍ਰਭੂ ਆਪ ਬਚਾਏਗਾ। ਔਰ ਹਰ ਇੱਕ, ਜਿਸ ਤਰ੍ਹਾਂ ਇਸ ਵਕਤ ਹੁਣ ਕਰੋਨਾ ਚੱਲ ਰਿਹਾ, ਹਰ ਇੱਕ ਤਰ੍ਹਾਂ ਦੀ ਬਿਮਾਰੀ ਬਹੁਤ ਤਰ੍ਹਾਂ ਦੀਆਂ ਆ ਗਈਆਂ, ਪਰ ਖੁਦਾਵੰਦ ਨੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ, ਕਿਉਂਕਿ ਅਸੀਂ ਪ੍ਰਭੂ ਤੋਂ ਡਰਨ ਵਾਲੇ ਲੋਕਾਂ ਦੇ ਨਾਲ ਮਿਲ ਕੇ ਅਸੀਂ ਪ੍ਰਭੂ ਦੀ ਪ੍ਰਸਤਿਸ਼ ਕਰਦੇ ਹਾਂ, ਅਸੀਂ ਪ੍ਰਭੂ ਦੇ ਅੱਗੇ ਪਿੱਛੇ ਚੱਲਦੇ ਹਾਂ, ਪ੍ਰਭੂ ਸਾਡੇ ਅੱਗੇ ਅੱਗੇ ਚੱਲਦਾ ਹੈ। ਇਹ ਦੋ ਆਇਤਾਂ ਮੈਨੂੰ ਬਹੁਤ ਵਧੀਆ ਲੱਗੀਆਂ ਉਸ ਵਿੱਚ। ਥੈਂਕ ਯੂ। Thank you. ਹੁਣ ਮੈਂ ਰਿਕੁਐਸਟ ਕਰਾਂਗੀ ਕਿ ਪਾਸਟਰ ਐਰਿਕ ਸਾਡੇ ਨਾਲ ਇਸ ਦੇ ਬੂਏ ਤੇ ਆਪਣਾ ਰਿਫਲੈਕਸ਼ਨ ਸ਼ੇਅਰ ਕਰਨ। ਹਾਂਜੀ, ਥੈਂਕ ਯੂ। ਇਹਦੇ ਵਿੱਚ ਜਿਹੜੇ ਨਾ ਦੋ ਜਿਹੜੇ ਕਨਸੈਪਟ ਨਾ ਮੈਨੂੰ ਬੜਾ ਅੱਛੇ ਲੱਗੇ ਨੇ। ਨੰਬਰ 1, ਇੱਕ ਤੇ ਜਿਵੇਂ ਅੰਕਲ ਜੋਸ਼ੂਆ ਜ਼ਿਕਰ ਕੀਤਾ ਵੇ ਬਹਾਲੀ ਦਾ, ਰਿਵਾਈਵਲ ਦਾ, ਰਿਜੂਵੀਨੇਸ਼ਨ, ਰਿਫਰੈਸ਼ਮੈਂਟ, ਠੀਕ ਹੈ ਨਾ। ਅੱਛਾ, ਅਸੀਂ ਬਾਜ਼ੂ ਕਾਤ ਨਾ ਅਸੀਂ ਰਿਫਰੈਸ਼ਮੈਂਟ ਨੂੰ ਕਬੂਲ ਨਹੀਂ ਕਰਦੇ, ਅਸੀਂ ਡਰਨੇ ਆ ਚੇਂਜ ਤੋਂ, ਕਿਉਂਕਿ ਅਸੀਂ ਆਪਣੇ ਬਾਕਸ ਦੇ ਵਿੱਚ, ਆਪਣੇ ਬਬਲ ਦੇ ਵਿੱਚ ਔਰ ਆਪਣੇ ਹੀ ਦਾਇਰੇ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਖੁੱਬੇ ਹੁੰਦੇ ਆ ਕਿ ਸਾਨੂੰ ਅਗਰ ਕੋਈ ਫਰੈਸ਼ ਖਿੜਕੀ ਖੁੱਲ ਜਾਏ ਨਾ ਕਿਸੇ ਚੀਜ਼ ਦੀ, ਜਾਂ ਤਾਜ਼ਾ ਹਵਾ ਆ ਜਾਏ, ਖੁਦਾ ਦੇ ਕਲਾਮ ਦੀ ਤਾਜ਼ਾ ਹਵਾ ਆ ਜਾਏ, ਜਾਂ ਕਿਤੇ ਕੋਈ ਅੰਡਰਸਟੈਂਡਿੰਗ ਜਾਂ ਸਾਡੇ ਦਿਮਾਗ ਦੀਆਂ ਖਿੜਕੀਆਂ ਖੁੱਲ, ਅਸੀਂ ਪਰੇਸ਼ਾਨ ਹੋ ਜਾਂਦੇ, ਇਹ ਕੀ ਹੋ ਗਿਆ? ਕਿਉਂ? ਕਿਉਂਕਿ ਅਸੀਂ ਸਟੀਰੀਓਟਾਈਪ ਲੋਕ ਬਣ ਜਾਂਦੇ ਆ। ਇੱਕ ਜਗ੍ਹਾ ਰਹਿੰਦੇ ਆ, ਇੱਕ ਜਗ੍ਹਾ ਤੇ ਵਿੱਚ ਰਹਿੰਦੇ ਆ, ਇੱਕੋ ਹੀ ਥਾਟਸ ਹੁੰਦੇ ਆ, ਇੱਕੋ ਜਿਹੇ ਲੋਕਾਂ ਨੂੰ ਵਹਿੰਦੇ ਆ, ਔਰ ਅਸੀਂ ਉਦੋਂ ਬਾਹਰ ਸੋਚ ਨਹੀਂ ਪਾਉਂਦੇ। ਜ਼ਬੂਰ ਵਿੱਚ ਜਦੋਂ ਇਹ ਕਹਿ ਰਿਹਾ ਨਾ ਕਿ ਗॉड ਰਿਵਾਈਵ ਅਸ, ਇਹਦਾ ਮਤਲਬ ਉਹ ਕੀ ਕਹਿ ਰਿਹਾ ਵਾ ਕਿ ਸਾਡੇ ਜਿਹੜੇ ਸਟੀਰੀਓਟਾਈਪ ਉਹਨੂੰ ਤੋੜ ਦੇ, ਠੀਕ ਹੈ, ਜਿਹੜੇ ਸਾਡਾ ਬਬਲ ਹੈ ਨਾ ਉਹਨੂੰ ਬਰਸਟ ਕਰ ਦੇ, ਜਿਹੜਾ ਸਾਡਾ ਬਾਕਸ ਹੈ ਨਾ ਸਾਨੂੰ ਉਹਦੇ ਤੋਂ ਬਾਹਰ ਕੱਢ, ਤਾਂ ਕਿ ਅਸੀਂ ਵੇਖ ਸਕੀਏ ਕਿ खुदावन तू किड्डा बड़ा खुदा है, तेरी कुदरत कैसी है, तेरे कलाम जो पड़ोस के देना, ताकि हम जान सकें कि उसकी ऊंचाई, लंबाई, गहराई और चौड़ाई कितनी है। ठीक है ना। क्रिश्चियन लिखदा वे, फिलिपियन क्रिश्चियन या किसी कुलसे क्रिश्चियन लिखदा वे। सो ਅਸੀਂ ਚੇਂਜ ਡਰ ਜਾਂਦੇ ਆ, ਹਿਊਮਨ ਵੀ ਡੋਨਟ ਲਾਈਕ ਚੇਂਜ। ਐਕਚੁਅਲੀ ਅਸੀਂ ਕਲੀਸਿਆ ਚੇਂਜ ਕਰਨੀ ਹੈ, ਘਰ ਚੇਂਜ ਕਰਨਾ ਹੈ, ਮੁਲਕ ਚੇਂਜ ਕਰਨਾ ਹੋਏ, ਜਾਂ ਆਪਣਾ ਖਾਨਦਾਨ ਚੇਂਜ ਕਰਨਾ ਹੋਏ, ਮਤਲਬ ਵਾਟ ਐਵਰ ਇਟ ਇਜ਼, ਠੀਕ ਹੈ ਨਾ, ਵੀ ਆਲਵੇਜ਼ ਸਕੇਅਰਡ। ਠੀਕ ਹੈ। ਚੇਂਜ ਦਾ ਮਤਲਬ ਹੁੰਦਾ ਵੇ ਅਨਐਕਸਪੈਕਟਡਨੈਸ, ਠੀਕ ਹੈ, ਚੀਜ਼ਾਂ ਆਊਟ ਆਫ ਕੰਟਰੋਲ। ਔਰ ਅਸੀਂ ਕੀ ਕਰਨੇ ਆ, ਸਾਡਾ ਬੈਂਕ ਅਕਾਊਂਟ ਸਾਡੇ ਕੰਟਰੋਲ ਵਿੱਚ ਹੋਏ, ਗੱਡੀ ਸਾਡੇ ਕੰਟਰੋਲ ਵਿੱਚ ਹੋਏ, ਮੋਬਾਈਲ ਸਾਡੇ ਕੰਟਰੋਲ ਵਿੱਚ ਹੋਏ, ਮਤਲਬ ਹਰ ਚੀਜ਼ ਵੀ ਵੁਡ ਲਾਈਕ ਟੂ ਲਾਈਫ ਇਨ ਕੰਟਰੋਲ। और बहाली और रिवाइवल का मतलब की है, we give our life into God's hand and God's direction. So that's a prayer। और prayer बड़ी खतरनाक prayer है वैसे, बाय द वे मैं दसा, ਜਿਹੜੇ ਲੋਕ ਰਿਸਕੀ ਨੇ ਨਾ, ਜਿਹੜੇ ਲੋਕ ਕੰਫਰਟ ਜ਼ੋਨ ਵਿੱਚ ਨੇ, ਉਹ ਭਾਵੇਂ ਦੁਆ ਨਾ ਕਰਨ ਕਿ ਸਾਨੂੰ ਬਹਾਲ ਕਰ, ਕਿਉਂਕਿ ਬਹਾਲੀ ਦਾ ਮਤਲਬ ਹੈ ਵੇ God is going to break and then take you to the new horizon। ਔਰ ਅਗਰ ਜਿਹੜੇ ਲੋਕ ਡਰਦੇ ਨੇ ਬ੍ਰੇਕ ਹੋਣ ਤੋਂ, they can't do that। ਦੂਸਰੀ ਚੀਜ਼ ਹੈ ਨਾ, ਉਹ ਵੇ 12ਵੀਂ ਆਇਤ ਦੇ ਵਿੱਚ ਜਿਹੜਾ ਵੇ ਨਾ, ਜਿਹੜੀ ਸਿਸਟਰ ਜੋਤੀ ਨੇ ਵੀ ਜ਼ਿਕਰ ਕੀਤਾ ਵੇ ਕਿ ਜੋ ਕੁਝ ਅੱਛਾ ਹੈ ਵਹੀ ਖੁਦਾਵੰਦ ਅਤਾ ਫਰਮਾਏਗਾ। ਅੱਛਾ, ਬਲੀਵਰ ਜਿਹੜੇ ਨਾ, ਅਸੀਂ ਬਾਜ਼ ਔਕਾਤ ਖੁਦਾ ਕੋਲੋਂ ਮੰਗਨੇ ਆ ਆਪਣੀ ਡਿਜ਼ਾਇਰਡ ਨੌਕਰੀਆਂ, ਆਪਣੀ ਡਿਜ਼ਾਇਰਡ ਜੌਬ, ਆਪਣੀ ਡਿਜ਼ਾਇਰਡ ਸੈਲਰੀ, ਡਿਜ਼ਾਇਰਡ ਕਾਰ, ਡਿਜ਼ਾਇਰਡ ਲਾਈਫ ਪਾਰਟਨਰ, ਡਿਜ਼ਾਇਰਡ ਜਿਹੜਾ ਵੇ ਜਨਾਬ ਰਿਲੇਸ਼ਨਸ਼ਿਪ, ਡਿਜ਼ਾਇਰਡ ਕਲੀਸ, ਮਤਲਬ ਬੱਚੇ ਵੀ, ਹਰ ਚੀਜ਼ ਅਸੀਂ ਸਮਝਦੇ ਆ ਕਿ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ ਵੇ। ਲੇਕਿਨ ਮੈਂ ਉਦੋਂ ਨੇ ਜ਼ਿਕਰ ਕੀਤਾ ਸੀ, we always find good and God always planned ਬੈਸਟ। ਹੁਣ ਚੁਣਾਵ ਅਸਾਂ ਕਰਨਾ ਵੇ ਕਿ ਅਸੀਂ ਗੁੱਡ ਦੇ ਪਿੱਛੇ ਨੱਠਨੇ ਆ, ਕਿ ਅਸੀਂ ਜਿਹੜਾ ਬੈਸਟ ਖੁਦਾ ਸਾਨੂੰ ਦੇਣਾ ਚਾਹੁੰਦਾ ਵੇ ਅਸੀਂ ਉਹ ਲੈਣਾ ਚਾਹੁੰਦੇ ਆ। ਬਾਅਦ ਵਕਤ ਅਸੀਂ ਜਦੋਂ ਆਪਣੀ ਲਾਈਫ ਨੂੰ ਪਿੱਛੇ ਵੇਖਦੇ ਆ, ਸਾਨੂੰ ਲੱਗਦਾ ਜੀ ਕਿ ਕਾਸ਼ ਉਦੋਂ ਇੰਜ ਹੋ ਜਾਂਦਾ, ਕਾਸ਼ ਜਾਂ ਅਸੀਂ ਇੰਜ ਕਰ ਲੈਂਦੇ, ਜਾਂ ਕਦੀ ਵਾਹ ਕਦੀ ਇੰਜ ਦਾ ਮੇਰਾ ਕਦੀ ਉਹਦੇ ਨਾਲ ਵਿਆਹ ਹੋ ਜਾਂਦਾ ਨਾ, ਉਹ ਫਿਰ ਤਾਂ ਸੱਤੇ ਖੈਰਾ ਹਨ। ਠੀਕ ਹੈ ਨਾ। ਉਹ ਜੀ ਮੇਰੀ ਨੌਕਰੀ ਕਦੀ ਉਹ ਲੱਗ ਜਾਂਦੀ ਨਾ, ਤੇ ਫਿਰ ਤੇ ਸੱਤੇ ਖੈਰਾ ਹਨ ਜੀ। ਮੇਰਾ ਕਦੀ ਇੰਜ ਹੋ ਜਾਂਦਾ ਨਾ, ਮੇਰਾ ਘਰ ਉਦੋਂ ਇੰਜ ਦਾ ਹੁੰਦਾ, ਮੈਂ ਉਦੋਂ ਡਿਸੀਜਨ ਲੈ ਲੈਂਦਾ ਨਾ ਕਦੀ। ਸੋ ਰਿਗਰੈਟ ਜਿਹੜਾ ਵੇ ਨਾ, ਰਿਗਰੈਟ ਤੋਂ ਬਾਹਰ ਨਿਕਲੀਏ। ਖੁਦਾ ਦੇ ਲੋਕਾਂ ਨੂੰ ਰਿਗਰੈਟ ਕਦੀ ਨਹੀਂ ਕਰਨਾ ਚਾਹੀਦਾ। ਰੀਜ਼ਨ ਉਹਦੀ ਕੀ ਹੈ ਕਿ ਜੋ ਚੰਗਾ ਹੈ ਖੁਦਾ ਉਹ ਹੀ ਦੇਗਾ ਆਪਣੇ ਲੋਕਾਂ ਨੂੰ। ਠੀਕ ਹੈ। ਐਂਡ ਗॉड ਆਲਵੇਜ਼ ਗਿਵਸ ਬੈਸਟ। ਸੋ ਬੀ ਫੇਥਫੁਲ। ਜੋ ਕਿ ਤੁਹਾਡੇ ਕੋਲ ਮੌਜੂਦ ਹੈ ਉਹਦੇ ਲਈ ਖੁਦਾ ਦਾ ਸ਼ੁਕਰ ਦਾ ਕਰੋ ਕਿ ਖੁਦਾ ਨੇ ਸਾਨੂੰ ਦੀ ਬੈਸਟ ਜਿਹੜਾ ਹੈ ਨਾ ਉਹ ਦਿੱਤਾ ਹੋਇਆ ਹੈ। ਥੈਂਕ ਯੂ ਪਾਸਟਰ ਜੀ। ਹੁਣ ਅਸੀਂ ਆਪਣੇ ਅਗਲੇ ਜ਼ਬੂਰ ਵਿੱਚ ਚੱਲਾਂਗੇ, ਸਾਮ 47 ਵਿੱਚ। ਮੈਂ ਅੰਕਲ ਜੋਸ਼ੂ ਨੂੰ ਦਰਖਾਸਤ ਕਰਾਂਗੀ ਕਿ ਉਹ ਇਸ ਕਲਾਮ ਵਿੱਚੋਂ ਜੋ ਇਹਨੂੰ ਜ਼ਬੂਰ ਵਿੱਚ ਉਹਨਾਂ ਨੂੰ ਵਧੀਆ ਲੱਗਿਆ। We are in a 80s raw 87। ਹਾਂਜੀ। ਇਹਦੇ ਚ ਮੈਂ ਜਿਹੜਾ ਦੇਖਿਆ, ਮੈਨੂੰ ਮੈਂ ਥੀਮ ਹੀ ਮੈਂ ਦੱਸਾਂਗਾ ਵੀ the city of God where all believers will one day gather. Zion, the holy mountain that's in Jerusalem,
and its temple here represent the future community of all believers. Holy City of God described in this revolution of the 21 ਬਾਬ ਦੇ ਵਿੱਚ 10ਵੀਂ ਤੇ 27ਵੀਂ ਆਇਤ, the honor of living there will be granted all whose names are recorded in the book of life. It's God's grace that forms of sustain this wonderful community. How could anyone refuse God's offer to be part of this celebration? As like an Rahab is a name for monster known in ancient Near Eastern poetry as an enemy of God. Here the name of used to represent Egypt, a traditional enemy of God's people. That's Thank it. you, Uncle Ji. ਹੁਣ ਮੈਂ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਸਾਡੇ ਨਾਲ ਜੋ ਇਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ ਉਹ ਸਾਡੇ ਨਾਲ ਸ਼ੇਅਰ ਕਰਨ। ਹਾਂਜੀ, ਜ਼ਬੂਰ 87 ਹੈ ਜਿਹੜਾ, ਇਹ 87 ਇਹ ਯਰੂਸ਼ਲਮ ਸ਼ਹਿਰ ਦੀ ਮਹਿਮਾ ਦਾ ਉਸਨੇ ਇਹਦੇ ਵਿੱਚ ਜ਼ਿਕਰ ਕੀਤਾ ਹੈ ਬਨੀ ਕੋਰਾ ਨੇ। ਇਸ ਦੀ ਜਿਹੜੀ ਪਹਿਲੀ ਆਇਤ ਹੈ, ਪਵਿੱਤਰ ਪਹਾੜ ਸਿਯੋਨ ਦੇ ਉੱਤੇ ਪ੍ਰਭੂ ਨੇ ਆਪਣੇ ਸ਼ਹਿਰ ਦੀਆਂ ਨੀਹਾਂ ਰੱਖੀਆਂ, ਕਿਉਂਕਿ ਖੁਦਾਵੰਦ ਨੇ ਸ਼ਹਿਰ ਦਾ ਮਤਲਬ ਕਿ ਪ੍ਰਭੂ ਨੇ ਉਸਨੂੰ ਇੱਟਾਂ ਪੱਥਰ ਰੱਖ ਕੇ ਨਹੀਂ, ਪ੍ਰਭੂ ਨੇ ਉਸਦੀ ਨੀਂਹ ਰੱਖੀ, ਮੀਨਸ ਕਿ ਉਸ ਤੋਂ ਉਸਨੇ ਆਪਣਾ ਸ਼ੁਰੂ ਕੀਤਾ। ਪ੍ਰਭੂ ਨੇ ਉਸ ਯਰੂਸ਼ਲਮ ਸ਼ਹਿਰ ਦੀ ਮੈਂ ਮਤਲਬ ਕਿ ਪ੍ਰਭੂ ਨੇ ਉਸ ਸਿਯੋਨ ਪਹਾੜ ਦੇ ਉੱਤੇ ਜਦੋਂ ਆਪਣੇ ਲੋਕਾਂ ਨੂੰ ਦਰਸ਼ਨ ਦਿੱਤੇ ਤਾਂ ਉੱਥੋਂ ਇੱਕ ਕੀ ਸ਼ੁਰੂ ਹੋਇਆ, ਪ੍ਰਭੂ ਦਾ ਕੰਮ ਸ਼ੁਰੂ ਹੋ ਗਿਆ। ਲੋਕ ਵਿਸ਼ਵਾਸ ਕਰਨ ਲੱਗੇ, ਲੋਕੀ ਜਦੋਂ ਮੂਸਾ ਦੇ ਨਾਲ ਜਿੰਨੇ ਲੋਕ ਸੀਗੇ, ਜਿੰਨੇ ਉਹਨਾਂ ਦੇ ਨਾਲ ਵਿਸ਼ਵਾਸੀ ਲੋਕ ਸੀ, ਉਹ ਉੱਥੇ ਜਾਣ ਲੱਗੇ। ਉੱਥੋਂ ਇੱਕ ਸ਼ਹਿਰ ਸ਼ੁਰੂ ਹੋਇਆ ਜਿਸ ਦੇ ਵਿੱਚ ਪ੍ਰਭੂ ਨੇ ਆਪਣੇ ਲੋਕਾਂ ਨੂੰ ਚੁਣਿਆ। ਇਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਔਰ ਇਸ ਦੀ ਇੱਕ ਜਿਹੜੀ 5 ਆਇਤਾਂ ਸਿਯੋਨ ਦੇ ਸੰਬੰਧ ਵਿੱਚ ਇਹ ਕਿਹਾ ਜਾਵੇਗਾ ਸਭ ਦੇਸ਼ਾਂ ਦਾ ਰੱਬ ਉੱਥੇ ਹੀ ਹੋਇਆ। ਇੱਥੋਂ ਪਤਾ ਲੱਗਦਾ ਕਿ ਖੁਦਾ ਨੇ ਆਪਣੇ ਸ਼ਹਿਰ ਨੂੰ ਬਹੁਤ ਵਧੀਆ ਤਰੀਕੇ ਨਾਲ ਵਧੀਆ ਲੋਕਾਂ ਦੇ ਨਾਲ ਉਸਨੇ ਉਸਦੇ ਉੱਤੇ ਜ਼ਾਹਿਰ ਕੀਤਾ ਔਰ ਉਸਨੇ ਆਪਣੇ ਲੋਕਾਂ ਨੂੰ ਉੱਥੇ ਤਿਆਰ ਕੀਤਾ। ਉਹਨਾਂ ਦੇ ਅੱਗੇ ਅੱਗੇ ਚੱਲੇ, ਉਹਨਾਂ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਕਦੇ ਵੀ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਨੂੰ ਕਦੇ ਵੀ ਇਕੱਲੇ ਨਹੀਂ ਛੱਡਾਂਗਾ ਔਰ ਮੈਂ ਤੁਹਾਨੂੰ ਉਹ ਜਗ੍ਹਾ ਦੇਵਾਂਗਾ ਜਿੱਥੇ ਤੁਹਾਡੇ ਦੁੱਧ ਤੇ ਦੀਆਂ ਨਦੀਆਂ ਬਹਿਣਗੀਆਂ। ਇਹ ਪ੍ਰਭੂ ਨੇ ਉਸ ਸ਼ਹਿਰ ਦਾ ਜ਼ਿਕਰ ਕੀਤਾ ਹੈ ਬਨੀ ਕੋਰਾ ਨੇ ਪ੍ਰਭੂ ਦੇ। ਥੈਂਕ ਯੂ। ਮੇਰੀ ਨੌਲੇਜ ਹੁਣ ਮੈਂ ਰਿਕੁਐਸਟ ਕਰਾਂਗੀ ਕਿ ਪਾਸਟਰ ਐਰਿਕ ਸਾਡੇ ਨਾਲ ਜੋ ਉਹਨਾਂ ਨੂੰ ਇਸ ਜ਼ਬੂਰ ਵਿੱਚੋਂ ਵਧੀਆ ਲੱਗਿਆ ਉਸ ਤੇ ਰਿਫਲੈਕਸ਼ਨ ਦੇਣ। ਹਾਂਜੀ, ਥੈਂਕ ਯੂ ਵੈਰੀ ਮਚ। ਔਰ ਚੂੰਕਿ ਇਹ 10ਵਾਂ ਜ਼ਬੂਰ ਹੈ, ਬਨੀ ਕੋਰਾ ਦੇ ਕੁੱਲ 11 ਜ਼ਬੂਰ ਨੇ 150 ਜ਼ਬੂਰਾਂ ਦੇ ਵਿੱਚ, ਔਰ ਇਹ ਚੂੰਕਿ 10ਵਾਂ ਜ਼ਬੂਰ ਹੈ, ਇਸ ਤੁਸੀਂ ਵੇਖੋਗੇ ਕਿ ਜਦੋਂ ਅਸੀਂ ਅਗਲੇ ਜ਼ਬੂਰ ਤੇ ਆਵਾਂਗੇ ਉੱਥੇ ਕੋਈ ਜ਼ਿਕਰ ਨਹੀਂ ਇਹਨਾਂ ਚੀਜ਼ਾਂ ਦਾ, ਉਹ ਇੱਕ ਫਰਕ ਟੌਪਿਕ ਹੈ। ਲੇਕਿਨ ਇਹ ਚੂੰਕਿ 10ਵਾਂ ਜ਼ਬੂਰ ਹੈ ਔਰ ਇਹਦੇ ਵਿੱਚ ਉਹ ਕਲਮੀਨੇਟ ਕਰਦਾ ਵੇ ਜਿਹੜਾ ਕੋਰਾ ਦਾ ਜਿਹੜਾ ਵੀ ਫੈਮਿਲੀ ਦਾ, ਉਸ ਕਲੈਨ ਦਾ ਜਿਹੜਾ ਵੀ ਬੰਦਾ ਵੇ ਜਿਹਨੇ ਲਿਖਿਆ ਵੇ, ਜਿਹੜਾ ਇੰਸਪਾਇਰਡ ਲਿਖਿਆ ਵੇ। ਤੁਸੀਂ ਵੇਖੋਗੇ ਕਿ ਬਨੀ ਕੋਰਾ ਦੇ ਜਿਹੜੇ ਜ਼ਬੂਰ ਨੇ ਉਹਨਾਂ 'ਚ ਇੱਕ ਸੈਟ ਪੈਟਰਨ ਹੈ, ਠੀਕ ਹੈ। ਔਰ ਉਹ ਪੈਟਰਨ ਦੇ ਵਿੱਚ 3 ਚੀਜ਼ਾਂ ਜਿਹੜੀਆਂ ਨਾ ਉਹ ਬੜੀਆਂ ਇੰਪੋਰਟੈਂਟ ਨੇ, ਉਹ ਤੁਹਾਨੂੰ ਹਰ ਜ਼ਬੂਰ ਦੇ ਵਿੱਚ ਥੀਮ ਨਜ਼ਰ ਆਏਗਾ। ਨੰਬਰ 1 ਕੋਹ ਸਿਯੋਨ ਪਹਾੜ, ਠੀਕ ਹੈ। ਉਸ ਪਹਾੜ ਦੇ ਉੱਤੇ ਸ਼ਹਿਰ ਯਰੂਸ਼ਲਮ, ਸ਼ਹਿਰ ਯਰੂਸ਼ਲਮ ਦੇ ਵਿੱਚ ਖੁਦਾ ਦੀ ਹੈਕਲ ਮਸਕਨ ਜਿਹਨੂੰ ਕਿਹਾ ਗਿਆ ਵੇ, ਔਰ ਉਸ ਮਸਕਨ ਔਰ ਖੁਦਾ ਦੀ ਹੈਕਲ ਦੇ ਵਿੱਚ ਖੁਦਾ ਦਾ ਤਖਤ, ਔਰ ਉਸ ਖੁਦਾ ਦਾ ਤਖਤ ਜਿਹੜਾ ਵੇ ਉਹਦੇ ਆਲੇ ਦੁਆਲੇ ਖਿਦਮਤ ਕਰਨ ਵਾਲੇ ਜਿਹੜੇ ਲਾਵੀ ਸਨ, ਠੀਕ ਹੈ, ਉਹਨਾਂ ਦੀ ਜਿਹੜੀਆਂ ਖਿਦਮਤਾਂ ਹਨ, ਗਾਣ ਵਜਾਉਣ ਦੀ, ਕੁਰਬਾਨੀਆਂ ਦੀ ਔਰ ਈਦਾਂ ਮਨਾਉਣ ਦੀ ਔਰ ਲਿਟਰਜੀ ਦੀ ਔਰ ਸਾਰੀ ਜਿਹੜੀ ਹੈ। ਸੋ ਤੁਹਾਨੂੰ ਇਹ 4 ਜਾਂ 5 ਮੇਜਰ ਥੀਮ ਨਜ਼ਰ ਆਉਣਗੇ ਬਨੀ ਕੋਰਾ ਦੀ ਜਿਹੜੀ ਇਹ ਪੂਰੇ ਮਜ਼ਮੀਰ ਦੇ ਵਿੱਚ, ਕਿਉਂਕਿ ਬਨੀ ਕੋਰਾ ਤੋਂ ਲਾਵੀਆਂ ਦੇ ਕਬੀਲੇ ਚੋਂ ਉਹਨਾਂ ਨੂੰ ਖੁਦਾ ਨੇ ਅਲੱਗ ਕਰ ਦਿੱਤਾ ਸੀ ਕਿ ਉਹ ਸਿਰਫ ਖੁਦਾ ਦੇ ਘਰ ਦੀ ਕੀ ਕਰਨਗੇ, ਖਿਦਮਤ ਕਰਨਗੇ, ਔਰ ਬਾਕੀ 11 ਕਬੀਲੇ ਉਹਨਾਂ ਨੂੰ ਸਪੋਰਟ ਕਰਨਗੇ ਔਰ ਉਹਨਾਂ ਨੂੰ ਪਾਲਣਗੇ। ਉਹਨਾਂ ਨੂੰ ਮੈਨੂਅਲ ਕੰਮ ਨਹੀਂ ਕਰਨਾ, ਕਿਉਂਕਿ 24 ਘੰਟੇ ਉਹਨਾਂ ਨੇ ਖੁਦਾ ਦੇ ਕਲਾਮ ਦੀ, ਖੁਦਾ ਦੀ ਹੈਕਲ ਦੀ, ਖੁਦਾ ਦੇ ਲੋਕਾਂ ਦੀ, ਖੁਦਾ ਦੀ ਖਿਦਮਤ ਹੈਕਲ ਦੇ ਵਿੱਚ ਕਰਨੀ ਹੈ। ਸੋ ਇਸ ਲਈ ਤੁਸੀਂ ਵੇਖੋਗੇ ਕਿ ਜ਼ਬੂਰ 87 ਵੀ ਸ਼ੁਰੂ ਐਸੇ ਗੱਲ ਤੋਂ ਹੁੰਦਾ ਵੇ, ਲੇਕਿਨ ਉਹ ਖਤਮ ਕਿੱਥੇ ਕਰਦਾ ਵੇ? ਆਖਰੀ ਆਇਤ 7ਵੀਂ ਕਹਿੰਦਾ ਵੇ ਕਿ ਗਾਣ ਵਾਲੇ ਵੀ ਤੇ ਨੱਚਣ ਵਾਲੇ, ਬਲਕਿ ਕਹਿੰਦਾ ਜਿਹੜੇ ਖੁਦਾ ਦੇ ਲੋਕ ਨੇ ਗਾਉਂਦਿਆਂ ਤੇ ਨੱਚਦਿਆਂ ਹੋਇਆਂ ਕੀ ਕਰਨਗੇ? ਉਹ ਇਹ ਕਹਿਣਗੇ ਕਿ ਸਾਡੀ ਸੋਰਸ ਆਫ ਲਾਈਫ ਜਿਹੜੀ ਹੈ ਨਾ ਉਹ ਖੁਦਾ ਵੇ। ਅਗੇਨ ਤੁਸੀਂ ਵੇਖੋਗੇ ਕਿਉਂਕਿ ਉਹ ਆਰਟਿਸਟ ਹੈ, ਮਿਊਜ਼ੀਸ਼ੀਅਨ ਨੇ, ਡਾਂਸਰ ਨੇ ਔਰ ਪੇਂਟਰ ਨੇ, ਔਰ ਜਿਹੜਾ ਵੇ ਉਹਨਾਂ ਦਾ ਕੰਮ ਹੀ ਹੈ ਕਿ ਉਹਨਾਂ ਥਰੂ ਆਰਟਿਸਟਿਕ ਐਕਸਪ੍ਰੈਸ਼ਨ ਖੁਦਾ ਦੇ ਘਰ ਦੇ ਵਿੱਚ ਉਹਨਾਂ ਨੇ ਖਿਦਮਤ ਕਰਨੀ ਹੈ। ਇਸ ਲਈ ਉਹਨੂੰ ਕਲਮੀਨੇਟ ਵੀ ਉੱਥੇ ਕਰ ਦੇਵੇ। ਔਰ ਸਾਡੇ ਪਾਕਿਸਤਾਨ ਦੇ ਵਿੱਚ ਪਾਦਰੀ ਹਿਜ਼ਕਲ ਸਰੋਸ਼ ਸਾਹਿਬ ਇੰਤਕਾਲ ਹੋ ਗਿਆ ਉਹਨਾਂ ਦਾ, ਔਰ ਉਹਨਾਂ ਨੇ ਤੇ ਬੜਾ ਅੱਛਾ ਗੀਤ ਲਿਖਿਆ ਸੀ, ਮੈਂ ਤੁਹਾਡੇ ਸਾਹਮਣੇ ਗੁਨਗੁਨਾਣਾ ਵਾ, ਤੁਹਾਨੂੰ ਯਾਦ ਆ ਜਾਏਗਾ ਤੇ ਫਿਰ ਜਿਹੜਾ ਵਾ ਨਾ ਅਸੀਂ ਇਹਨੂੰ ਕੀ ਕਹਿੰਦੇ ਨੇ ਜੀ, मेरे सारे चश्मे तुझ में है,
मैं गीत गाऊंगा साजों को बजा कर अपने खुदा को सदा जला दूंगा, हालेलुया सदा जला दूंगा। सो मेरे सारे चश्मे तुझ में हैं, मैं गीत गाऊंगा। So that's the same concept ਜਿਹੜਾ ਕਿ ਜ਼ਬੂਰ 87 ਤੋਂ ਲਿਆ। Thank you, Pastor Ji. ਹੁਣ ਅਸੀਂ ਆਪਣੇ ਆਖਰੀ ਜ਼ਬੂਰ ਵਿੱਚ ਚੱਲਾਂਗੇ ਜੋ ਬਨੀ ਕੋਰਾ ਦਾ ਆਖਰੀ ਜ਼ਬੂਰ ਹੈ, ਜ਼ਬੂਰ 88, ਐਂਡ ਮੈਂ ਅੰਕਲ ਜੋਸ਼ੂਆ ਨੂੰ ਦਰਖਾਸਤ ਕਰਾਂਗੀ ਕਿ ਉਹ ਆਪਣਾ ਰਿਫਲੈਕਸ਼ਨ ਸਾਡੇ ਸਾਰੇ ਨਾਲ ਸ਼ੇਅਰ ਕਰਨ। 88 ਦੀ 13ਵੀਂ ਤੋਂ 14ਵੀਂ ਆਇਤ ਦੇ ਵਿੱਚ ਜਿੱਦਾਂ ਸਾਮਿਸਟ ਹੈ ਨਾ, ਉਸ ਲੱਗਦਾ ਵੀ ਜਿਸ ਤਰ੍ਹਾਂ ਬਿਲਕੁਲ ਡੈਥ ਦੇ ਕਲੋਜ਼ ਹੈ। Debilitated by disease and forsaken by friends, but he could still pray. Perhaps you are not so afflicted, but you know someone who is. Consider being a prayer companion for that person. This psalm can be prayer you can lift to God on his or her behalf. ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਸੀ ਵੀ ਅਯੂਬ ਵੀ ਸੀ, ਉਹਦੇ ਦੋਸਤ 3 ਆਏ ਉਹਦੇ ਕੋਲ, ਤੇ ਉਹ ਵੀ ਉਹਨੂੰ ਕਹਿੰਦੇ ਸੀ ਵੀ ਤੂੰ ਤੇ ਬਸ ਹੁਣ ਮਰਿਆ ਕਿ ਮਰਿਆ ਵਾ, ਤੇਰੇ ਨਾਲ ਆਹ ਚੀਜ਼ਾਂ ਹੋ ਗਈਆਂ ਹਨ, ਤੇ ਤੂੰ ਮਗਰ ਇਹ ਆ ਵੀ ਉਹਨੇ ਖੁਦਾ ਨੂੰ ਨਹੀਂ ਛੱਡਿਆ, ਖੁਦਾ ਦੀ ਹਜ਼ੂਰੀ ਦੇ ਵਿੱਚ ਖੁਦਾ ਦੇ ਨਾਲ ਬਣਿਆ। That's it. Thank you, Uncle Joshua. ਹੁਣ ਮੈਂ ਦਰਖਾਸਤ ਕਰਾਂਗੀ ਕਿ ਆਂਟੀ ਜੋਤੀ ਸਾਡੇ ਨਾਲ ਇਸ ਜ਼ਬੂਰ ਵਿੱਚ ਆਪਣਾ ਰਿਫਲੈਕਸ਼ਨ ਦੇਣ। ਜ਼ਬੂਰ 88 ਜ਼ਬੂਰ ਇਹ ਉਸਨੇ ਆਪਣੇ ਉਸਨੇ ਆਪਣੇ ਦੁਖੀ ਮਨ ਦੇ ਨਾਲ ਪ੍ਰਾਰਥਨਾ ਕੀਤੀ ਹੈ ਤੇ ਵਿੱਚ ਇਸ ਦੀ ਪਹਿਲੀ ਔਰ 2 ਆਏ। ਇਸ ਵਿੱਚ ਜਿਸ ਤਰ੍ਹਾਂ ਉਸਨੇ ਲਿਖਿਆ ਹੈ, ਪ੍ਰਭੂ ਮੇਰੇ ਪਰਮੇਸ਼ਰ, ਮੈਂ ਰਾਤ ਦਿਨ ਤੈਨੂੰ ਮਦਦ ਲਈ ਪੁਕਾਰਦਾ ਹਾਂ, ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਪੁਕਾਰ ਤੇ ਉੱਤੇ ਧਿਆਨ ਦੇ। ਔਰ ਪ੍ਰਭੂ ਦੇ ਅੱਗੇ ਉਹ ਪ੍ਰਾਰਥਨਾ ਕਰਦਾ ਹੈ ਔਰ ਉਸਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਹੈ ਕਿ ਖੁਦਾਵੰਦ ਮੈਂ ਤੇਰੇ ਅੱਗੇ ਆਪਣੀ ਪ੍ਰਾਰਥਨਾ ਰੱਖਦਾ ਹਾਂ, ਤੂੰ ਮੇਰੀ ਪ੍ਰਾਰਥਨਾ ਨੂੰ ਸੁਣ ਔਰ ਉਸਦੇ ਉੱਤੇ ਧਿਆਨ ਦੇ। ਇਹ ਸਿਰਫ ਏਦਾਂ ਹੈ ਕਿ ਜਦੋਂ ਅਸੀਂ ਵੀ ਆਪਣੇ ਮਨ ਦੇ ਵਿੱਚ ਦੁਖੀ ਹੁੰਦੇ ਹਾਂ ਜਾਂ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ, ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਖੁਦਾਵੰਦ ਇਹ ਆਇਤ ਕਹਿੰਦੀ ਕਿ ਉਹ ਸਿਰਫ ਇਹਦੇ ਲਈ ਨਹੀਂ ਹੈ, ਸਾਡੇ ਲਈ ਵੀ ਹੈ ਕਿ ਸਾਨੂੰ ਹਮੇਸ਼ਾ ਪ੍ਰਭੂ ਦੇ ਵਿੱਚ ਵਧਣਾ ਚਾਹੀਦਾ ਔਰ ਪ੍ਰਾਰਥਨਾ ਦੇ ਵਿੱਚ ਲੱਗੇ ਰਹਿਣਾ ਦਿਨ ਰਾਤ। ਪ੍ਰਭੂ ਦੇ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ, ਜਦੋਂ ਵੀ ਟਾਈਮ ਮਿਲਦਾ, ਤੁਸੀਂ ਪ੍ਰਾਰਥਨਾ ਦੇ ਵਿੱਚ ਜਾਓ। ਔਰ ਇਸ ਦੀ ਜਿਹੜੀ 13 ਆਇਤ ਆ, ਪਰ ਹੇ ਪ੍ਰਭੂ ਮੈਂ ਤੈਨੂੰ ਪੁਕਾਰਦਾ ਹਾਂ, ਅੰਮ੍ਰਿਤ ਵੇਲੇ ਤੇਰੇ ਅੱਗੇ ਹੀ ਬੇਨਤੀ ਕਰਦਾ ਹਾਂ। ਖੁਦਾਵੰਦ ਦੇ ਨਾਂ ਦੇ ਉੱਤੇ ਆਪਣਾ ਦਿਨ ਸਟਾਰਟ ਕਰੋ। ਸਵੇਰੇ ਜਦੋਂ ਅਸੀਂ ਉੱਠੀਏ ਪਹਿਲਾਂ ਪ੍ਰਾਰਥਨਾ ਕਰੀਏ ਔਰ ਉਸਦੇ ਬਾਅਦ ਵਿੱਚ ਆਪਣੇ ਸਾਰੇ ਕੰਮ ਕਰੀਏ। ਖੁਦਾਵੰਦ ਆਪਣੇ ਆਪ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਪ੍ਰੋਬਲਮ ਹੁੰਦੀਆਂ ਉਹ ਦੇਖ ਲੈਂਦੇ ਔਰ ਉਹਨਾਂ ਤੋਂ ਤੁਹਾਨੂੰ ਰਾਹਤ ਦਿੰਦੇ ਆ। ਖੁਦਾਵੰਦ ਦੇ ਅੱਗੇ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ, ਚਾਹੇ ਅਸੀਂ ਕਿਸੇ ਵੀ ਟਾਈਮ ਦੇ ਵਿੱਚ ਹੋਈਏ, ਅਸੀਂ ਦੁਖੀ ਹੋਈਏ ਜਾਂ ਕੁਛ ਹੋਈਏ, ਪਰ ਸਾਨੂੰ ਖੁਦਾ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸ ਵਿੱਚ ਉਸਨੇ ਆਪਣੇ ਮਨ ਦੀ ਗੱਲ ਪ੍ਰਭੂ ਦੇ ਅੱਗੇ ਰੱਖੀ ਹੈ। ਥੈਂਕ ਯੂ। ਥੈਂਕ ਯੂ। ਹੁਣ ਮੈਂ ਦਰਖਾਸਤ ਕਰਾਂਗੀ ਕਿ ਪਾਸਟਰ ਐਰਿਕ ਸਾਨੂੰ ਇਸ ਜ਼ਬੂਰ ਵਿੱਚ ਜੋ ਉਹਨਾਂ ਨੂੰ ਵਧੀਆ ਲੱਗਿਆ ਉਸ ਤੇ ਰਿਫਲੈਕਸ਼ਨ ਦੇਣ। ਹਾਂਜੀ, ਥੈਂਕ ਯੂ ਵੈਰੀ ਮਚ। ਔਰ ਜਿਹੜਾ ਇਹ ਜ਼ਬੂਰ ਨਾ ਵੇਖੋ, ਬਾਕੀ ਬਨੀ ਕੋਰਾ ਦੇ ਜ਼ਬੂਰਾਂ ਨਾਲੋਂ ਇਸ ਬੜਾ ਵੱਖਰਾ ਵੇ ਕਿ ਇਹਦੇ ਵਿੱਚ ਬਨੀ ਕੋਰਾ ਨੇ ਜਿਹੜੀ ਉਹਦੀ ਇਨਰ ਸਟਰਗਲ ਹੈ ਨਾ ਖੁਦਾ ਦੇ ਨਾਲ, ਉਹਨੇ ਐਕਸਪੋਜ਼ ਕੀਤਾ ਹੋਇਆ, ਠੀਕ ਹੈ, ਔਰ ਉਹਨੇ ਪੈਨ ਡਾਊਨ ਕੀਤਾ, ਲਿਖਿਆ ਹੋਇਆ। ਇਨਰ ਸਟਰਗਲ ਦਾ ਮਤਲਬ ਹੈ ਵੇ ਕਿ ਵੇਖੋ, ਤੁਸੀਂ ਵੇਖੋਗੇ ਕਿ ਕਈ ਵਾਰੀ ਨਾ ਸਾਡੇ ਕ੍ਰਿਸਚਨਾਂ 'ਚ ਬੜਾ ਇੱਕ ਰਿਵਾਜ ਬਣ ਗਿਆ ਵੇ ਕਿ ਜੀ ਤੁਸੀਂ ਜਨਾਜ਼ੇ ਤੇ ਕੋਈ ਮਰ ਗਿਆ ਤਾਂ ਰੋਣਾ ਨਹੀਂ। ਬਾਈ ਕਿਉਂ ਨਹੀਂ ਰੋਣਾ? ਉਹਦਾ ਜਿਹਦੇ ਘਰ ਦਾ ਮਰ ਗਿਆ ਵੇ, ਤੁਸੀਂ ਉਹਨੂੰ ਪੁੱਛੋ ਜਾ ਕੇ ਰੋਣਾ ਕਿਉਂ ਨਹੀਂ? ਰੋਣਾ ਖੁਦਾਵੰਦ ਯਿਸੂ ਮਸੀਹ ਆਪ ਰੋਏ ਨੇ, ਠੀਕ ਹੈ ਨਾ। ਰੋਣਾ ਜਿਹੜਾ ਵੇ ਇਟਸ ਅ ਹਿਊਮਨ ਇਮੋਸ਼ਨ, ਠੀਕ ਹੈ, ਔਰ ਦੈਟ ਇਜ਼ ਲੈਜਿਟ ਹਿਊਮਨ ਇਮੋਸ਼ਨ ਜਿਹੜੇ ਸਾਨੂੰ ਖੁਦਾ ਦੇ ਅੱਗੇ ਜਿਹੜਾ ਵੇ ਉਹਨੂੰ ਪੇਸ਼ ਕਰਨਾ ਚਾਹੀਦਾ, ਠੀਕ ਹੈ। ਖੁਦਾ ਨੇ ਸਾਡੀ ਸਪਿਰਿਚੁਅਲਿਟੀ ਨੂੰ, ਸਾਡੇ ਫੇਥ ਨੂੰ, ਸਾਡੇ ਹਿਊਮਨ ਇਮੋਸ਼ਨ ਦੀ ਬੇਸ ਤੇ ਨਹੀਂ ਰੱਖਿਆ, ਠੀਕ ਹੈ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਰੋਣਾ, ਕੁਰਲਾਣਾ, ਫਰਿਆਦ ਕਰਨਾ, ਆਹੋ ਨਾਲਾ ਕਰਨਾ, ਖੁਦਾਵੰਦ ਯਿਸੂ ਮਸੀਹ ਨੇ ਸਲੀਬ ਤੇ ਲਟਕਿਆ ਆਹੋ ਨਾਲਾ ਕੀਤਾ ਸੀ ਕਿ ਜ਼ਬੂਰ 22 ਹੈ, ਮੇਰੇ ਖੁਦਾ ਤੂਨੇ ਮੁਝੇ ਕਿਉਂ ਛੋੜ ਦਿਆ, ਠੀਕ ਹੈ ਨਾ। ਸੋ ਅਸੀਂ ਅਸੀਂ ਡਿਪਰੈਸ਼ਨ ਨੂੰ ਸਮਝਦੇ ਆ ਜਾਂ ਮੈਂਟਲੀ ਪ੍ਰੈਸ਼ਰ ਜਿਹੜਾ ਵੇ, ਸ਼ਿਜ਼ੋਫਰੇਨੀਆ ਜਿਹੜਾ ਵੇ, ਜਾਂ ਪੈਲਪੀਟੇਸ਼ਨ ਜਿਹੜੀ ਹੈ, ਐਂਗਜ਼ਾਇਟੀ ਜਿਹੜੀ ਹੈ, ਠੀਕ ਹੈ ਨਾ, ਅਸੀਂ ਬਾਜ਼ ਔਕਾਤ ਉਹਨੂੰ ਛੁਪਾ ਜਾਂਦੇ ਆ, ਉਹਨੂੰ ਸਪਰੈਸ ਕਰ ਦਿੰਦੇ ਆ, ਠੀਕ ਹੈ। ਜਦ ਕਿ ਜ਼ਬੂਰ 88 ਜਿਹੜਾ ਵੇ ਸਾਨੂੰ ਇਹ ਵਾਇਆ ਇਹ ਰਾਹ ਦਿੰਦਾ ਵੇ, ਟਨਲ ਦਿੰਦਾ ਵੇ ਕਿ ਉਹਨੂੰ ਸਪਰੈਸ ਨਾ ਕਰੋ, ਠੀਕ ਹੈ। ਉਹਨੂੰ ਕੀ ਕਰੋ? ਉਹਨੂੰ ਖੁਦਾ ਦੇ ਅੱਗੇ ਓਨੈਸਟੀ ਉਹਨੂੰ ਉੰਡੇਲ ਦੋ, ਠੀਕ ਹੈ ਨਾ।
ਝੂਠਾ ਚਿਹਰਾ ਬਣਾ ਕੇ ਜਾਂ ਝੂਠੀ ਮੁਸਕਰਾਹਟ ਸਮਾਈਲ ਬਣਾ ਕੇ ਖੁਦਾ ਸਾਹਮਣੇ ਨਾ ਜਾਓ, ਠੀਕ ਹੈ। ਤੁਹਾਨੂੰ ਖੁਦਾ ਨਾਲ ਸ਼ਿਕਵਾ ਵੇ, ਤੁਹਾਡੀ ਖੁਦਾ ਨੇ ਇੱਕ ਦੁਆ ਨਹੀਂ ਸੁਣੀ, ਤੁਹਾਡਾ ਸਹੀ ਜਗ੍ਹਾ ਰਿਸ਼ਤਾ ਨਹੀਂ ਕਰਾਇਆ, ਤੁਹਾਨੂੰ ਨੌਕਰੀ ਮਰਜ਼ੀ ਦੀ ਨਹੀਂ ਦਿੱਤੀ, ਤੁਹਾਨੂੰ ਔਲਾਦ ਨਹੀਂ ਦਿੱਤੀ, ਤੁਹਾਨੂੰ ਨੌਕਰੀ ਉਹੋ ਜਿਹੀ ਨਹੀਂ ਮਿਲੀ, ਤੁਹਾਨੂੰ ਜੋ ਤੁਹਾਡੀ ਡਿਜ਼ਾਇਰ ਖਾਹਿਸ਼ ਸੀ ਜਾਂ ਜੋ ਤੁਸੀਂ ਮੰਗਣ ਦੇ ਹੋ ਸਿਹਤ ਜਾਂ ਜੋ ਵੀ ਗੱਲ ਸੀ ਤੁਹਾਨੂੰ ਨਹੀਂ ਮਿਲੀ, ਉਹਨੂੰ ਖੁਦਾ ਅੱਗੇ ਓਨੈਸਟੀ ਦੇ ਨਾਲ ਕੀ ਕਰੋ, ਐਕਸਪ੍ਰੈਸ ਕਰੋ, ਠੀਕ ਹੈ। ਦੇਣਾ ਨਾ ਦੇਣਾ ਖੁਦਾ ਦੀ ਮਰਜ਼ੀ ਹੈ, ਓਕੇ। ਲੇਕਿਨ ਤੁਹਾਡੇ ਅੰਦਰ ਜਿਹੜੀ ਕੜਵਾਹਟ ਹੈ, ਤੁਹਾਡੇ ਅੰਦਰ ਜਿਹੜੀ ਗਰਜ ਹੈ, ਤੁਹਾਡੇ ਅੰਦਰ ਜਿਹੜੀ ਬਿਟਰਨੈਸ ਹੈ, ਉਹਨੂੰ ਖੁਦਾ ਦੇ ਅੱਗੇ ਓਨੈਸਟੀ ਦੇ ਨਾਲ ਰਿਲੇਸ਼ਨਸ਼ਿਪ ਕਰੋ, ਖੁਦਾ ਨਾਲ ਲੜੋ ਉਹਦੇ ਮਾਮਲੇ 'ਚ, ਠੀਕ ਹੈ। ਜਿਵੇਂ ਮੈਂ ਲਾਸਟ ਟਾਈਮ ਕਿਹਾ ਸੀ, ਬਨੀ ਇਸਰਾਇਲ ਦੀ ਇਹ ਬੜੀ ਅੱਛੀ ਗੱਲ ਸੀ ਕਿ ਉਹ ਖੁਦਾ ਨਾਲ ਲੜਦੇ ਵੀ ਸਨ, ਖੁਦਾ ਨਾਲ ਝਗੜਦੇ ਵੀ ਹਨ, ਖੁਦਾ ਤੋਂ ਨਾਰਾਜ਼ ਵੀ ਹੁੰਦੇ ਹਨ, ਲੇਕਿਨ ਛੱਡਦੇ ਨਹੀਂ ਸਨ, ਨਾ ਖੁਦਾ ਉਹਨਾਂ ਨੂੰ ਛੱਡਦਾ ਹੈ, ਠੀਕ ਹੈ। ਸੋ ਬਾਜ਼ ਔਕਾਤ ਡਾਰਕਨੈਸ ਵਿੱਚ ਰਹਿਣਾ, ਡਿਪਰੈਸ਼ਨ ਹੋ ਜਾਣਾ, ਦੈਟਸ ਕਾਮਨ ਹਿਊਮਨ ਫਿਨੋਮੀਨਾ, ਉਹਨੂੰ ਬੀਇੰਗ ਇਨਸਾਨ ਹੁੰਦਿਆਂ ਐਕਸੈਪਟ ਕਰੀਏ। ਅਗਰ ਸਾਨੂੰ ਉਸ ਡਿਪਰੈਸ਼ਨ ਔਰ ਡਾਰਕਨੈਸ ਵਿੱਚ ਖੁਦਾ ਅਗਰ ਜਵਾਬ ਨਹੀਂ ਦਿੰਦਾ ਤੇ ਬਾਜ਼ ਔਕਾਤ ਅਯੂਬ ਵਾਂਗੂ ਸਾਨੂੰ ਚੁੱਪ ਹੋ ਜਾਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਅਯੂਬ ਨੂੰ ਇਹ ਹੀ ਕਹਿਣਾ ਪਿਆ ਕਿ ਖੁਦਾਵੰਦ ਤੂੰ ਏਡਾ ਵੱਡਾ ਵੇਂ ਕਿ ਮੈਂ ਤੇਰੀ ਹਿਕਮਤ ਨਹੀਂ ਸਮਝ ਸਕਦਾ, ਮੈਂ ਬੜਾ ਬੋਲ ਲਿਆ, ਹੁਣ ਮੈਂ ਕੀ ਕਰਾਂਗਾ, ਮੈਂ ਚੁੱਪ ਕਰਕੇ ਕੀ ਕਰਾਂਗਾ, ਬੈਠਾ ਰਹਾਂਗਾ, ਹੁਣ ਮੈਂ ਬੋਲਾਂਗਾ ਕੁਛ ਨਹੀਂ। ਸਾਡਾ ਪ੍ਰੋਬਲਮ ਹੈ ਕਿ ਅਸੀਂ ਬੋਲਣਾ ਫਟਾਫਟ ਸਾਡੀ ਮਸ਼ੀਨ ਸ਼ੁਰੂ ਹੋ ਜਾਂਦੀ ਹੈ, ਠੀਕ ਹੈ, ਅਸੀਂ ਠੱਕ ਜਨਾਬ ਇਹ ਚਟਰ ਬੋਲਣਾ ਸ਼ੁਰੂ ਹੋ ਜਾਣਾ ਖੁਦਾ ਦੇ ਅੱਗੇ। No, sometimes we need to sit in silence and listen what God is trying to say. ਅੱਜ ਮੈਂ ਪੋਪ ਫ੍ਰਾਂਸਿਸ ਜਿਹੜੇ ਨੇ ਵੈਟੀਕਨ ਦੇ ਵਿੱਚੋਂ, ਮੈਂ ਉਹਨਾਂ ਦੀ ਪੋਸਟ ਸ਼ੇਅਰ ਕੀਤੀ ਆਪਣੇ ਪੇਜ ਉੱਤੇ, ਵੀ ਵੇਖਿਓ। ਪੋਪ ਫ੍ਰਾਂਸਿਸ ਜਿਹੜੇ ਹਨ, ਉਹ ਜਿਹੜੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਮਿਊਜ਼ੀਸ਼ੀਅਨ ਸਨ, ਉਹਨਾਂ ਦੀ ਕੋਈ ਕਾਨਫਰੰਸ ਸੀ 3 ਦਿਨ ਦੀ, ਔਰ ਉਹਦੇ ਤੋਂ ਆਪਣਾ ਵੀਡੀਓ ਮੈਸੇਜ ਘੱਲਿਆ ਉਹਨਾਂ ਨੇ, ਠੀਕ ਹੈ। ਔਰ ਪੋਪ ਫ੍ਰਾਂਸਿਸ ਕੀ ਕਿਹਾ ਉਹਨਾਂ ਨੇ, ਮੈਂ ਕੋਟੇਸ਼ਨ ਪੜ੍ਹ ਦੇਣਾ ਤੁਹਾਡੇ ਸਾਹਮਣੇ, ਮੇਰੇ ਪੇਜ ਤੇ ਮੌਜੂਦ, ਲੇਕਿਨ ਚੂੰਕਿ ਅਸੀਂ ਵਾਈਂਡ ਅਪ ਕਰਨ ਲੱਗੇ ਹਾਂ, ਆਈ ਐਮ ਗੋਇੰਗ ਟੂ ਰੀਡ ਦੈਟ ਕੋਟੇਸ਼ਨ, ਠੀਕ ਹੈ। ਕੋਟੇਸ਼ਨ ਔਰ ਉਹ ਕਹਿੰਦੇ ਨੇ ਕਿ ਜੀ ਪੋਪ ਫ੍ਰਾਂਸਿਸ ਕਹਿ ਰਹੇ ਨੇ ਜੀ, a good musician knows the value of silence and the value of pause, ਠੀਕ ਹੈ। ਅਸੀਂ ਇਬਾਦਤ ਵਿੱਚ ਨਾ ਸਾਇਲੈਂਸ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਹਰ ਵੇਲੇ ਬਾਰੇ ਜੋ ਹੂਕਾਰ ਹਾਹਾਕਾਰ ਪਈ ਰਹੇ ਨਾ ਤੇ ਤੜਾਲੇ ਜਾਂ ਨਾਰੇ ਵੱਜਦੇ ਰਹਿਣ ਤੇ ਸ਼ੋਰ ਸ਼ਰਾਬਾ ਪਿਆ ਰਹੇ, ਸਾਨੂੰ ਉਹ ਪਸੰਦ ਹੈ। ਬਟ ਦੈਟਸ ਵਾਟ ਗॉड ਨੀਡਸ। ਸਿਲਾ ਦਾ ਮਤਲਬ ਹੀ ਜ਼ਬੂਰਾਂ ਦੇ ਵਿੱਚ ਕੀ ਹੈ? ਸਾਇਲੈਂਸ, ਸਾਇਲੈਂਸ, ਪੌਜ਼ ਕਰਨਾ। ਪੈਂਡੈਮਿਕ ਸਾਨੂੰ ਸਾਰਿਆਂ ਨੂੰ ਪੌਜ਼ ਕਰ ਦਿੱਤਾ ਹੈ, ਠੀਕ ਹੈ। COVID-19 ਨੇ ਸਾਨੂੰ ਸਾਰਿਆਂ ਨੂੰ 7-8 ਮਹੀਨੇ ਲਈ ਨਾ ਉਹਨੇ ਚੁੱਪ ਕਰਕੇ ਕੋਨੇ 'ਚ ਬਾਹਰ ਲੱਗੇ ਰਹੋ, ਜਿੱਥੇ ਉਹਨਾਂ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ ਉਹਦੇ ਤੇ ਗੌਰ ਕਰੋ, ਨਾਨ ਐਸੈਂਸ਼ੀਅਲ ਤੋਂ ਬਾਹਰ ਆ ਜਾਓ, ਠੀਕ ਹੈ। ਸੋ 88 ਜ਼ਬੂਰ ਜਿਹੜਾ ਵੇ ਮੇਰੇ ਅਜ਼ੀਜ਼ੋ, ਉਹ ਸਾਨੂੰ ਪੌਜ਼ ਕਰਨ ਲਈ ਕਹਿੰਦਾ ਵੇ, ਡਿਪਰੈਸ਼ਨ ਔਰ ਡਾਰਕਨੈਸ ਦੇ ਵਿੱਚ ਚੁੱਪ ਹੋਣ ਲਈ ਕਹਿੰਦਾ ਵੇ, ਲੇਕਿਨ ਖੁਦਾ ਦੇ ਨਾਲ ਰਿਲੇਸ਼ਨਸ਼ਿਪ ਨੂੰ ਜਿਹੜਾ ਵੇ ਨਾ ਉਹ ਹਮੇਸ਼ਾ ਕੀ ਕਹਿੰਦਾ ਵੇ, ਜੋੜੇ ਰੱਖੋ। ਲੇਕਿਨ ਖੁਦਾ ਦੇ ਉਸ ਹਿਕਮਤ ਨੂੰ ਅਗਰ ਤੁਹਾਨੂੰ ਕੋਈ ਸਮਝ ਨਹੀਂ ਆਉਣ ਡਈ, ਤੁਸੀਂ ਡਾਰਕਨੈਸ ਵਿੱਚ ਹੋ, ਡਿਪਰੈਸ਼ਨ ਦੇ ਵਿੱਚ ਹੋ, ਤੁਸੀਂ ਜਨਾਬ ਹਨੇਰੇ 'ਚ ਹੋ, ਡੋਂਟ ਟਰਾਈ ਟੂ brag or drag. Try to understand what God is trying to saying, and ultimately God will take you to the other side of the tunnel and you will see the light. ਖੁਦਾਵੰਦ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ ਤਾਂ ਕਿ ਅਸੀਂ ਇਸ ਹਿਕਮਤ ਨੂੰ ਔਰ ਖੁਦਾ ਦੇ ਕੰਮਾਂ ਨੂੰ ਸਮਝ ਸਕੀਏ। Thank you, Pastor G, ਇਸ reflection ਲਈ। ਮੈਂ ਧੰਨਵਾਦ ਕਰਦੀ ਜਿਹੜੇ ਮੰਡੇ ਤੁਸੀਂ ਨੂੰ ਸਾਰੇ ਸਾਡੇ 50 ਨਾਲ ਕਰਾਂਗੇ ਪਾਸਟਰ ਜੀ। ਹਾਂਜੀ, ਮੈਂ ਧੰਨਵਾਦ ਕਰਦੀ ਹਾਂ ਜਿਹੜੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਆ। ਸਾਡੇ ਅਗਲੇ ਐਪੀਸੋਡ ਵਿੱਚ ਅਸੀਂ ਕਵਰ ਕਰਾਂਗੇ ਜੋ ਦਾਦ ਤੋਂ ਇਲਾਵਾ ਜੋ ਮਿਊਜ਼ੀਸ਼ੀਅਨ ਸੀ। ਐਂਡ ਅਗਲੇ ਨੈਕਸਟ ਮੰਡੇ ਤੋਂ ਅਸੀਂ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਮਿਲ ਕੇ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। Thank you very much. Amen. Thank you.